ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜਾ ਕਉ ਹਰਿ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੀ ਚਰਨ ਵਸਹਿ ਮੇਰਾ ਹੀਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਮੇਲ ਲੈ ਹੋ ਦਇਆਲ ਟਹਿ ਪਏ ਦੁਆਰਿਆ ਰਖ ਲੇਵਾਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਦਾਰਿਆ ਤੁਝ ਬਿਨ ਨਾਹੀ ਕੋਈ ਬਿਨਉ ਮੋਹੀ ਸਾਰਿਆ ਕਰ ਗਹ ਲੇਹੁ ਦਇਆਲ ਸਾਗਰ ਸੰਸਾਰਿਆ
ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਈ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਈ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਹਾਉ ਪੰਚ ਬਿਖਾਦੀ ਏਕ ਗਰੀਬਾ, ਰਾਖਹੁ ਰਾਖਣ ਹਾਰੇ। ਖੇਦ ਕਰਹਿ ਅਰ ਬਹੁਤ ਸੰਤਾਵਹਿ, ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਨੇਕ ਬਹੁ ਭਾਂਤੀ, ਛੋੜਹਿ ਕਤਹੂ ਨਾਹੀ। ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਜੀਤ ਲਏ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਾਹੂ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਜੀਤ ਲਏ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਾਹੂ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਜੀ ਦੇ ਸਰਗੁਣ ਸਰੂਪ, ਕਲਗੀਧਰ ਦਸ਼ਮੇਸ਼ ਪਿਤਾ ਨੀਲੇ ਦੇ ਸ਼ਾਹ ਅਸਵਾਰ, ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ਼ਮਸ਼ੇਰ ਬਹਾਦਰ ਸਰਬੰਸ ਦਾਨੀ। ਸ਼ਾਹਾਂ ਸਿਰ ਸ਼ਾਹ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਕਿਰਪਾਲੂ ਜੀ, ਸਰਬਤ ਜਗਿਆਸੂ ਜਨਾਂ ਤੇ ਆਪਣੀ ਅਮਿਤ ਬਖਸ਼ਿਸ਼ ਕਿਰਪਾਲਤਾ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਪਾਵਨ ਗੋਦ ਬਖਸ਼ਿਸ਼ ਕਰਕੇ, ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ ਕਰਕੇ, ਅੰਮ੍ਰਿਤ ਉਪਦੇਸ਼ ਦੁਆਰਾ ਸਰਬਤ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਜੀ ਦੇ ਨਾਮ ਬਾਣੀ ਦੇ ਪਿਆਰ ਵਾਲਿਆਂ ਨੇ, ਤਾਂਗ ਵਾਲਿਆਂ ਨੇ, ਸਿੱਖ ਵਾਲਿਆਂ ਨੇ, ਦਰਸ਼ਨਾਂ ਦੀ ਅਭਿਲਾਸ਼ਾ ਵਾਲਿਆਂ ਨੇ ਗੁਰ ਚਰਨਾਂ ਵਿਖੇ ਆ ਕਰਕੇ
ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਗੁਰਬਾਣੀ ਦੁਆਰਾ ਆਤਮ ਆਨੰਦ ਨੂੰ ਮਾਨਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਹੁਣ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਨੇਮੀ ਪ੍ਰੇਮੀ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਬਾਣੀ ਸਰੀਰ ਕਰਕੇ ਸਾਵਧਾਨਤਾ ਦੇ ਸਹਿਤ ਗੁਰ ਚਰਨਾਂ ਦੇ ਨਾਲ ਜੁੜਨਾ ਕਰੀਏ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਪਿਆਰ ਦੇ ਨਾਲ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾ ਕਰਕੇ ਭੂਮੀ ਨੂੰ ਪਵਿੱਤਰ ਕਰ ਰਹੇ ਨੇ। ਬੇਅੰਤ ਸੰਗਤਾਂ ਦਾ ਨਿਤ ਉਧਾਰ ਕਰ ਰਹੇ ਨੇ। ਗੁਰੂ ਕੇ ਬਾਗ ਵਾਲੇ ਅਸਥਾਨ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੁੰਦਰ ਦੀਵਾਨ ਸਜਿਆ ਹੋਇਆ ਹੈ। ਭਾਈ ਪਿਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਪੈੜਾ ਜੀ, ਬ੍ਰਹਮ ਗਿਆਨੀ ਤਤਵੇ ਤੇ ਮਹਾਤਮਾ ਵੀ ਸੰਗਤ ਵਿੱਚ ਸਜੇ ਨੇ। ਤੇ ਜਗਿਆਸੂ ਜਨ ਜੋ ਦਰਸ਼ਨ ਕਰਨ ਵਾਸਤੇ ਆ ਰਹੇ ਨੇ, ਤਾਂਗ ਵਾਲਿਆਂ ਨੇ, ਹਿਰਦੇ ਦੀ ਸ਼ੁੱਧਤਾ ਪ੍ਰਾਪਤ ਕਰਨ ਵਾਲਿਆਂ ਨੇ ਸਿੱਖ ਦੇ ਨਾਲ ਗੁਰਚਰਨਾਂ ਵਿਖੇ ਪਹੁੰਚ ਕਰਕੇ ਸ਼ਿੱਦਤ ਦੇ ਨਾਲ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਉਪਦੇਸ਼ ਦੀ ਤਾਂਗ ਰੱਖ ਕਰਕੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਨਾ, ਮਹਾਰਾਜ ਸਤ ਸਰੂਪ ਦੇ ਨਾਲ ਸੁਰਤ ਨੂੰ ਜੁੜਨ ਹੀ ਨਹੀਂ ਦਿੰਦੇ, ਮਨ ਨੂੰ ਇਕਾਗਰ ਨਹੀਂ ਹੋਣ ਦਿੰਦੇ ਨੇ, ਬੜੇ ਵਿਘਨ ਪਾ ਕਰਕੇ ਰੱਖਦੇ ਨੇ। ਗਰੀਬ ਨਿਵਾਜ ਕਿਰਪਾਲਤਾ ਕਰੋ, ਇਹਨਾਂ ਵਿਕਾਰਾਂ ਤੋਂ ਸਾਡਾ ਛੁਟਕਾਰਾ ਕਿਵੇਂ ਹੋ ਜਾਏ। ਸੱਚੇ ਪਾਤਸ਼ਾਹ ਕਿਹੜਾ ਉਹ ਯਤਨ ਹੈ ਜੋ ਕਰਨਾ ਕਰੀਏ ਹਿਰਦਾ ਨਿਰਮਲ ਹੋ ਜਾਏ, ਪਵਿੱਤਰ ਹੋ ਜਾਏ, ਸੁਰਤ ਇਕਾਗਰ ਹੋ ਜਾਵੇ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਈਏ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਭਰੇ ਪ੍ਰਵਚਨ ਫਰਮਾਵਣਾ ਕਰਦੇ ਨੇ। ਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮ ਬਾਣੀ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਕਰੀਏ ਨਾ, ਤੇ ਸਾਰੇ ਦੁੱਖ ਜਨ ਦਰਦ ਵਿਘਨ ਕਲੇਸ਼ ਮਿਟ ਜਾਂਦੇ ਨੇ, ਅਭਾਵ ਹੋ ਜਾਂਦੇ ਨੇ। ਇਸ ਕਰਕੇ ਸਾਰੇ ਵਿਘਨਾਂ ਨੂੰ ਨਾਸ਼ ਕਰਨ ਵਾਸਤੇ, ਸਾਰੇ ਵਿਖਾਦੀਆਂ ਨੂੰ ਦੂਰ ਕਰਨੇ ਵਾਸਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਸਦਾ ਬੇਨਤੀਆਂ ਹੀ ਕਰਦੇ ਰਹੋ। ਇਸੇ ਪ੍ਰਕਾਰ ਬੇਨਤੀ ਕਰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਆਪ ਜੀ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਲ ਹੀ ਅਭੇਦ ਹੋਏ ਹੋ। ਮਹਾਰਾਜ ਪਰਮ ਪਿਤਾ ਪਰਮਾਤਮਾ ਜੀ ਦੀ ਭੇਦਤਾ ਆਪ ਜੀ ਨੇ ਕਿਵੇਂ ਪ੍ਰਾਪਤ ਕਰਨਾ ਕੀਤੀ ਹੈ, ਕਿਰਪਾ ਕਰਕੇ ਸਾਨੂੰ ਇਹ ਵੀ ਦੱਸੋ। ਆਪ ਜੀ ਆਪਣੀ ਪ੍ਰਾਪਤੀ ਦੇ ਪ੍ਰਥਾਏ ਪ੍ਰਵਚਨ ਫਰਮਾਵਨਾ ਕਰੋਗੇ, ਮਹਾਰਾਜ ਸਾਨੂੰ ਸੇਧ ਮਿਲੇਗੀ, ਸਾਨੂੰ ਸਿੱਖਿਆ ਮਿਲੇਗੀ। ਆਪਣੀ ਉੱਚ ਅਵਸਥਾ ਦੇ ਪ੍ਰਥਾਏ ਵੀ ਕਿਰਪਾਲਤਾ ਕਰਕੇ ਬਖਸ਼ਿਸ਼ ਭਰੇ ਬਚਨਾਂ ਦੇ ਨਾਲ ਉਚਾਰ ਕਰਕੇ ਦੱਸਣਾ ਕਰੋ ਜੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਤਾਂਗ ਵਾਲੀ ਬੇਨਤੀ ਨੂੰ ਸਰਵਣ ਕਰਕੇ ਅੰਮ੍ਰਿਤ ਪ੍ਰਵਚਨਾਂ ਦੇ ਨਾਲ, ਅੰਮ੍ਰਿਤ ਬਾਣੀ ਦੇ ਰਾਹੀਂ ਸੱਚ ਸਰੂਪ ਪਰਮਾਤਮਾ ਜੀ ਦੀ ਅਭੇਦਤਾ ਤੇ ਸਾਰੇ ਵਿਕਾਰਾਂ ਦੇ ਨਾਸ਼ ਕਰਨੇ ਵਾਲਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਜੀ। ਰਾਖ ਪਿਤਾ ਪ੍ਰਭ ਮੇਰੇ। ਹੇ ਸਿੱਖੋ, ਸਦਾ ਹੀ ਆਜਜੀ ਹੋ ਕਰਕੇ, ਨਿਮਰਤਾਵਾਨ ਹੋ ਕਰਕੇ ਪਰਮ ਪਿਤਾ ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਸ਼ੁੱਧ ਭੂਮਾ ਸਰੂਪ ਨੇ ਨਾ, ਤਿੰਨਾਂ ਦੇ ਅੱਗੇ ਸਦਾ ਹੀ ਬੇਨਤੀਆਂ ਕਰਦੇ ਰਹਿਣਾ ਹੈ। ਰਾਖ ਪਿਤਾ ਪ੍ਰਭ ਮੇਰੇ। ਹੇ ਪ੍ਰਭੂ ਪਰਮਾਤਮਾ ਜੀ, ਹੇ ਸਤਿਪੁਰਖ ਸਾਡੇ ਸੱਚੇ ਪਿਤਾ ਜੀ, ਕਿਰਪਾਲਤਾ ਕਰਕੇ ਸਾਨੂੰ ਵਿਕਾਰਾਂ ਦੇ ਪਾਸੋਂ ਰੱਖ ਲੈਣਾ ਕਰੋ, ਵਿਘਨਾਂ ਦੇ ਵਿੱਚੋਂ ਰੱਖ ਲੈਣਾ ਕਰੋ, ਦੁੱਖਾਂ ਕਲੇਸ਼ਾਂ ਦੇ ਵਿੱਚੋਂ ਰੱਖ ਲੈਣਾ ਕਰੋ, ਸਾਡੀ ਰਖਵਾਲੀ ਰੱਖਿਆ ਕਰਨਾ ਕਰੋ ਜੀ। ਮੋਹਿ ਨਿਰਗੁਣ ਸਭ ਗੁਣ ਤੇਰੇ। ਸੱਚੇ ਪਾਤਸ਼ਾਹ ਅਸੀਂ ਨਿਰਗੁਣ ਹਾਂ, ਗੁਣਾਂ ਤੋਂ ਰਹਿਤ ਹੈ, ਸਾਡੇ ਵਿੱਚ ਕੋਈ ਗੁਣ ਨਹੀਂ ਤੇ ਆਪ ਜੀ ਦੇ ਅੰਦਰ ਔਗਣ ਕੋਈ ਨਹੀਂ। ਸਭ ਗੁਣ ਤੇਰੇ,
ਤੇਰੇ ਪਾਵਨ ਸਰੂਪ ਦੇ ਅੰਦਰ ਸਾਰੇ ਗੁਣ ਹੀ ਗੁਣ ਨੇ, ਗੁਣ ਹੀ ਗੁਣ ਨੇ। ਜਿਵੇਂ ਸਾਗਰ ਦੇ ਅੰਦਰ ਪਾਣੀ ਹੀ ਪਾਣੀ ਹੁੰਦਾ ਹੈ, ਆਪ ਜੀ ਦੇ ਅੰਦਰ ਗੁਣ ਹੀ ਗੁਣ ਨੇ। ਸਾਗਰ ਦੇ ਵਿੱਚ ਪਾਣੀ ਦਾ ਅੰਤ ਨਹੀਂ, ਆਕਾਸ਼ ਦੇ ਵਿੱਚ ਤਾਰਿਆਂ ਦਾ ਅੰਤ ਨਹੀਂ, ਬਸੰਤ ਰੁੱਤ ਦੇ ਵਿੱਚ ਖਿੜੇ ਹੋਏ ਫੁੱਲਾਂ ਦਾ ਅੰਤ ਨਹੀਂ, ਤੇ ਬਨਾਸਪਤੀ ਦੇ ਜੇ ਸਾਰੇ ਪੱਤੇ ਗਿਣਨਾ ਕਰੀਏ ਤੇ ਪੱਤਿਆਂ ਦਾ ਅੰਤ ਨਹੀਂ। ਮਹਾਰਾਜ ਇਸੇ ਪ੍ਰਕਾਰ ਆਪ ਜੀ ਦੇ ਗੁਣਾਂ ਦਾ ਅੰਤ ਨਹੀਂ। ਜਿਵੇਂ ਆਪ ਜੀ ਦੇ ਗੁਣ ਬੇਅੰਤ ਨੇ, ਸਾਡੇ ਵਿੱਚ ਔਗਣ ਵੀ ਬੇਅੰਤ ਨੇ। ਆਪ ਜੀ ਗੁਣੀ ਨਿਧਾਨ ਹੋ, ਗੁਣਾਂ ਦੇ ਸਾਗਰ ਹੋ, ਤੇ ਮਹਾਰਾਜ ਅਸੀਂ ਅਵਗਣ ਆ ਰਹੇ ਹਾਂ, ਸਾਡੇ ਔਗਣਾਂ ਦਾ ਵੀ ਅੰਤ ਨਹੀਂ। ਜਿਵੇਂ ਸਾਗਰ ਦੇ ਪਾਣੀ ਦਾ ਅੰਤ ਨਹੀਂ, ਆਪ ਜੀ ਦੇ ਗੁਣਾਂ ਦਾ ਅੰਤ ਨਹੀਂ, ਤੇ ਜਿਵੇਂ ਸਾਗਰ ਦੇ ਪਾਣੀ ਦਾ ਅੰਤ ਨਹੀਂ, ਸਾਡੇ ਔਗਣਾਂ ਦਾ ਅੰਤ ਨਹੀਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਜਿਵੇਂ ਪਾਣੀ ਦੇ ਨਾਲ 7 ਸਮੁੰਦਰ ਤੇ ਸਾਗਰ ਭਰਿਆ ਪਿਆ, ਤੇ ਇਹਨਾਂ ਸਮੁੰਦਰਾਂ ਤੇ ਸਾਗਰ ਦੇ ਪਾਣੀ ਦਾ ਅੰਤ ਨਹੀਂ ਨਾ ਆਉਂਦਾ। ਤੇ ਔਗਣ ਹਮਾਰੇ, ਇਸ ਪ੍ਰਕਾਰ ਅਸੀਂ ਔਗਣਾਂ ਦੇ ਨਾਲ ਭਰੇ ਹੀ ਭਰੇ ਪਏ ਆ, ਸਾਡੇ ਔਗਣਾਂ ਦਾ ਕੋਈ ਅੰਤ ਨਹੀਂ ਆਉਂਦਾ ਹੈ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਇਹ ਸਤਿਗੁਰੂ ਜੀ ਨੇ ਸੁਖ ਸਰੂਪ ਦੀ ਪ੍ਰਾਪਤੀ ਦਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਫਰਮਾਉਂਦੇ ਨੇ ਨਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅਸੀਂ ਔਗਣਾਂ ਦੇ ਨਾਲ, ਗੁਨਾਹਾਂ ਦੇ ਨਾਲ, ਖਤਿਆਂ ਦੇ ਨਾਲ ਭਰੇ ਹੀ ਪਏ ਆ, ਸਾਡੇ ਅੰਦਰ ਇੱਕ ਵੀ ਗੁਣ ਵਾਲੀ ਗੱਲ ਨਹੀਂ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਅੰਮ੍ਰਿਤ ਸਰੂਪ ਨਾਮ ਨੂੰ ਛੱਡ ਕੇ ਜ਼ਹਿਰ ਸਰੂਪ ਵਿਸ਼ੇ ਵਿਕਾਰਾਂ ਨੂੰ ਖਾਈ ਹੀ ਖਾਈ ਜਾਂਦੇ ਹਾਂ, ਭਾਵ ਇਹਨਾਂ ਵਿੱਚ ਗਲਤਾਨ ਆ। ਇਸੇ ਪ੍ਰਕਾਰ ਗਰੀਬ ਨਿਵਾਜ ਜੀ ਫਰਮਾਵਣਾ ਕਰਦੇ ਨੇ, ਐਵੇਂ ਬੇਨਤੀ ਕਰਨੀ ਹੈ ਸਿੱਖੋ, ਮੋਹੇ ਨਿਰਗੁਣ। ਸੱਚੇ ਪਾਤਸ਼ਾਹ ਅਸੀਂ ਔਗਣਾਂ ਦੇ ਨਾਲ ਭਰੇ ਪਏ ਆ, ਸਾਡੇ ਵਿੱਚ ਗੁਣ ਕੋਈ ਨਹੀਂ, ਤੇ ਆਪ ਜੀ ਦੇ ਅੰਦਰ ਗੁਣ ਹੀ ਗੁਣ ਨੇ। ਤੇ ਜੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਭਰਿਆ ਬਚਨ ਕਰਨ ਸਿਖਾ, ਤੈਨੂੰ ਮਨੁੱਖਾ ਜਨਮ ਬਖਸ਼ਿਆ, ਤੈਨੂੰ ਮਰਿਆਦਾ ਬਖਸ਼ੀ, ਅਖੰਡੇ ਦੀ ਪਾਹੁਲ ਬਖਸ਼ੀ, ਸ਼ੁਭ ਗੁਣ ਬਖਸ਼ੇ, ਤੇ ਅਜੇ ਵੀ ਕਹਿਣਾ ਤੇਰੇ 'ਚ ਗੁਣ ਕੋਈ ਨਹੀਂ। ਤੇ ਪ੍ਰੇਮ ਪੂਰਵਕ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਜਿਹੜੇ ਸਾਡੇ ਹਿਰਦੇ ਅਥਵਾ ਸਰੀਰ ਦੇ ਵਿੱਚ ਗੁਣ ਵੀ, ਇਹਨਾਂ ਦੇ ਮਾਲਕ ਅਸੀਂ ਥੋੜੇ ਆ, ਇਹ ਤਾਂ ਸਭ ਗੁਣ ਤੇਰੇ। ਇਹ ਤੇ ਤੁਸਾਂ ਨੇ ਸਾਨੂੰ ਆਪਣੇ ਦਰ ਦੇ ਭਿਖਾਰੀ ਜਾਣ ਕਰਕੇ ਹਿਰਦੇ ਰੂਪੀ ਝੋਲੀ ਵਿੱਚ ਪਾ ਦਿੱਤੇ। ਮਹਾਰਾਜ ਜੇ ਕੋਈ ਗੁਣ ਸਾਡੇ ਅੰਦਰ ਹੈ ਵੀ ਤੇ ਉਹ ਸਾਰੇ ਤੇਰੇ ਆਪ ਜੀ ਦੇ ਹੀ ਹਨ। ਰਹਾਉ ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਹਨ ਜੀ, ਪੰਜ ਬਿਖਾਦੀ ਏਕ ਗਰੀਬਾ। ਸੋ ਇਸ ਪ੍ਰਕਾਰ ਇਹ ਸਿੱਖਾਂ ਵੱਲੋਂ ਬੇਨਤੀ ਹੈ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਸੱਚੇ ਪਾਤਸ਼ਾਹ, ਇਹ ਜਿਹੜੇ ਪੰਜ ਭਾਵ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਇਹ ਬਿਖਾਦੀ ਬੜੇ ਬਖੇੜੇ ਪੈਦਾ ਕਰਨ ਵਾਲੇ ਨੇ, ਬੜਾ ਖੇਦ ਦੇਣ ਵਾਲੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਬਿਖਾਦੀ। ਸੋ ਬੜੇ ਬਖੇੜੇ ਪੈਦਾ ਕਰਨ ਵਾਲੇ ਨੇ, ਬੜੇ ਝਗੜੇ ਪੈਦਾ ਕਰਨ ਵਾਲੇ ਨੇ, ਬੜਾ ਖੇਦ ਦੁੱਖ ਦੇਣ ਵਾਲੇ ਨੇ, ਬੜਾ ਸਤਾਉਣ ਵਾਲੇ ਨੇ। ਮਹਾਰਾਜ ਬੜਾ ਤੰਗ ਕਰਦੇ ਨੇ। ਇੱਕ ਇਹ ਗਿਣਤੀ ਦੇ ਵਿੱਚ ਪੰਜ ਨੇ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਏਕ ਗਰੀਬਾ। ਮੈਂ ਗਰੀਬ ਵਿਚਾਰਾ ਕੱਲਾ ਹਾਂ, ਮੈਂ ਬਲ ਤੋਂ ਵੀ ਹੀਣ ਹਾਂ, ਗੁਣਾ ਤੋਂ ਵੀ ਹੀਣ ਹਾਂ। ਇਹ ਪੰਜੇ ਦੇ ਪੰਜੇ ਸ਼ਕਤੀਸ਼ਾਲੀ ਨੇ, ਫਿਰ ਹੈ ਵੀ ਗਿਣਤੀ ਵਿੱਚ ਜ਼ਿਆਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਪੰਜਾਂ ਦੀ ਪਕੜ ਵਿੱਚੋਂ ਮੈਂ ਕਿਵੇਂ ਛੁੱਟ ਜਾਵਾਂ, ਛੁੱਟਿਆ ਨਹੀਂ ਜਾਂਦਾ ਹੈ। ਗਰੀਬ ਨਿਵਾਜ ਸਾਡੇ ਪਾਸ ਤੇ ਬਲ ਨਹੀਂ ਕਿ ਅਸੀਂ ਬਚ ਜਾਈਏ, ਪਰ ਆਪ ਜੀ ਸਮਰੱਥ ਹੋ, ਰਾਖੋ ਰਾਖਨਹਾਰੇ। ਆਦ ਜੁਗਾਦ ਭਗਤਨ ਕਾ ਰਾਖਾ। ਗਰੀਬ ਨਿਵਾਜ ਆਦ ਦੇ ਸਮੇਂ ਤੋਂ ਜੁਗਾ ਜੁਗਾਂਤਰਾਂ ਤੋਂ ਭਗਤ ਜਨਾਂ ਦੀ ਰੱਖਿਆ ਕਰਦੇ ਆਏ ਹੋ। ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਦਰ ਦਾ ਅਦਨਾ ਜਿਹਾ ਸੇਵਕ ਜਾਣ ਕਰਕੇ ਸਾਡੀ ਵੀ ਰਖਵਾਲੀ ਕਰੋ। ਰੱਖਣਹਾਰ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਇਹਨਾਂ ਪੰਜ ਵਿਕਾਰਾਂ ਦੀ ਪਕੜ ਦੇ ਵਿੱਚੋਂ ਸਾਨੂੰ ਵੀ ਰੱਖ ਲੈਣਾ ਕਰੋ। ਇਸੇ ਪ੍ਰਕਾਰ ਸਾਧ ਸੰਗਤ ਜੀ, ਕਾਮ ਵੱਡਾ ਭਾਰੀ ਪ੍ਰਬਲ ਹੈ, ਜਿਸ ਨੇ ਮਹਾਦੇਵ ਤੇ ਬ੍ਰਹਮੇ ਨੂੰ ਵੀ ਦੁਖੀ ਕਰਕੇ ਰੱਖਿਆ, ਤੰਗ ਕਰਕੇ ਰੱਖਿਆ, ਉਹਨਾਂ ਨੂੰ ਵੀ ਕਲੰਕਿਤ ਕਰ ਦਿੱਤਾ। ਕ੍ਰੋਧ ਐਸਾ ਚੰਡਾਲ ਹੈ, ਭਾਵੇਂ ਕਿ ਦੁਰਭਾਸ਼ਾ ਰਿਖੀ ਜੀ ਕ੍ਰਿਸ਼ਨ ਭਗਵਾਨ ਜੀ ਦੇ ਬ੍ਰਹਮ ਵਿਦਿਆ ਦੇ ਗੁਰੂ ਨੇ, ਪਰ ਕ੍ਰੋਧ ਨੂੰ ਸ਼ਾਂਤ ਨਾ ਕਰ ਸਕੇ। ਬ੍ਰਹਮ ਰਿਖੀ ਹੋਣ ਦੇ ਬਾਵਜੂਦ ਵੀ ਕ੍ਰੋਧ ਦੇ ਅਧੀਨ ਰਹੇ।
ਤੇ ਜਿਸ ਵੇਲੇ ਦੁਰਬਾਸ਼ਾ ਰਿਖੀ ਜੀ ਦਾ ਵਿਆਹ ਹੋਇਆ ਨਾ, ਤੇ ਆਪ ਦੇ ਸਹੁਰਾ ਸਾਹਿਬ ਨੇ ਬੜੇ ਪ੍ਰੇਮ ਦੇ ਨਾਲ ਆਜਜ਼ੀ ਹੋ ਕਰਕੇ ਕਹਿਣਾ ਕੀਤਾ, ਦਾਮਾਦ ਜੀ ਮੇਰੀ ਧੀ ਬੜੇ ਲਾਡਾਂ ਦੇ ਨਾਲ ਪਾਲੀ ਹੋਈ ਏ, ਜੇ 100 ਗਲਤੀ ਵੀ ਕਰ ਦੇਵੇ ਤੇ ਤਾਂ ਵੀ ਮੁਆਫ ਕਰ ਦਿਓ ਜੇ। ਕਹਿਣ ਲੱਗਾ ਜੀ 7 ਵਚਨ। ਘਰ ਦੇ ਵਿੱਚ ਛੋਟੀ ਮੋਟੀ ਗਲਤੀ ਵੀ ਹੋ ਜਾਣੀ ਤੇ ਇਸਨੇ ਗਿਣਦੇ ਰਹਿਣਾ ਅੱਜ ਕਿੰਨੀਆਂ ਗਲਤੀਆਂ ਹੋ ਗਈਆਂ। ਤੇ ਸਾਧ ਸੰਗਤ ਜੀ ਜਦੋਂ ਸਮਾਂ ਪਾ ਕਰਕੇ 100 ਗਲਤੀਆਂ ਪੂਰੀਆਂ ਹੋ ਗਈਆਂ ਨਾ, ਤੇ ਫਿਰ ਅਗਲੀ ਗਲਤੀ ਹੋਈ ਤੇ ਨਾਲ ਹੀ ਸ਼ਰਾਪ ਦੇ ਕਰਕੇ ਭਸਮ ਕਰ ਦੇਣਾ ਕੀਤਾ। ਐਸਾ ਕ੍ਰੋਧ ਵਾਲਾ ਸੀ ਜੀ, ਸਹੁਰਾ ਸਾਹਿਬ ਨੇ 100 ਗਲਤੀ ਮੁਆਫ ਕਰਨ ਵਾਸਤੇ ਆਖਿਆ, 100 ਹੀ ਕਰਨੀ ਹੈ, ਵੱਧ ਨਹੀਂ। ਐਸਾ ਕ੍ਰੋਧ ਦੇ ਸਹਿਤ ਹੋਇਆ, ਆਪਣੀ ਘਰਵਾਲੀ ਨੂੰ ਵੀ ਬਖਸ਼ਿਆ ਨਹੀਂ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਾ ਕਰਦੇ ਨੇ। ਇਹ ਜਿਹੜੇ 5 ਵਿਕਾਰ ਨੇ ਮਹਾਪ੍ਰਬਲ ਨੇ, ਇਹਨਾਂ ਨੇ ਜਤੀਆਂ ਦੇ ਜਤ ਨਹੀਂ ਛੱਡੇ, ਤਪੀਆਂ ਦੇ ਤਪ ਨਹੀਂ ਛੱਡੇ, ਦੇਵਤਿਆਂ ਨੂੰ ਕਲੰਕੀ ਕਰ ਦਿੱਤਾ, ਦੈਂਤ ਇਹਨਾਂ ਨੇ ਰਾਣ ਦਿੱਤੇ। ਇਹ ਬੜੇ ਪ੍ਰਬਲ ਨੇ। ਇਸੇ ਪ੍ਰਕਾਰ ਲੋਭ ਦੇ ਵਸ ਹੋਏ ਰਿਖੀ ਵਿਸ਼ਵਾਮਿੱਤਰ ਜੀ, ਭਾਵੇਂ ਕਿ ਰਾਮਚੰਦਰ ਜੀ ਦੇ ਸ਼ਾਸਤਰ ਵਿਦਿਆ ਦੇ ਉਸਤਾਦ ਨੇ, ਪਰ ਜਿਸ ਵੇਲੇ ਰਾਜਾ ਤਰਸ਼ੰਕੂ ਇਹਨਾਂ ਨੇ ਵਸ਼ਿਸ਼ਟ ਜੀ ਨੂੰ ਗੁਰੂ ਧਾਰਨ ਕਰ ਲੈਣਾ ਕੀਤਾ ਤੇ ਬੜਾ ਗੁੱਸਾ ਕਰਨ ਦੇ ਕਰਕੇ, ਲੋਭ ਦੇ ਵਿੱਚ ਆ ਕਰਕੇ ਰਾਜੇ ਹਰੀਸ਼ ਚੰਦ ਦੇ ਨਾਲ ਐਸਾ ਵੈਰ ਕਮਾਇਆ, ਖਜ਼ਾਨੇ ਸਾਰੇ ਖਾਲੀ ਕਰ ਦਿੱਤੇ, ਉਸ ਨੂੰ ਮੰਡੀ ਵਿੱਚ ਵਿਕਵਾ ਦਿੱਤਾ, ਘਰ ਵਾਲੀ ਵੀ ਵਿਕ ਗਈ, ਪੁੱਤਰ ਵੀ ਵਿਕ ਗਿਆ। ਇਸ ਤੋਂ ਪਹਿਲਾਂ ਵੀ ਸੂਅਰ ਬਣ ਕੇ ਉਸ ਦੇ ਬਾਗ ਇਤਿਆਦਿ ਕੋ ਜਾੜ ਦਿੱਤੇ। ਲੋਭ ਦੇ ਵਸ ਕੇ ਇਸ ਦਾ ਪਿਤਾ ਤਰਸ਼ੰਕੂ ਜੇ ਮੈਨੂੰ ਗੁਰੂ ਮੰਨਦਾ ਸੀ ਤੇ ਇਹ ਮੈਨੂੰ ਗੁਰੂ ਕਿਉਂ ਨਹੀਂ ਮੰਨਦਾ, ਦੁਰਦਸ਼ਾ ਕਰ ਦੇਣਾ ਕੀਤੀ, ਮੈਨੂੰ ਗੁਰੂ ਧਾਰਨ ਕਰਨਾ ਕਰੇ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਮੋਹ ਹੈ, ਵੇਦ ਵਿਆਸ ਰਿਖੀ ਜੀ ਵਰਗੇ ਉਹਨਾਂ ਨੂੰ ਵੀ ਨਹੀਂ ਛੱਡਿਆ। ਸੋ ਜਿਸ ਵੇਲੇ ਆਪਣੇ 100 ਪੁੱਤਰਾਂ ਦਾ ਮਰਨਾ ਸੁਣਿਆ ਨਾ, ਤੇ ਗਲ ਦੇ ਵਿੱਚ ਫਾਹੀ ਪਾ ਕਰਕੇ ਬਿਆਸਾ ਦਰਿਆ ਦੇ ਵਿੱਚ ਡੁੱਬ ਕਰਕੇ ਮਰਨ ਲੱਗਾ ਸੀ, ਤੇ ਬਿਆਸਾ ਦਰਿਆ ਨੇ ਰਿਖੀ ਜਾਣ ਕਰਕੇ ਡੋਬਿਆ ਨਹੀਂ, 100 ਧਾਰਾ ਬਣ ਕੇ ਵਹਿ ਤੁਰਿਆ। ਤਾਂ ਹੀ ਉਸ ਦਾ ਨਾਮ ਸਤੁਦ੍ਰਵ ਹੈ। ਸਤੁਦ ਦਾ ਅਰਥ 100 ਹੈ, ਦਰਵ ਧਾਰਾ ਬਣ ਕੇ ਵਹਿਣਾ। ਰਿਖੀ ਜਾਣ ਕਰਕੇ ਡੋਬਿਆ ਨਹੀਂ। ਸਤਲੁਜ ਵਿੱਚ ਡੁੱਬਣ ਦਾ ਯਤਨ ਕੀਤਾ ਤਾਂ ਵੀ ਡੋਬਿਆ ਨਹੀਂ। ਫਿਰ ਆਕਾਸ਼ਬਾਣੀ ਹੋਈ, ਕਿਉਂ ਮਰਦਾ ਹੈ? ਕਹਿਣ ਲੱਗਾ ਜੀ ਮੇਰੇ 100 ਹੀ ਜਿਹੜੇ ਪੁੱਤਰ ਸਨ ਉਹ ਮਾਰ ਦਿੱਤੇ ਗਏ ਨੇ, ਕਤਲ ਕਰ ਦਿੱਤੇ ਗਏ, ਹੁਣ ਪੁੱਤਰਾਂ ਤੋਂ ਬਿਨਾਂ ਮੇਰਾ ਜਿਉਣਾ ਕਾਹਦਾ ਹੈ? ਤੇ ਫਿਰ ਆਕਾਸ਼ਬਾਣੀ ਹੋਈ, ਤੇਰੇ ਘਰ ਦੇ ਵਿੱਚ ਇੱਕ ਹੋਰ ਪੁੱਤਰ ਜਨਮ ਲਵੇਗਾ, ਤੇਰੀ ਬੰਸ ਚੱਲੇਗੀ, ਤੂੰ ਮਰਨਾ ਨਾ ਕਰ। ਇਸ ਪ੍ਰਕਾਰ ਬ੍ਰਹਮ ਰਿਖੀ ਹੋਣ ਦੇ ਬਾਵਜੂਦ ਹੀ ਮੋਹ ਤੋਂ ਬਚ ਨਹੀਂ ਸਕੇ। ਤੇ ਹੰਕਾਰ ਸਾਰੇ ਜਾਣਦੇ ਆ। ਰਾਵਣ ਵਰਗਿਆਂ ਨੂੰ, ਹਰਨਾਕਸ਼ ਵਰਗਿਆਂ ਨੂੰ, ਰਾਵਣ ਵਰਗਿਆਂ ਨੂੰ, ਉਸ ਦੇ ਪੁੱਤ ਜੋ ਮਾਸੀ ਦਾ ਪੁੱਤ ਹੈ ਮਹਾਰਾਵਣ ਵਰਗਿਆਂ ਨੂੰ ਸਭਨਾਂ ਨੂੰ ਖੁਆਰ ਕਰਨਾ ਕੀਤਾ ਹੈ। ਦੁਰਯੋਧਨ ਵਰਗਿਆਂ ਨੂੰ ਖੁਆਰ ਕਰ ਦਿੱਤਾ ਹੈ। ਤੇ ਫਿਰ ਵੱਡੇ ਭਾਰੀ ਜੰਗ ਦੇ ਵਿੱਚ ਦੁਰਯੋਧਨ ਕਾ ਮਥਿਆ ਮਾਨ, ਜਿਹੜਾ ਮਾਨ ਹੰਕਾਰ ਸੀ, ਉਹ ਕ੍ਰਿਸ਼ਨ ਭਗਵਾਨ ਜੀ ਨੇ ਪਾਂਡਵਾਂ ਦੀ ਜਿੱਤ ਕਰਵਾ ਕਰਕੇ ਤੇ ਦੁਰਯੋਧਨ ਦੇ ਮਾਨ ਹੰਕਾਰ ਨੂੰ ਤੋੜਨਾ ਕੀਤਾ ਹੈ। ਹੰਕਾਰਿਆ ਸੋ ਮਾਰਿਆ। ਇਹ 5 ਵਿਕਾਰ ਹੀ ਐਸੇ ਨੇ, ਦੇਵਤਿਆਂ ਨੂੰ ਨਹੀਂ ਛੱਡਿਆ, ਬ੍ਰਹਮ ਰਿਖੀਆਂ ਨੂੰ ਨਹੀਂ ਛੱਡਿਆ, ਅਤਰਥੀ ਮਹਾਬਲੀ ਯੋਧਿਆਂ ਨੂੰ, ਸੂਰਮਿਆਂ ਨੂੰ ਇਸਨੇ ਨਹੀਂ ਛੱਡਿਆ। ਤੇ ਮਹਾਰਾਜ ਅਸੀਂ ਤੇ ਹੈ ਹੀ ਬੜੇ ਗਰੀਬ ਆ, ਸਾਡੇ ਵਿੱਚ ਤਾਂ ਬਾਲੀ ਕੋਈ ਨਹੀਂ, ਸਾਡੇ ਵਿੱਚ ਤਾਂ ਤਾਣੀ ਕੋਈ ਨਹੀਂ। ਸੱਚੇ ਪਾਤਸ਼ਾਹ ਅਸੀਂ ਇਹਨਾਂ 5 ਤੋਂ ਕਿਵੇਂ ਬਚ ਜਾਈਏ? ਇਹ ਤੇ ਇੱਕ ਇੱਕ ਔਗਣ ਜਿਸ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ, ਤਿੰਨਾਂ ਦਾ ਸਰਵਨਾਸ਼ ਕਰ ਦਿੱਤਾ। ਖਾਣੀਆਂ ਦੀਆਂ ਖਾਣੀਆਂ ਇਸੇ ਪ੍ਰਕਾਰ ਜਿਹੜੀਆਂ ਸਨ ਉਹ ਸੈਨਾ ਦੀਆਂ ਨਾਸ਼ ਕਰ ਦਿੱਤੀਆਂ। ਸ਼ੂਣੀਆਂ ਦੀਆਂ ਸ਼ੂਣੀਆਂ ਨੇ ਕੋਈ ਬਲ ਨਹੀਂ। ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਨੇ ਨਾ ਸੂਖਸ਼ਮ 5 ਹੋਰ ਵਿਕਾਰ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਤੋਂ ਭਾਵ ਹੁੰਦਾ ਬੋਲ, ਬਾਣੀ। ਜੋ ਵੀ ਕੋਈ ਪ੍ਰਾਣੀ ਮੁਖ ਦੇ ਵਿੱਚੋਂ ਬੋਲਦਾ ਇਸ ਨੂੰ ਬਾਣੀ ਆਖਿਆ ਜਾਂਦਾ ਹੈ। ਤੇ ਇਸ ਪ੍ਰਕਾਰ ਬਾਣੀ ਸੁਣ ਕੇ, ਸ਼ਬਦ ਸੁਣ ਕਰਕੇ ਪ੍ਰਸੰਨ ਹੋਣਾ, ਗੰਦੇ ਗੀਤ ਟੱਪੇ ਬੋਲੀਆਂ ਸੁਣਨਾ, ਇਹ ਸ਼ਬਦ ਹੈ। ਇਸੇ ਪ੍ਰਕਾਰ ਇਹ ਸ਼ਬਦ ਗੁਰ ਸ਼ਬਦ ਨਹੀਂ, ਉਪਦੇਸ਼ ਵਾਲਾ ਗੁਰ ਸ਼ਬਦ ਨਹੀਂ, ਇਹ ਵਿਕਾਰ ਵਾਲਾ ਸ਼ਬਦ, ਵਿਕਾਰ ਵਾਲੀ ਬਾਣੀ ਹੈ। ਬਾਣੀ ਕੋਈ ਇੱਕ ਪ੍ਰਕਾਰ ਦੀ ਥੋੜੀ ਹੈ, ਮਨ ਦੀ ਬਾਣੀ ਹੈ। ਮਨ ਹਰ ਵੇਲੇ ਬੋਲਦਾ ਰਹਿੰਦਾ, ਇਹ ਮਨ ਦੀ ਬਾਣੀ ਹੈ। ਜਗਤ ਦੇ ਲੋਕ ਗੱਲਾਂ ਬਾਤਾਂ ਕਰਦੇ ਨੇ, ਇਹ ਜਗ ਬਾਣੀ ਹੈ। ਇਸੇ ਪ੍ਰਕਾਰ ਕੂੜ ਦੀ ਬਾਣੀ ਹੈ, ਜੋ ਹਰ ਵੇਲੇ ਝੂਠ ਬੋਲਦੇ ਨੇ। ਸੋ ਇਸੇ ਪ੍ਰਕਾਰ ਕੌੜੀ ਬਾਣੀ ਹੈ, ਜਿਹੜੇ ਗਾਲੀ ਗਲੋਚ ਕਰਨਾ, ਅਪਵਿੱਤਰ ਬਾਣੀ ਹੈ, ਫਿੱਕੀ ਬਾਣੀ ਹੈ। ਮਿੱਠੀ ਬਾਣੀ ਹੈ, ਪਿਆਰ ਦੇ ਸਹਿਤ ਮਿੱਠੇ ਬੋਲ ਬੋਲਣੇ ਨੇ। ਵੇਦ ਬਾਣੀ ਹੈ, ਸ਼ਾਸਤਰ ਬਾਣੀ ਹੈ, ਗਿਆਨ ਦੇ ਸਹਿਤ ਹੈ। ਪਰ ਸਭਨਾਂ ਤੋਂ ਸਿਰਮਾਉਰ ਗੁਰਬਾਣੀ ਹੈ।
ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਰ ਜਿਹੜੀ ਕੇਵਲ ਤਾਂ ਕੇਵਲ ਲੋਕਾਂ ਦੀ ਬਾਣੀ ਏ, ਜਗ ਜਗਤ ਦੇ ਵਿੱਚ ਬੋਲੀ ਜਾਣ ਵਾਲੀ ਬਾਣੀ ਏ, ਆਪਣੀ ਉਸਤਤ ਸੁਣ ਕਰਕੇ, ਵਡਿਆਈ ਸੁਣ ਕਰਕੇ ਖੁਸ਼ ਹੋਣਾ, ਪ੍ਰਸੰਨ ਹੋਣਾ, ਗੰਦੇ ਗੀਤ ਇਤਿਆਦਿਕ ਸੁਣਨੇ, ਜਿਸ ਦੇ ਕੰਨਾਂ ਨੂੰ ਇਹ ਸ਼ਬਦ ਦਾ ਰਸ ਲੱਗ ਗਿਆ ਨਾ, ਉਸ ਨੂੰ ਇਹ ਖਤਮ ਕਰ ਦਿੰਦਾ ਹੈ। ਜਿਹੜਾ ਔਗਣਾ ਵਾਲੇ ਬੋਲਾਂ ਨੂੰ ਸੁਣਨ ਵਿੱਚ ਗਲਤਾਨ ਹੋ ਗਿਆ, ਫਿੱਕੇ ਭੈੜੇ ਲੱਜਤ ਬੋਲਾਂ ਨੂੰ ਸੁਣਨ ਵਿੱਚ ਗਲਤਾਨ ਹੋ ਗਿਆ, ਸ਼ੁਭ ਗੁਣਾ ਤੋਂ ਹੀਣਾ ਹੋ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਹਰਨ ਦੇਣਾ ਕਰਦੇ ਨੇ, ਜਿਹੜਾ ਹਿਰਨ ਹੈ ਨਾ, ਘੰਡੇ ਹੇੜੇ ਦਾ ਸ਼ਬਦ ਸੁਣਨੇ ਦਾ, ਆਵਾਜ਼ ਸੁਣਨੇ ਦਾ ਇਸ ਨੂੰ ਚਸਕਾ ਪੈ ਗਿਆ। ਸ਼ਿਕਾਰੀ ਲੋਕ ਆ ਕਰਕੇ ਜੰਤਰ ਦੇ ਵਿੱਚੋਂ ਆਵਾਜ਼ ਕੱਢਣਾ ਕਰਦੇ ਨੇ, ਘੰਡੇ ਹੇੜੇ ਦੀ ਆਵਾਜ਼। ਤੇ ਜਿਹੜਾ ਹਿਰਨ ਹੈ, ਆਵਾਜ਼ ਨੂੰ ਸੁਣ ਕਰਕੇ, ਉਸ ਨਾਦ ਨੂੰ ਸੁਣ ਕਰਕੇ, ਸ਼ਬਦ ਨੂੰ ਸੁਣ ਕਰਕੇ ਦੌੜਿਆ ਹੋਇਆ ਆਉਂਦਾ ਹੈ। ਘੰਡੇ ਹੇੜੇ ਦੇ ਉੱਪਰ ਆਪਣਾ ਕੰਨ ਰੱਖ ਕੇ ਸੁਣਨ ਵਿੱਚ ਐਸਾ ਮਸਤ ਹੋ ਜਾਂਦਾ ਹੈ, ਸ਼ਿਕਾਰੀ ਲੋਕ ਇਸ ਨੂੰ ਫੜ ਲੈਂਦੇ ਨੇ, ਮਾਰ ਦਿੰਦੇ ਨੇ, ਪਰ ਘੰਡੇ ਹੇੜੇ ਤੋਂ ਸਿਰ ਨਹੀਂ ਚੁੱਕਦਾ। ਸਿਰਫ ਸ਼ਬਦ ਦਾ ਰਸ ਲੱਗਿਆ, ਚਸਕਾ ਲੱਗਿਆ ਤੇ ਹਿਰਨ ਮਾਰਿਆ ਗਿਆ। ਤੇ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ਼, ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਇਹਨਾਂ ਪੰਜਾਂ ਨੂੰ ਇੱਕ ਇੱਕ ਰੋਗ ਲੱਗ ਗਿਆ ਤੇ ਪੰਜੇ ਵਿਨਾਸ਼ ਹੋ ਗਏ। ਹਿਰਨ ਨੂੰ ਘੰਡੇ ਹੇੜੇ ਦਾ, ਮ੍ਰਿਗ ਮੀਨ, ਤੇ ਜਿਹੜੀ ਮੀਨ ਹੈ ਉਸ ਨੂੰ ਚਸਕਾ ਕਾਹਦਾ ਹੈ? ਜ਼ੁਬਾਨ ਦਾ। ਫੰਦਕ ਲੋਕ ਕੁੰਡੀ ਦੇ ਵਿੱਚ ਗੰਡੋਆ ਇਤਿਆਦਿਕ ਮਾਸ ਦਾ ਟੁਕੜਾ ਲਾਉਂਦੇ ਨੇ, ਮਛਲੀ ਖਾਣ ਵਾਸਤੇ ਅੱਗੇ ਆਉਂਦੀ ਹੈ, ਜਦੋਂ ਮੂੰਹ ਦੇ ਵਿੱਚ ਪਾਉਂਦੀ ਤੇ ਸ਼ਿਕਾਰੀ ਲੋਕ ਕੁੰਡੀ ਖਿੱਚ ਦਿੰਦੇ ਨੇ, ਉਸ ਦਾ ਮੂੰਹ ਪਾਟ ਜਾਂਦਾ, ਕੁੰਡੀ ਉਸ ਦੇ ਮੂੰਹ ਵਿੱਚ ਫਸ ਜਾਂਦੀ ਏ, ਮੱਛੀ ਪਕੜੀ ਜਾਂਦੀ ਏ। ਜ਼ੁਬਾਨ ਦੇ ਚਸਕੇ ਕਾਰਨ ਮਾਸ ਖਾਣ ਆਈ ਪਰ ਆਪ ਮਾਰੀ ਗਈ। ਇਸੇ ਪ੍ਰਕਾਰ ਜ਼ੁਬਾਨ ਦੇ ਚਸਕੇ ਵਾਲੇ ਲੋਭੀ ਜੰਤ ਨਾ ਜਾਣਈ, ਭਖ ਅਭਖ ਸਭ ਖਾਏ, ਸ਼ੁਭ ਗੁਣਾ ਤੋਂ ਰਹਿਤ ਹੋ ਜਾਂਦੇ ਨੇ ਤੇ ਔਗਣਾ ਵਿੱਚ ਲੱਗ ਕਰਕੇ ਆਪਣਾ ਵਿਨਾਸ਼ ਆਪ ਕਰ ਲੈਂਦੇ ਨੇ। ਜੜ ਆਪਣੀ ਆਪ ਉਪਾੜੀ ਹੈ। ਸ਼ਰਾਬ ਇਤਿਆਦਿਕ ਨਾ ਖਾਣ ਯੋਗ ਚੀਜ਼ਾਂ ਨੂੰ ਵੀ ਖਾਂਦੇ ਨੇ, ਰਿਹਾ ਨਹੀਂ ਜਾਂਦਾ ਜੀ। ਇਸ ਪ੍ਰਕਾਰ ਉਹਨਾਂ ਦਾ ਕਹਿਣਾ ਹੈ। ਮ੍ਰਿਗ ਮੀਨ ਭ੍ਰਿੰਗ, ਭ੍ਰਿੰਗ ਨਾਮ ਭੰਬਟ ਦਾ ਹੈ, ਜੋ ਦੀਵੇ ਦੀ ਲਾਟ ਦੇ ਉੱਪਰ ਪਰਵਾਨਾ ਸੜ ਮਰਦਾ ਹੈ, ਸ਼ਮਾ ਦੇ ਉੱਪਰ ਸੜ ਮਰਦਾ ਹੈ। ਉਸ ਨੂੰ ਲਾਲ ਰੰਗ ਵੇਖਣ ਦਾ ਬੜਾ ਸ਼ੌਕ ਹੈ। ਦੀਵੇ ਦੀ ਲਾਟ, ਮੋਮਬੱਤੀ ਦੀ ਲਾਟ, ਅੱਗ ਜਲਦੀ ਬੜੀ ਸੋਹਣੀ ਲੱਗਦੀ ਏ। ਤੇ ਉਸ ਸੋਹਣੀ ਲਾਟ ਨੂੰ ਬਲਣ ਵਾਸਤੇ ਏਡਾ ਵੇਖਣ ਵਿੱਚ ਮਸਤ ਹੋਇਆ ਸੜ ਕੇ ਮਰ ਜਾਂਦਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਰਾਇਆ ਰੂਪ ਦੇਖਣਾ, ਪਰਾਇਆ ਧਨ ਦੇਖ ਕਰਕੇ ਐਸਾ ਮਸਤ ਹੋਣਾ, ਆਪਣੇ ਸ਼ੁਭ ਗੁਣਾਂ ਨੂੰ ਨਾਸ ਕਰ ਲੈਣਾ ਤੇ ਵਿਕਾਰੀ ਹੋ ਕਰਕੇ ਆਤਮਿਕ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ ਤੇ ਸਰੀਰ ਕਰਕੇ ਵੀ ਏਡਸ ਵਰਗੇ ਰੋਗਾਂ ਦੇ ਨਾਲ ਦੁਖੀ ਹੋ ਕਰਕੇ ਮਰਦਾ ਹੈ। ਇਹ ਭੰਬਟ ਵਾਲਾ ਪਰਾਇਆ ਰੂਪ ਧਨ ਦੇਖਣੇ ਦਾ ਜੀਵ ਨੂੰ ਔਗਣ ਲੱਗਾ ਹੋਇਆ ਹੈ। ਇਸੇ ਪ੍ਰਕਾਰ ਪਤੰਗ ਕੁੰਚਰ, ਪਤੰਗ ਕਹਿਣਾ ਕਰੀਏ ਜੋ ਕਮਲ ਇਤਿਆਦਿਕ ਦੀ ਸੁਗੰਧੀ ਲੈਣ ਵਾਸਤੇ ਆਉਣਾ ਕਰਦਾ ਹੈ ਜੀਵ, ਭੌਰਾ ਜੋ ਹੈ, ਤੇ ਉਸ ਦੀ ਕਮਲ ਦੀ ਸੁਗੰਧੀ ਨੂੰ ਮਾਨਣ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ। ਜਦੋਂ ਸੂਰਜ ਢਲਦਾ ਏ, ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਖੁਸ਼ਬੂ ਲੈਣ ਆਇਆ, ਇਹ ਜਿਹੜਾ ਭਵਰਾ ਐਸਾ ਮਸਤ ਹੋਇਆ ਹੁੰਦਾ, ਫੁੱਲ ਚੋਂ ਉੱਡਦਾ ਹੀ ਨਹੀਂ, ਫੁੱਲ ਬੰਦ ਹੁੰਦਾ ਤੇ ਵਿੱਚ ਹੀ ਰਹਿ ਜਾਂਦਾ ਹੈ। ਸਵੇਰੇ ਫੁੱਲਾਂ ਦਾ ਰਸ ਅਥਵਾ ਤੇਲ ਕੱਢਣ ਵਾਲੇ ਤੇਲੀ ਲੋਕ ਆਉਂਦੇ ਨੇ, ਫੁੱਲਾਂ ਨੂੰ ਤੋੜ ਕਰਕੇ ਲਿਜਾਂਦੇ ਨੇ, ਫੁੱਲਾਂ ਦਾ ਰਸ ਕੱਢਦੇ ਨੇ ਤੇ ਇਹਦਾ ਰਸ ਵੀ ਵਿੱਚੇ ਹੀ ਨਿਕਲ ਜਾਂਦਾ ਹੈ। ਇਸ ਪ੍ਰਕਾਰ ਖੁਸ਼ਬੂ ਸੁਗੰਧੀ ਨੂੰ ਲੈਣ ਵਾਸਤੇ ਆਇਆ ਆਪਣੀ ਜਾਨ ਗਵਾ ਬੈਠਦਾ ਹੈ। ਤੇ ਕੁੰਚਰ ਤੋਂ ਭਾਵ ਹੈ ਹਾਥੀ। ਜੀਵ ਵੀ ਸੋਹਣੀਆਂ ਸੋਹਣੀਆਂ ਸੁਗੰਧੀਆਂ, ਪਕਵਾਨਾਂ ਦੀਆਂ ਸੁਗੰਧੀਆਂ, ਪਰਫਿਊਮ ਦੀਆਂ ਸੁਗੰਧੀਆਂ ਐਸਾ ਮਸਤ ਹੁੰਦਾ ਹੈ, ਸੁਗੰਧੀਆਂ ਦੇ ਵਿੱਚ ਹੀ ਮਸਤ ਹੋਇਆ ਹੋਇਆ। ਜਿਵੇਂ ਮਕਰੰਦ ਰਸ ਨੂੰ ਮਾਣਨ ਵਾਸਤੇ ਭਵਰਾ ਆਉਂਦਾ ਹੈ, ਪਦਾਰਥਾਂ ਦੇ ਰਸ ਮਾਣਦਾ ਹੈ, ਵਿਸ਼ਿਆਂ ਦੇ ਰਸ ਮਾਣਦਾ, ਐਸਾ ਗੁਲਤਾਨ ਹੁੰਦਾ ਹੈ। ਕਦੋਂ ਜ਼ਿੰਦਗੀ ਲੰਘ ਜਾਂਦੀ ਏ ਖਬਰ ਹੀ ਨਹੀਂ ਹੁੰਦੀ। ਛੇਨ ਛੇਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਅੱਜ ਕਰਦਿਆਂ, ਕੱਲ ਕਰਦਿਆਂ, ਇੱਕ ਇੱਕ ਦਿਨ ਕਰਦਿਆਂ ਸਾਰੀ ਉਮਰਾਂ ਵਿਹਾ ਲੈਂਦਾ ਹੈ। ਤੇ ਭਗਤ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਪੰਜਵਾਂ ਹੈ ਹਾਥੀ ਕੁੰਚਰ। ਜਿਹੜਾ ਕੁੰਚਰ ਹੈ ਇਹ ਕਾਮੀ ਬੜਾ ਹੁੰਦਾ ਹੈ। ਕਾਮ ਰੋਗ ਕੁੰਚਰ ਕਉ ਦੀਨਾ। ਹਜ਼ੂਰ ਫਰਮਾਵਣਾ ਕਰਦੇ ਨੇ, ਕਾਮ ਦਾ ਵੱਡਾ ਭਾਰੀ ਰੋਗ ਪ੍ਰਮਾਤਮਾ ਜੀ ਨੇ ਹਾਥੀ ਨੂੰ ਲਾਉਣਾ ਕੀਤਾ ਹੈ। ਹੱਥਨੀ ਦੇ ਨਾਲ ਸਪਰਸ਼ ਕਰਨ ਦਾ ਐਸਾ ਕਾਮੀ ਹੁੰਦਾ ਹੈ। ਜਿਹੜੇ ਇਸ ਨੂੰ ਫੜਨ ਵਾਲੇ ਸ਼ਿਕਾਰੀ ਲੋਕ ਨੇ ਵੱਡਾ ਭਾਰੀ ਟੋਆ ਪੁੱਟਦੇ ਨੇ, ਉੱਪਰ ਕਾਨਿਆ ਇਤਿਆਦਿਕ ਦੀ ਛੱਤ ਪਾ ਕਰਕੇ ਕੱਖ ਕਾਨ ਉੱਪਰ ਸੁੱਟ ਦਿੰਦੇ ਨੇ ਤੇ ਕਾਗਜ਼ਾਂ ਦੀ ਹੱਥਨੀ ਬਣਾ ਕਰਕੇ ਉੱਪਰ ਖੜੀ ਕਰ ਦਿੰਦੇ ਨੇ। ਕਾਮ ਦਾ ਮਾਰਿਆ ਸਪਰਸ਼ ਕਰਨ ਵਾਸਤੇ ਜਦੋਂ ਨੇੜੇ ਆਉਂਦਾ, ਟੋਏ ਵਿੱਚ ਡਿੱਗ ਪੈਂਦਾ
ਫਿਰ ਉਹ ਸ਼ਿਕਾਰੀ ਲੋਕ ਕਈ ਦਿਨ ਇਸ ਨੂੰ ਟੋਏ ਦੇ ਵਿੱਚ ਪਿਆ ਰਹਿਣ ਦਿੰਦੇ ਨੇ, ਭੁੱਖਾ ਪਿਆਸਾ ਰੱਖਦੇ ਨੇ, ਫਿਰ ਆਪਣੀ ਬੋਲੀ ਇਸ ਨੂੰ ਸਿਖਾਉਂਦੇ ਨੇ, ਆਪਣੇ ਅਧੀਨ ਕਰਕੇ ਗੁਲਾਮ ਬਣਾ ਕਰਕੇ ਫਿਰ ਟੋਏ ਦੇ ਵਿੱਚੋਂ ਕੱਢ ਕਰਕੇ ਲੈ ਕੇ ਆਉਂਦੇ ਨੇ। ਇਸ ਦੇ ਉੱਪਰ ਅਸਵਾਰੀ ਕਰਦੇ ਨੇ, ਧੌਣ ਤੇ ਬੈਠਦਾ ਮਹਾਵਤ। ਫਿਰ ਹਾਥੀ ਆਪਣੀ ਮਰਜ਼ੀ ਨਹੀਂ ਕਰ ਸਕਦਾ, ਜ਼ਰਾ ਜਿੰਨੀ ਮਰਜ਼ੀ ਕਰਨ ਲੱਗੇ ਤੇ ਧੌਣ ਦੇ ਵਿੱਚ ਵੱਡਾ ਭਾਰੀ ਕੁੰਡਾ ਲੋਹੇ ਦਾ ਵੱਜਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਸੇ ਪ੍ਰਕਾਰ ਜਿਹੜਾ ਕਾਮੀ ਜੀਵ ਹੈ ਨਾ, ਕਾਮ ਦੇ ਵੱਸ ਹੋਇਆ ਰਹਿੰਦਾ ਹੈ ਤੇ ਵਿਕਾਰਾਂ ਰੂਪੀ ਕੁੰਡਾ ਸਦਾ ਹੀ ਇਸ ਦੀ ਧੌਣ ਦੇ ਵਿੱਚ ਵੱਜਦਾ ਹੈ। ਇਹ ਫਿਰ ਵਿਕਾਰਾਂ ਤੋਂ ਆਜ਼ਾਦ ਨਹੀਂ ਹੋ ਪਾਉਂਦਾ ਹੈ। ਤੇ ਭਗਤ ਰਵਿਦਾਸ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਪੰਜਾਂ ਨੂੰ ਇੱਕ ਇੱਕ ਦੋਸ਼ ਨੇ, ਇੱਕ ਇੱਕ ਔਗਣ ਨੇ ਨਾਸ਼ ਕਰ ਦਿੱਤਾ ਹੈ। ਪੰਚ ਦੋਖ ਅਸਾਧ ਜਾਮ ਹੈ ਤਾਕੀ ਕੇਤਕ ਆਸ। ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜੇ ਹੀ ਅਸਾਧ ਔਗਣ, ਪੰਜੇ ਹੀ ਅਸਾਧ ਰੋਗ ਜਿਸ ਪ੍ਰਾਣੀ ਨੂੰ ਲੱਗ ਗਏ, ਫਿਰ ਜਿਹਨੂੰ ਪੰਜੇ ਲੱਗ ਗਏ ਉਹਦੇ ਬਚਣ ਦੀ ਕਾਹਦੀ ਆਸ ਹੈ? ਉਹਦਾ ਬਚਣਾ ਫਿਰ ਅਸੰਭਵ ਹੋ ਜਾਂਦਾ ਹੈ। ਤੇ ਇਹਨਾਂ ਤੋਂ ਬਚਣ ਵਾਸਤੇ ਆਪਣਾ ਬਲ ਆਪਣਾ ਯਤਨ ਤੇ ਕੋਈ ਚੱਲਦਾ ਨਹੀਂ। ਕੇਵਲ ਤਾਂ ਕੇਵਲ ਸਤਿਗੁਰੂ ਜੀ ਦੀ ਸਿੱਖਿਆ ਦੇ ਅਨੁਸਾਰ ਇੱਕੋ ਹੀ ਉਪਾਅ ਬਾਕੀ ਬਚਦਾ ਹੈ, ਅਰਦਾਸ ਕਰਨੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਰਾਖ ਪਿਤਾ ਪ੍ਰਭ ਮੇਰੇ। ਹੇ ਮੇਰੇ ਪਰਮ ਪਿਤਾ ਪ੍ਰਮਾਤਮਾ ਜੀ, ਪ੍ਰਮਾਤਮਾ ਜੀ ਸਰਗੁਣ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿਰਪਾਲਤਾ ਕਰਕੇ ਸਾਨੂੰ ਇਹਨਾਂ ਵਿਕਾਰਾਂ ਤੋਂ ਰੱਖ ਲਓ। ਇਹ ਜਿਹੜੇ ਪੰਜੇ ਵਿਕਾਰ ਨੇ, ਪੰਜ ਵਿਖਾਦੀ ਬੜੇ ਝਗੜਾਲੂ ਨੇ, ਬੜਾ ਬਖੇੜਾ ਪਾਉਣ ਵਾਲੇ ਨੇ, ਬੜੇ ਦੁਖਦਾਈ ਨੇ, ਬੜਾ ਦੁੱਖ ਦਿੰਦੇ ਨੇ, ਬੜਾ ਖੇਦ ਦੇਣ ਵਾਲੇ ਨੇ। ਏਕ ਗਰੀਬਾ ਮਹਾਰਾਜ, ਮੈਂ ਗਰੀਬ ਵਿਚਾਰਾ ਨਿਮਾਣਾ ਕੱਲਾ ਹਾਂ, ਪੰਜਾਂ ਦਾ ਮੁਕਾਬਲਾ ਮੇਰੇ ਪਾਸੋਂ ਨਹੀਂ ਹੋ ਆਉਂਦਾ ਹੈ। ਰਾਖੋ ਰਾਖਨਹਾਰੇ, ਸਾਰਿਆਂ ਵਿਘਨਾਂ ਤੋਂ, ਦੁੱਖਾਂ ਤੋਂ, ਕਲੇਸ਼ਾਂ ਤੋਂ ਰੱਖ ਲੈਣ ਵਾਲੇ ਪ੍ਰਮਾਤਮਾ ਜੀ, ਕਿਰਪਾਲਤਾ ਕਰਕੇ ਸਾਨੂੰ ਇਹਨਾਂ ਪੰਜ ਵਿਕਾਰਾਂ ਤੋਂ ਵੀ ਰੱਖ ਲੈਣਾ ਕਰੋ। ਰਾਖੋ ਰਾਖਨਹਾਰੇ, ਹੇ ਰਖਣਹਾਰ ਕਿਰਪਾਲੂ ਪ੍ਰਮਾਤਮਾ ਜੀ, ਸਾਡੀ ਰਖਵਾਲੀ ਕਰਨੀ ਕਰੋ ਇਹਨਾਂ ਵਿਕਾਰਾਂ ਤੋਂ। ਖੇਦ ਕਰਹਿ ਅਰ ਬਹੁਤ ਸੰਤਾਵਹਿ। ਸੱਚੇ ਪਾਤਸ਼ਾਹ ਮਹਾਰਾਜ ਜੀਓ, ਇਹ ਸਾਨੂੰ ਖੇਦ ਕਰੇ, ਬਹੁਤ ਵੱਡਾ ਭਾਰੀ ਦੁੱਖ ਦੇਣਾ ਕਰੇ ਕਰਦੇ ਨੇ, ਬਹੁਤ ਵੱਡਾ ਭਾਰੀ ਦੁੱਖ ਦਿੰਦੇ ਨੇ। ਅਰ ਬਹੁਤ ਸੰਤਾਵ ਹੈ, ਮਨ ਨੂੰ ਸਹਿਤ ਤਾਪ ਦੇ ਕਰਦੇ ਨੇ। ਜਦੋਂ ਮਨ ਕਾਮੀ ਹੋ ਜਾਂਦਾ ਹੈ ਜਾਂ ਕ੍ਰੋਧੀ ਹੋ ਜਾਂਦਾ ਹੈ, ਬੜਾ ਤਪਦਾ ਹੈ, ਈਰਖਾ ਦੀ ਅੱਗ ਦੇ ਨਾਲ ਸੜਦਾ ਹੈ। ਇਸੇ ਪ੍ਰਕਾਰ ਕ੍ਰੋਧ ਦੀ ਅੱਗ ਦੇ ਨਾਲ ਸੜਦਾ ਹੈ, ਤ੍ਰਿਸ਼ਨਾ ਦੀ ਅੱਗ ਦੇ ਨਾਲ ਸੜਦਾ ਹੈ ਮਹਾਰਾਜ ਸਾਡਾ ਹਿਰਦਾ। ਇਹ ਵਿਕਾਰ ਬੜਾ ਦੁੱਖ ਦਿੰਦੇ ਨੇ, ਔਗਣ ਬੜੇ ਦੁਖਦਾਈ ਨੇ, ਸਾਨੂੰ ਘੇਰ ਕੇ ਰੱਖਦੇ ਨੇ। ਸਾਡੇ ਪਾਸੋਂ ਇਹਨਾਂ ਦੇ ਕੋਲੋਂ ਬਚਣ ਦਾ ਕੋਈ ਉਪਾਅ ਨਹੀਂ ਹੁੰਦਾ ਹੈ ਜੀ। ਆਯੂ ਸ਼ਰਨ ਤੁਹਾਰੇ, ਸੱਚੇ ਪਾਤਸ਼ਾਹ ਜੀ, ਹੋਰ ਕੋਈ ਵੀ ਚਾਰਾ ਨਾ ਚੱਲਦਾ ਜਾਣ ਕਰਕੇ ਆਪ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿੱਚ ਆਏ ਆ। ਸੱਚੇ ਪਾਤਸ਼ਾਹ ਸ਼ਰਨ ਆਇਆਂ ਦੀ ਲੱਜਾ ਰੱਖ ਲਵੋ, ਸਾਨੂੰ ਇਹਨਾਂ ਵਿਕਾਰਾਂ ਦੇ ਵਿੱਚੋਂ ਕੱਢ ਲੈਣਾ ਕਰੋ, ਬਚਾ ਲੈਣਾ ਕਰੋ ਜੀ। ਕਰ ਕਰ ਹਾਰਿਓ ਅਨੇਕ ਬਹੁ ਭਾਂਤੀ। ਤੇ ਜੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੁੱਛਣਾ ਕਰਨ, ਭਾਈ ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਤੂੰ ਕੋਈ ਯਤਨ ਨਹੀਂ ਕੀਤਾ, ਕੋਈ ਉਪਾਅ ਤਾਂ ਕੀਤਾ ਹੋਵੇਗਾ। ਤੇ ਇਸ ਪ੍ਰਕਾਰ ਬੇਨਤੀ ਹੈ, ਜੋ ਬੇਨਤੀ ਦੇ ਸ਼ਬਦ ਵੀ ਗਰੀਬ ਨਿਵਾਜ ਸਾਹਿਬ ਜੀ ਫਰਮਾ ਰਹੇ ਨੇ। ਸਿੱਖਾਂ ਨੇ ਜੋ ਦੱਸਣਾ ਕੀਤਾ ਮਹਾਰਾਜ, ਬੜੇ ਯਤਨ ਕਰ ਲਏ ਨੇ, ਜਲ ਧਾਰੇ ਕਰਕੇ ਦੇਖ ਲਏ, ਧੋਤੀ ਨੇਤੀ ਨਿਓਲੀ ਕਰਮ ਸਾਧਨ ਕਰਕੇ ਦੇਖ ਲਏ, ਹੱਠ ਯੋਗ ਕਰਕੇ ਦੇਖ ਲਏ ਮਹਾਰਾਜ, ਜੰਗਲਾਂ 'ਚ ਵਸ ਕੇ ਦੇਖ ਲਿਆ, ਸੰਨਿਆਸ ਧਾਰਨ ਕਰਕੇ ਦੇਖ ਲਿਆ, ਜਿਤਨੇ ਕਠਿਨ ਕਾਰਜ ਸਨ ਸਾਰੇ ਕਰਕੇ ਦੇਖ ਲਏ, ਪਰ ਉਹਨਾਂ ਦੇ ਨਾਲ ਇਹ ਵਿਕਾਰ ਨਹੀਂ ਜੇ ਹਟਦੇ। ਉਹਨਾਂ ਦੇ ਨਾਲ ਤੇ ਮਨ ਦਾ ਮਾਣ ਹੋਰ ਵੱਧ ਜਾਂਦਾ ਹੈ ਕਿ ਮੈਂ ਇਤਨਾ ਵੱਡਾ ਤਪਸਵੀ ਹਾਂ, ਮੈਂ ਕਸ਼ਟ ਯੋਗ ਦਾ ਕਰਨੇ ਵਾਲਾ ਹਾਂ, ਮੈਂ ਹੱਠ ਯੋਗ ਦਾ ਕਰਨੇ ਵਾਲਾ ਹੈ। ਮਹਾਰਾਜ ਇਸ ਪ੍ਰਕਾਰ ਯਤਨਾਂ ਦੇ ਨਾਲ ਇਹਨਾਂ ਤੇ ਕਾਬੂ ਨਹੀਂ ਪਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਇਸ ਬੇਨਤੀ ਨੂੰ ਰੂਪਮਾਨ ਕਰਨਾ ਕਰਦੇ ਨੇ ਕਿ ਕਰ ਕਰ ਹਾਰਿਓ ਅਨੇਕ ਬਹੁ ਭਾਂਤੀ, ਬਹੁਤ ਤਰੀਕਿਆਂ ਦੇ ਨਾਲ, ਬੜੇ ਯਤਨਾਂ ਦੇ ਨਾਲ ਯਤਨ ਕਰ ਕਰਕੇ ਹਾਰ ਗਏ ਆ। 6 ਸ਼ਾਸਤਰਾਂ ਦੇ ਉਪਦੇਸ਼ ਵੀ ਪੜ੍ਹਨਾ ਕੀਤੇ ਨੇ, ਚਾਰੇ ਵੇਦਾਂ ਦੀਆਂ ਸੁਰਤੀਆਂ ਵੀ ਪੜ੍ਹਨਾ ਕੀਤੀਆਂ ਨੇ, ਸਿਮਰਤੀਆਂ ਨੂੰ ਵਿਚਾਰ ਕੇ ਦੇਖ ਲਿਆ, ਜਿਤਨੇ ਵੀ ਯਤਨ ਬਣ ਆਉਂਦੇ ਸਨ ਨਗਨ ਰਹਿ ਕਰਕੇ ਦੇਖ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਪ੍ਰਕਾਰ ਪਵਨ ਆਹਾਰੀ ਹੋ ਕਰਕੇ ਦੇਖ ਲਿਆ, ਦੁੱਧਾ ਧਾਰੀ ਹੋ ਕੇ ਦੇਖ ਲਿਆ,
ਜਿੰਨੇ ਵੀ ਯਤਨ ਕਰਕੇ ਦੇਖੇ ਜਾ ਸਕਦੇ ਹਨ, ਕਰ ਕਰ ਹਾਰਿਓ। ਸਾਰੇ ਯਤਨਾਂ ਨੂੰ ਕਰ ਕਰਕੇ ਹਾਰ ਗਏ ਆ, ਥੱਕ ਗਏ ਆ। ਪਰ ਮਹਾਰਾਜ ਜੀ ਬਹੁਤਿਆਂ ਯਤਨਾਂ ਦੇ ਕਰਨ ਦੇ ਉਪਰੰਤ, ਬਹੁਤਿਆਂ ਤਰੀਕਿਆਂ ਦੇ ਸਾਧਨ ਕਰਨੇ ਦੇ ਉਪਰੰਤ ਵੀ ਛੋੜਹਿ ਕਤਹੂ ਨਾਹੀ। ਇਹ ਜਿਹੜੇ ਵਿਕਾਰ ਨੇ ਨਾ, ਇਹ ਸਾਡੇ ਮਨ ਨੂੰ, ਸਾਡੇ ਸਰੀਰ ਨੂੰ ਛੱਡਦੇ ਨਹੀਂ ਹਨ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਦੀ ਧਰਤੀ ਨੂੰ ਪਵਿੱਤਰ ਕਰ ਰਹੇ ਨੇ, ਬੇਅੰਤ ਸੰਗਤਾਂ ਦਾ ਨਿਤ ਉਧਾਰ ਕਰ ਰਹੇ ਨੇ। ਤੇ ਇੱਕ ਪ੍ਰਾਣੀ ਐਸਾ ਆਇਆ ਜਿਹੜਾ ਕਾਮ ਤੋਂ ਬੜਾ ਦੁਖੀ ਹੈ। ਹਿਰਦੇ ਦੇ ਅੰਦਰ, ਸਰੀਰ ਦੇ ਅੰਦਰ ਬੜਾ ਕਾਮ ਭਰਿਆ ਹੋਇਆ ਹੈ। ਤੇ ਇਸ ਨੇ ਕਾਮ ਭਾਵਨਾ ਤੋਂ ਦੂਰ ਰਹਿਣ ਵਾਸਤੇ ਆਪਣੇ ਸਰੀਰ ਨੂੰ ਹੀ ਭੰਗ ਕਰ ਦਿੱਤਾ ਹੈ। ਸਰੀਰ ਨੂੰ ਭੰਗ ਕਰਨ ਤੋਂ ਭਾਵ ਹੈ ਕਿ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰੀਰਾਂ ਦੀ ਰਚਨਾ ਕੀਤੀ ਹੈ, ਜਨਨ ਇੰਦਰੇ ਬਣਾਏ ਨੇ, ਇਸ ਨੇ ਆਪਣਾ ਜਨਨ ਇੰਦਰਾ ਹੀ ਕੱਟ ਦਿੱਤਾ ਹੈ, ਵੱਢ ਦਿੱਤਾ ਹੈ ਕਿ ਜਨਨ ਇੰਦਰਾ ਹੀ ਨਹੀਂ ਹੋਵੇਗਾ, ਫਿਰ ਇਸਤਰੀ ਦਾ ਮੋਹ ਇਤਿਆਦਿਕ ਨਹੀਂ ਵਿਆਪੇਗਾ। ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਮੈਂ ਕਾਮ ਤੋਂ ਬਚਣ ਵਾਸਤੇ ਆਪਣਾ ਜਨਨ ਇੰਦਰਾ ਹੀ ਕੱਟ ਦਿੱਤਾ ਹੈ। ਹਜ਼ੂਰ ਜੀ ਨੇ ਬਚਨ ਕਰਨਾ ਕੀਤਾ, ਬੜਾ ਮਾੜਾ ਕੀਤਾ ਹੀ। ਪਰਮੇਸ਼ਰ ਜੀ ਨੇ ਜਿਹੜਾ ਕੰਚਨ ਵਰਗਾ ਸਰੀਰ, ਸ਼ੁੱਧ ਸਰੀਰ ਦਿੱਤਾ ਸੀ, ਤੂੰ ਤੇ ਸਰੀਰ ਨੂੰ ਹੀ ਭੰਗ ਕਰ ਦਿੱਤਾ ਹੈ। ਸਰੀਰ ਦੇ ਵਿੱਚੋਂ ਕਾਮ ਨੂੰ ਭੰਗ ਕਰਨਾ ਸੀ, ਅੰਗਾਂ ਨੂੰ ਭੰਗ ਨਹੀਂ ਸੀ ਕਰਨਾ। ਇਹ ਵੱਡਾ ਭਾਰੀ ਬੱਜਰ ਪਾਪ ਹੈ। ਪਰਮਾਤਮਾ ਜੀ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਭੰਨਿਆ ਏ ਤੂੰ। ਜਿਹੜਾ ਕਾਮ ਦਾ ਸੰਬੰਧ ਹੈ ਉਹ ਜਨਨ ਇੰਦਰੀਆਂ ਨਾਲ ਨਹੀਂ, ਉਹ ਮਨ ਦੇ ਨਾਲ ਹੈ, ਮਨ ਤੋਂ ਉਪਜਦਾ ਹੈ। ਤੇ ਜੇ ਤੇਰੇ ਮਨ ਦੇ ਵਿੱਚੋਂ ਇਹ ਕਾਮ ਨਹੀਂ ਉਪਜਣਾ ਬੰਦ ਹੋਇਆ ਤੇ ਫਿਰ ਜਨਨ ਇੰਦਰੀ ਨੂੰ ਕੱਟਣ ਦੇ ਨਾਲ ਵੀ ਕੋਈ ਲਾਭ ਨਹੀਂ। ਤੇ ਸਾਧ ਸੰਗਤ ਜੀ, ਇਸ ਦਾ ਫਿਰ ਜੀਵਨ ਐਸਾ ਹੀ ਹੋਇਆ। ਕਿਸੇ ਦਾ ਵੀ ਵਿਆਹ ਹੋਣਾ, ਕਿਸੇ ਦੇ ਘਰ ਦੇ ਵਿੱਚ ਵੀ ਨੂੰਹ ਆਉਣੀ, ਬਹੂ ਆਉਣੀ ਨਾ, ਤੇ ਸਭ ਤੋਂ ਪਹਿਲਾਂ ਉਸਦੇ ਘਰ ਵਿੱਚ ਪਹੁੰਚ ਕਰਕੇ ਘੁੰਡ ਚੁੱਕ ਕਰਕੇ ਉਹਦਾ ਮੂੰਹ ਦੇਖਿਆ ਕਰਦਾ ਸੀ। ਜਨਨ ਇੰਦਰਾ ਕੱਟਣ ਤੋਂ ਉਪਰੰਤ ਵੀ ਕਾਮ ਦੀ ਭਾਵਨਾ ਹਿਰਦੇ ਦੇ ਵਿੱਚੋਂ ਮਿਟੀ ਹੋਈ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਤਨੇ ਯਤਨ ਆਪਣੇ ਪਾਸੋਂ ਬਣ ਆਉਂਦੇ ਨੇ ਕਰਕੇ ਦੇਖ ਲਏ, ਪਰ ਇਹ ਕਾਮ ਭਾਵਨਾ ਨਹੀਂ ਮਿਟਦੀ ਹੈ। ਜਿਨ੍ਹਾਂ ਨੇ ਜਨਨ ਇੰਦਰੇ ਕੱਟ ਲਏ, ਕਾਮ ਦੀ ਭਾਵਨਾ ਤਾਂ ਵੀ ਨਹੀਂ ਹਿਰਦੇ ਦੇ ਵਿੱਚੋਂ ਮਿਟੀ। ਜਿਹੜੇ ਘਰ-ਬਾਰ, ਸ਼ਹਿਰ, ਪਿੰਡ ਛੱਡ ਕੇ ਜੰਗਲਾਂ ਵਿੱਚ ਵਾਸਾ ਤੇ ਤਾਂ ਕੀਤਾ ਨਾ ਕਿ ਇਸਤਰੀ ਇਤਿਆਦਿਕ ਮੱਥੇ ਹੀ ਨਾ ਲੱਗੇ ਤੇ ਕਾਮ ਭਾਵਨਾ ਨਾ ਫੁਰੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਮਾਈ ਮਹਾਗਤ ਤ੍ਰੇ ਲੋਭਾਵੈ। ਜਦੋਂ ਮਾਂ ਕਹਿ ਕਰਕੇ ਆ ਕੇ ਗਜਾ ਮੰਗਦਾ, ਭਿਕਸ਼ਾ ਮੰਗਦਾ ਨਾ, ਮੂੰਹ ਤੋਂ ਤੇ ਮਾਂ ਕਹਿੰਦਾ, ਪਰ ਹਿਰਦਾ ਰੂਪ ਵੇਖ ਕੇ ਫਿਰ ਡੋਲ ਜਾਂਦਾ, ਸਾਬਤ ਫਿਰ ਵੀ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਕਸ਼ਟ ਦਾਇਕ ਕਰਮਾਂ ਨੂੰ ਕਿਸੇ ਪ੍ਰਕਾਰ ਗੁਰਮਤਿ ਦੇ ਵਿੱਚ ਪ੍ਰਵਾਨਗੀ ਨਹੀਂ ਦਿੱਤੀ ਹੈ। ਤੇ ਸਿੱਖ ਬੇਨਤੀ ਕਰਦੇ, ਸੱਚੇ ਪਾਤਸ਼ਾਹ ਜਿਸ ਪ੍ਰਕਾਰ ਵੀ ਯਤਨ ਬਣ ਆਉਂਦੇ ਸਨ, ਸਾਰੇ ਯਤਨ ਕਰ ਕਰਕੇ ਅਸਾਂ ਨੇ ਦੇਖ ਲਏ ਨੇ, ਕਿਸੇ ਵੀ ਪ੍ਰਕਾਰ ਇਹ ਜਿਹੜੇ ਵਿਕਾਰ ਨੇ ਸਾਨੂੰ ਛੱਡਦੇ ਨਹੀਂ, ਹਿਰਦੇ ਚੋਂ ਜਾਂਦੇ ਨਹੀਂ ਹਨ ਜੀ। ਏਕ ਬਾਤ ਸੁਨ ਤਾਕੀ ਓਟਾ। ਹਾਂ ਸੱਚੇ ਪਾਤਸ਼ਾਹ, ਸ੍ਰੇਸ਼ਟ ਜਨਾਂ ਦੇ ਪਾਸੋਂ, ਮਹਾਤਮਾ ਜਨਾਂ ਦੇ ਪਾਸੋਂ ਇੱਕ ਅਸਾਂ ਨੇ ਬਾਤ ਸੁਣੀ ਹੈ, ਸੁਖਮਈ ਖਬਰ ਸੁਣੀ ਹੈ, ਸ਼ਾਂਤੀਦਾਇਕ ਵਾਰਤਾ ਸੁਣੀ ਹੈ। ਉਹ ਵਾਰਤਾ ਕਿਹੜੀ ਹੈ? ਹਜ਼ੂਰ ਫਰਮਾਉਂਦੇ ਹਨ ਜੀ, ਏਕ ਬਾਤ ਸੁਨ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਇਹ ਜਿਹੜੇ ਵਿਕਾਰ ਨੇ ਸਾਧੂ ਦੀ ਸੰਗਤ ਕਰਨੇ ਦੇ ਨਾਲ, ਸਤ ਸੰਗਤ ਕਰਨੇ ਦੇ ਨਾਲ ਮਿਟ ਜਾਂਦੇ ਨੇ। ਸੋ ਇੱਥੇ ਜਿਹੜਾ ਪਾਠ ਹੈ, ਤੱਤੇ ਕੰਨਾ ਕੱਕੇ ਬਿਹਾਰੀ ਤਾਕੀ ਹੈ, ਪਰ ਇਸ ਦਾ ਜਿਹੜਾ ਉਚਾਰਨ ਹੈ ਅਦਕ ਦੇ ਸਹਿਤ ਤਾਕੀ ਕਰਨਾ ਹੈ। ਇੱਕ ਗੱਲ ਸੁਣ ਕਰਕੇ ਤਾਕੀ ਓਟਾ, ਸਾਧ ਸੰਗਤ ਦੀ ਓਟ ਤੱਕੀ ਹੈ, ਸਾਧੂ ਜਨ ਮਹਾਤਮਾ ਦੀ ਓਟ ਤੱਕੀ ਹੈ। ਉਹ ਕਿਹੜੀ ਹੈ? ਸਾਧ ਸੰਗ ਮਿਟ ਜਾਹੀ, ਕਿ ਸਾਧ ਸੰਗਤ ਕਰਨੇ ਦੇ ਨਾਲ ਹਿਰਦੇ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਵਿਕਾਰਾਂ ਦਾ ਅਭਾਵ ਹੋ ਜਾਂਦਾ ਹੈ। ਇਹ ਜਿਹੜੇ ਵਿਕਾਰ ਨੇ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਹਰੀ ਜਸ ਨੂੰ ਸਰਵਣ ਕਰਨਾ ਕਰੀਏ, ਗਾਇਨ ਕਰਨਾ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਿੱਖ ਨੂੰ ਲਿਵ ਵਾਲਾ ਬਣਾ ਦਿੰਦੇ ਨੇ, ਸੁਰਤ ਵਾਲਾ ਬਣਾ ਦਿੰਦੇ ਨੇ। ਤੇ ਜਦੋਂ ਸਿੱਖ ਸੁਰਤ ਵਾਲਾ ਹੋ ਕਰਕੇ, ਲਿਵ ਵਾਲਾ ਹੋ ਕਰਕੇ ਸਹਿਤ ਪਿਆਰ ਦੇ ਜਪਣਾ ਕਰਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਦਾ ਬਖਸ਼ਿਆ ਗੁਰਮੰਤਰ ਨਾਮ ਹੀ ਹੈ ਜਿਹੜਾ ਹਿਰਦੇ ਨੂੰ ਸੀਤਲ ਕਰ ਦਿੰਦਾ ਹੈ। ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਸੀਤਲ ਹੋਏ। ਵਿਕਾਰਾਂ ਵੱਲੋਂ ਤਨ ਵੀ ਸੀਤਲ ਹੋ ਜਾਂਦਾ ਹੈ, ਮਨ ਵੀ ਸੀਤਲ ਹੋ ਜਾਂਦਾ ਹੈ, ਵਿਕਾਰਾਂ ਨੂੰ ਕੋਈ ਥਾਂ ਨਹੀਂ ਰਹਿੰਦੀ ਹੈ। ਜਿਸ ਪ੍ਰਕਾਰ ਮਾਲਕ ਖੁੰਖਾਰ ਜਾਨਵਰ ਇਤਿਆਦਿਕ ਨੂੰ ਸੰਗਲੀ ਪਾ ਕਰਕੇ ਬੰਨ ਕੇ ਰੱਖਦਾ ਨਾ, ਕੁੱਤੇ ਇਤਿਆਦਿਕ ਨੂੰ,
ਐਵੇਂ ਜਿਹੜੇ ਸਾਧੂ ਮਹਾਤਮਾ ਹੁੰਦੇ ਨੇ ਸ਼ੁਭ ਗੁਣਾ ਰੂਪੀ ਸੰਗਲੀ ਪਾ ਕਰਕੇ ਵਿਕਾਰਾਂ ਨੂੰ ਬੰਨ ਕੇ ਰੱਖਦੇ ਨੇ, ਗੁਲਾਮ ਬਣਾ ਕਰਕੇ ਰੱਖਦੇ ਨੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖ ਬੇਨਤੀ ਕਰਦੇ, ਸੱਚੇ ਪਾਤਸ਼ਾਹ ਇਹ ਸ੍ਰੇਸ਼ਟ ਬਚਨ ਸਤਿਪੁਰਖਾਂ ਦੇ ਪਾਸੋਂ ਸਰਵਣ ਕਰਨਾ ਕੀਤਾ ਕਿ ਸਾਧ ਸੰਗਤ ਕਰਨੇ ਦੇ ਨਾਲ ਜਿਹੜੇ ਵਿਕਾਰ ਨੇ ਉਹ ਮਿਟ ਜਾਂਦੇ ਨੇ। ਗਰੀਬ ਨਿਵਾਜ ਇਸ ਕਰਕੇ ਅਸੀਂ ਸਤ ਸੰਗਤ ਦੀ ਓਟ ਤੱਕੀ ਹੈ, ਆਪ ਜੀ ਦੇ ਚਰਨੀ ਪਏ ਆ। ਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਬੇਨਤੀ ਕਰਨਾ ਕੀਤੀ ਹੈ, ਗਰੀਬ ਨਿਵਾਜ ਆਪ ਜੀ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਹੋ, ਐਸੀ ਉੱਚ ਅਵਸਥਾ ਨੂੰ ਆਪ ਜੀ ਨੇ ਕਿਵੇਂ ਪ੍ਰਾਪਤ ਕਰਨਾ ਕੀਤਾ ਹੈ। ਗਰੀਬ ਨਿਵਾਜ ਆਪਣੀ ਆਤਮਿਕ ਅਵਸਥਾ ਦੇ ਪ੍ਰਥਾਏ ਪ੍ਰਵਚਨ ਕਰਨਾ ਕਰੋ, ਸਾਨੂੰ ਸ਼ੁਭ ਸਿੱਖਿਆ ਮਿਲੇ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਹਨ ਜੀ, ਕਰ ਕਿਰਪਾ ਸੰਤ ਮਿਲੇ ਮੋਹੇ। ਜਿਸ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾਲਤਾ ਕਰਨਾ ਕੀਤੀ ਨਾ, ਤੇ ਸਾਨੂੰ ਸ਼ਾਂਤ ਆਤਮਾ ਪੂਰੇ ਸੰਤ ਮਿਲੇ, ਪੂਰੇ ਮਹਾਤਮਾ ਮਿਲੇ। ਇਸੇ ਹੀ ਪ੍ਰਕਾਰ ਕਰ ਕਿਰਪਾ ਸੰਤ ਮਿਲੇ ਮੋਹੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪੂਰੇ ਸੰਤ ਸ਼ਾਂਤ ਆਤਮਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਗੁਰੂ ਸਰੂਪ ਦੇ ਅੰਦਰ ਮਿਲੇ। ਇਸੇ ਹੀ ਤਰ੍ਹਾਂ ਕਰ ਕਿਰਪਾ ਸੰਤ ਮਿਲੇ ਮੋਹੇ। ਜਦੋਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਨਾ, ਤੇ ਸੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡੇ ਵਿਛੋੜੇ ਦਾ ਦੁੱਖ ਮੇਟਣ ਵਾਸਤੇ ਲਾਹੌਰ ਸਾਨੂੰ ਭੇਜਿਆ। ਤੇ ਫਿਰ ਸੰਤ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਆਏ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਮਿਲੇ, ਦਰਸ਼ਨ ਦੀਦਾਰ ਕੀਤਾ। ਤਿੰਨ ਤੇ ਧੀਰਜ ਪਾਇਆ। ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ, ਜਿਸ ਗੁਰੂ ਉਪਦੇਸ਼ ਦੇ ਨਾਲ ਅਸੀਂ ਵਿਕਾਰਾਂ ਦੇ ਵੱਲੋਂ ਧੀਰਜ ਨੂੰ ਪਾਇਆ, ਪ੍ਰਾਪਤ ਕਰਨਾ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣਾ ਨਿਜ ਦਾ ਤਜਰਬਾ ਦੱਸਣਾ ਕਰਦੇ ਨੇ, ਸਿੱਖੋ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੇ ਨਾਲ ਵਿਕਾਰਾਂ ਵੱਲੋਂ ਹਿਰਦੇ ਨੂੰ ਧੀਰਜ ਆਉਂਦਾ ਹੈ, ਹਿਰਦਾ ਸ਼ਾਂਤ ਹੁੰਦਾ ਹੈ। ਸੰਤੀ ਮੰਤ ਦਿਓ ਮੋਹ ਨਿਰਭਉ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ, ਜੋ ਸੰਤੀ ਸੰਤਾਂ ਨੇ ਭਾਵ ਸਤਿਗੁਰੂ ਜੀ ਨੇ ਮੰਤ ਦਿਓ ਮੋਹੇ ਸਾਨੂੰ ਮੂਲ ਮੰਤਰ ਬਖਸ਼ਿਸ਼ ਕਰਨਾ ਕੀਤਾ ਹੈ। ਗੁਰਮੰਤਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਬਖਸ਼ਿਸ਼ ਕਰਨਾ ਕੀਤਾ ਹੈ। ਗੁਰ ਕਾ ਸ਼ਬਦ ਕਮਾਇਆ। ਤੇ ਐਸੇ ਨਿਰਭਉ ਪਰਮੇਸ਼ਰ ਜੀ ਦੇ ਨਾਮ ਨੂੰ ਜਪ ਕਰਕੇ ਨਿਰਭਉ ਹੋ ਗਏ ਆ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦਾ ਕਿਸੇ ਪ੍ਰਕਾਰ ਡਰ ਹੀ ਨਹੀਂ ਰਹਿ ਗਿਆ ਹੈ। ਸੋ ਗਰੀਬ ਨਿਵਾਜ ਇਹ ਆਪ ਜੀ ਦਾ ਡਰ ਕਿਵੇਂ ਮਿਟਿਆ? ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਗੁਰ ਕਾ ਸ਼ਬਦ ਕਮਾਇਆ। ਜਦੋਂ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਗੁਰ ਉਪਦੇਸ਼ ਦੀ ਕਮਾਈ ਕਰਨਾ ਕੀਤੀ, ਗੁਰ ਉਪਦੇਸ਼ ਨੂੰ ਕਮਾਵਣਾ ਕੀਤਾ, ਗੁਰ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਬਣਾਵਣਾ ਕੀਤਾ, ਤਾਂ ਫਿਰ ਸਾਰੇ ਵਿਕਾਰਾਂ ਦਾ ਡਰ ਮਿਟ ਗਿਆ। ਸਾਧ ਸੰਗਤ ਜੀ, ਸਤਿਗੁਰੂ ਜੀ ਤਾਂ ਅਕਾਲ ਪੁਰਖ ਨੇ, ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਨੇ, ਗੁਰ ਅਰਜੁਨ ਪ੍ਰਤੱਖ ਹਰ, ਪਰ ਆਪਣੇ ਤੇ ਟੁਕਾ ਕਰਕੇ ਆਪਣੇ ਪ੍ਰਥਾਏ ਉਚਾਰਨ ਕਰਕੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਿੱਖੋ ਸਤਿਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੀਏ, ਗੁਰ ਉਪਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨਾ ਕਰੀਏ ਨਾ, ਤੇ ਸਾਰੇ ਵਿਕਾਰਾਂ ਵੱਲੋਂ ਨਿਰਭਉ ਹੋਈ ਜਾਈਦਾ ਹੈ, ਡਰ ਮਿਟ ਜਾਂਦੇ ਨੇ, ਕਿਸੇ ਪ੍ਰਕਾਰ ਦਾ ਵਿਕਾਰਾਂ ਦਾ ਖੌਫ ਨਹੀਂ ਰਹਿੰਦਾ ਹੈ। ਜੀਤ ਲਏ ਓਏ ਮਹਾ ਬਿਖਾਦੇ। ਓਏ ਉਹ ਜਿਹੜੇ ਦੁੱਖ ਦੇਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ ਨਾ, ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਦੇ ਨਾਲ ਗੁਰ ਸ਼ਬਦ ਦੀ ਕਮਾਈ ਦੁਆਰਾ ਉਹਨਾਂ ਪੰਜਾਂ ਹੀ ਵਿਕਾਰਾਂ ਨੂੰ ਜਿੱਤ ਲੈਣਾ ਕੀਤਾ ਹੈ, ਆਪਣੇ ਅਧੀਨ ਕਰ ਲਿਆ, ਵਸੀਕਾਰ ਕਰ ਲਿਆ। ਜਿਹੜੇ ਬਹੁਤੇ ਵੱਡੇ ਭਾਰੀ ਬਿਖਾਦੀ ਦੁਖਦਾਈ ਸਨ, ਕਸ਼ਟਦਾਇਕ ਸਨ, ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਜਿੱਤ ਲਿਆ ਹੈ ਉਹਨਾਂ ਨੂੰ। ਸਹਿਜ ਸੁਹੇਲੀ ਬਾਣੀ। ਜੋ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਵੱਡਿਆਂ ਸਤਿਗੁਰਾਂ ਦੀ ਸਹਿਜ ਬ੍ਰਹਮ ਗਿਆਨ ਦੇ ਸਹਿਤ ਸੁਹੇਲੀ, ਬੜੀ ਸੁਹੇਲੀ ਸਫਲੀ ਤੇ ਸੁਖਦਾਈ ਮਿੱਠੀ ਪਿਆਰੀ ਬਾਣੀ ਸੀ ਨਾ, ਉਸ ਦੇ ਅਨੁਸਾਰ ਜਦੋਂ ਜੀਵਨ ਬਣਾਇਆ ਤਾਂ ਇਹਨਾਂ ਬਿਖਾਦੀ ਕਾਮ ਕ੍ਰੋਧ ਵਿਕਾਰਾਂ ਨੂੰ ਜਿੱਤਣਾ ਕੀਤਾ ਹੈ। ਇਸੇ ਹੀ ਪ੍ਰਕਾਰ ਜੀਤ ਲਏ ਓਏ ਮਹਾ ਬਿਖਾਦੇ। ਜਿਸ ਵੇਲੇ ਸਤਿਗੁਰੂ ਜੀ ਦੇ ਉਪਦੇਸ਼ ਦੇ ਦੁਆਰਾ ਪੰਜਾਂ ਹੀ ਵਿਕਾਰਾਂ ਦੁਖਦਾਈਆਂ ਨੂੰ ਜਿੱਤ ਲੈਣਾ ਕੀਤਾ, ਸਹਿਜ ਸੁਹੇਲੀ ਬਾਣੀ, ਤਾਂ ਸਹਿਜ ਗਿਆਨ ਨੂੰ ਪ੍ਰਾਪਤ ਕਰਨਾ ਕੀਤਾ ਹੈ। ਸਹਿਜ ਸੁਹੇਲੀ, ਸਹਿਜੇ ਹੀ ਸੁਭਾਵਕ ਹੀ
ਜੀਵ ਦੀ ਸੁਹੇਲੀ, ਸੰਗੀ ਸਾਥੀ, ਜੀਵ ਦੇ ਜਨਮ ਨੂੰ ਸਫਲਾ ਕਰਨ ਵਾਲੀ ਬਾਣੀ ਨੂੰ ਆਪਣੇ ਮੁਖ ਚੋਂ ਪੜ੍ਹਨਾ ਕੀਤਾ, ਆਪਣੇ ਮੁਖ ਚੋਂ ਉਚਾਰਨਾ ਕੀਤਾ ਹੈ। ਕਹੋ ਨਾਨਕ ਮਨ ਭਇਆ ਪ੍ਰਗਾਸਾ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰ ਉਪਦੇਸ਼ ਦੀ ਜੋ ਬਖਸ਼ਿਸ਼ ਹੈ ਤਿਸ ਨੂੰ ਪ੍ਰਗਟ ਕਰਨਾ ਕਰਦੇ ਨੇ। ਪਹਿਲਾਂ ਜੋ ਸਿੱਖਾਂ ਦੇ ਬਚਨ ਹਨ, ਸਿੱਖਾਂ ਦੀਆਂ ਬੇਨਤੀਆਂ ਨੇ, ਮਹਾਰਾਜ ਵਿਕਾਰ ਬੜਾ ਤੰਗ ਕਰਦੇ ਨੇ, ਉਹਨਾਂ ਦੀਆਂ ਸਾਰੀਆਂ ਬੇਨਤੀਆਂ ਨੂੰ ਸਤਿਗੁਰੂ ਜੀ ਨੇ ਆਪਣੇ ਬਚਨਾਂ ਦੁਆਰਾ ਅਮਰ ਕਰ ਦਿੱਤਾ ਹੈ, ਬਾਣੀ ਦੁਆਰਾ ਰਚ ਕਰਕੇ, ਕਥਨ ਕਰਕੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਵਿਕਾਰਾਂ ਨੂੰ ਵਸ ਵਿੱਚ ਕਰਨੇ ਦਾ ਜਿਹੜਾ ਉਪਦੇਸ਼ ਹੈ ਆਪਣੇ ਆਤਮਿਕ ਅਵਸਥਾ ਤੋਂ ਦਰਸਾਵਣਾ ਕੀਤਾ ਹੈ। ਸਿੱਖੋ, ਸਾਧ ਸੰਗਤ ਵਿੱਚ ਮਿਲ ਕਰਕੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਪੜ੍ਹਨਾ ਕਰੀਏ, ਸਰਵਣ ਕਰਨਾ ਕਰੀਏ, ਕਮਾਵਣਾ ਕਰੀਏ, ਸਦਾ ਗੁਰ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਅਰਦਾਸਾਂ ਕਰਦੇ ਰਹੀਏ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਏ। ਸਾਧ ਸੰਗਤ ਦੇ ਨਾਲ ਮਿਲ ਕਰਕੇ ਉਪਦੇਸ਼ ਦੇ ਕਮਾਵਣੇ ਵਾਲੇ ਹੋਈਏ, ਜਿਹੜੇ ਪੰਜੇ ਵਿਕਾਰ ਨੇ ਉਹ ਫਿਰ ਵਸ ਵਿੱਚ ਆ ਜਾਂਦੇ ਨੇ। ਤੇ ਜਦੋਂ ਵਿਕਾਰ ਵਸ ਦੇ ਵਿੱਚ ਆ ਜਾਂਦੇ ਨੇ, ਸਤਿਗੁਰੂ ਜੀ ਦੇ ਉਪਦੇਸ਼ ਦੇ ਦੁਆਰਾ ਜੀਵ ਜਿਹੜਾ ਹੈ ਧੀਰਜ ਨੂੰ ਪ੍ਰਾਪਤ ਕਰਦਾ ਹੈ। ਪਰ ਇਹ ਜਿਹੜਾ ਧੀਰਜ ਨੂੰ ਪ੍ਰਾਪਤ ਕਰਨੇ ਵਾਲਾ, ਉਪਦੇਸ਼ ਨੂੰ ਕਮਾਵਣੇ ਵਾਲਾ ਸਤਿਗੁਰੂ ਜੀ ਦਾ ਉਪਦੇਸ਼ ਹੈ, ਸਾਧ ਸੰਗਤ ਸਤ ਸੰਗਤ ਦੇ ਵਿੱਚੋਂ ਸੰਤਾਂ ਮਹਾਤਮਾ ਦੁਆਰਾ ਪ੍ਰਾਪਤ ਹੁੰਦਾ ਹੈ। ਜਿਸ ਉਪਦੇਸ਼ ਨੂੰ ਕਮਾ ਕਰਕੇ ਨਿਰਭਉ ਹੋਈਦਾ ਹੈ, ਪੰਜ ਵਿਕਾਰਾਂ ਨੂੰ ਜਿੱਤ ਲਈਦਾ ਹੈ ਤੇ ਬਖਸ਼ਿਸ਼ ਭਰਿਆ ਬਚਨ ਗਰੀਬ ਨਿਵਾਜ ਸਾਹਿਬ ਜੀ ਕਰਨਾ ਕਰਦੇ ਹਨ ਜੀ। ਕਹੋ ਨਾਨਕ ਮਨ ਭਇਆ ਪ੍ਰਗਾਸਾ। ਤੇ ਜਿਸ ਵੇਲੇ ਸਹਿਜ ਸੁਹੇਲੀ ਬਾਣੀ ਨੂੰ ਮਨ ਦੇ ਅੰਦਰ ਵਸਾਵਣਾ ਕੀਤਾ ਨਾ, ਸਹਿਜ ਗਿਆਨ ਦੀ ਦਾਤੀ ਸੁਹੇਲੀ ਸਫਲੀ ਬਾਣੀ ਨੂੰ, ਸੁਹੇਲੀ ਸਖਾ ਰੂਪ ਬਾਣੀ ਨੂੰ, ਨਾਲ ਲਿਭ ਜਾਣ ਵਾਲੀ ਬਾਣੀ ਨੂੰ ਜਿਸ ਵੇਲੇ ਹਿਰਦੇ ਦੇ ਅੰਦਰ ਰੱਖ ਕਰਕੇ ਧਾਰਨ ਕਰਕੇ ਕਮਾਇਆ ਤੇ ਮਨ ਭਇਆ ਪ੍ਰਗਾਸਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ। ਅਥਵਾ ਜੋ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਕਹੋ ਕਹਿਣਾ ਕਰਦੇ ਨੇ, ਜਪਣਾ ਕਰਦੇ ਨੇ, ਨਾਨਕ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਗੁਰਮੰਤਰ ਨਾਮ ਨੂੰ ਕਮਾਵਣਾ ਕਰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾ ਰੂਪ ਗੁਰਬਾਣੀ ਨੂੰ ਮਨ ਭਇਆ ਪ੍ਰਗਾਸਾ। ਉਹਨਾਂ ਜਗਿਆਸੂ ਜਨਾਂ ਦੇ, ਸਤ ਸੰਗੀ ਜਨਾਂ ਦੇ ਹਿਰਦਿਆਂ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਅਨਭਵ ਪ੍ਰਕਾਸ਼ ਦੀ ਪ੍ਰਾਪਤੀ ਵਾਲੇ ਹੋਏ ਹਨ ਜੀ। ਉਹ ਪਾਇਆ ਪਦ ਨਿਰਬਾਣੀ। ਉਹਨਾਂ ਨੇ ਪਦ ਤੋਂ ਭਾਵ ਹੈ ਪਦਵੀ, ਉੱਚੀ ਆਤਮਿਕ ਅਵਸਥਾ ਨੂੰ ਪਾਇਆ, ਪਾਵਨਾ ਕੀਤਾ ਹੈ। ਜਿਹੜੀ ਆਤਮਿਕ ਅਵਸਥਾ ਨਿਰਬਾਣੀ ਹੈ, ਨਿਰਬੰਧ ਹੈ, ਭਾਵ ਬੰਧਨਾਂ ਤੋਂ ਰਹਿਤ ਹੈ। ਉਹ ਤਨ ਕਰਕੇ ਵੀ ਬੰਧਨਾਂ ਤੋਂ ਰਹਿਤ ਹੋਏ, ਮਨ ਕਰਕੇ ਵੀ ਬੰਧਨਾਂ ਤੋਂ ਰਹਿਤ ਹੋ ਗਏ, ਬਾਣੀ ਕਰਕੇ ਵੀ ਰਹਿਤ ਹੋ ਗਏ ਬੰਧਨਾਂ ਤੋਂ। ਨਿਰਬਾਣੀ, ਬਾਣੀ ਕਰਕੇ ਵੀ ਬੰਧਨਾਂ ਤੋਂ ਰਹਿਤ, ਕਿਸੇ ਪ੍ਰਕਾਰ ਉਹਨਾਂ ਨੂੰ ਬੰਧਨ ਨਹੀਂ ਰਹਿੰਦੇ। ਇਸੇ ਪ੍ਰਕਾਰ ਜਿਸ ਵੇਲੇ ਨਿਰਬਾਣ ਸਤਿਗੁਰੂ ਜੀ ਦੀ ਨਿਰਬਾਣੀ ਬੰਧਨ ਰਹਿਤ ਗੁਰਬਾਣੀ ਨੂੰ ਗਾਇਨ ਕਰਨਾ ਕੀਤਾ ਤੇ ਬੰਧਨਾਂ ਤੋਂ ਰਹਿਤ ਹੋਏ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਫਿਰ ਅਗਲੀ ਬੇਨਤੀ ਸਿੱਖਾਂ ਨੇ ਕੀਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਸੰਸਾਰ ਕੈਸਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜਾ ਸੰਸਾਰ ਹੈ ਨਾ ਸਿੱਖੋ ਇਹ ਨਾਸ਼ਵਾਨ ਹੈ। ਫਿਰ ਅਗਲੀ ਬੇਨਤੀ, ਸੱਚੇ ਪਾਤਸ਼ਾਹ ਸੰਸਾਰ ਤੇ ਸੱਚੇ ਅਕਾਲ ਪੁਰਖ ਦੀ ਕਿਰਤ ਹੈ ਨਾ, ਤੇ ਸੱਚੇ ਦੀ ਤੇ ਕਿਰਤ ਵੀ ਸੱਚੀ ਹੋਇਆ ਕਰਦੀ ਏ। ਤੇ ਜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸਰੂਪ ਨੇ ਤੇ ਸੱਚੇ ਦੀ ਕਿਰਤ, ਇਹ ਸੰਸਾਰ ਨਾਸ਼ਵਾਨ ਕਿਉਂ ਹੈ? ਕਰਤੇ ਦੀ ਕਿਰਤ ਸੱਚੀ ਕਿਉਂ ਨਹੀਂ? ਅਕਾਲ ਪੁਰਖ ਵਾਹਿਗੁਰੂ ਜੀ ਕੈਸੇ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਜੀ ਸਤ ਸਰੂਪ ਨੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਅਕਾਲ ਪੁਰਖ ਜੀ ਦਾ ਸਰੂਪ ਤੇ ਜਗਤ ਦੀ ਰਚਨਾ ਦੋਵੇਂ ਭਿੰਨ ਭਿੰਨ ਕਿਉਂ ਨੇ? ਸੱਚੇ ਨੇ ਝੂਠੇ ਨੂੰ ਪੈਦਾ ਕਿਉਂ ਕੀਤਾ? ਸੱਚੇ ਨੇ ਸੱਚ ਨੂੰ ਪੈਦਾ ਕਿਉਂ ਨਹੀਂ ਕੀਤਾ? ਗਰੀਬ ਨਿਵਾਜ, ਇਹ ਜਗਤ ਕੈਸਾ ਹੈ, ਇਹ ਸੰਸਾਰ ਕੈਸਾ ਹੈ ਤੇ ਬ੍ਰਹਮ ਕੈਸਾ ਹੈ? ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਅਵਸਥਾ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਸਿੱਖੋ, ਇਹ ਜਿਹੜਾ ਜਗਤ ਹੈ ਤੇ ਸੱਚੇ ਦੀ ਕਿਰਤ ਤੇ ਸੱਚਾ ਵੀ ਹੈ। ਉਦੋਂ ਤੱਕ ਸੱਚਾ ਹੈ ਜਦੋਂ ਸੱਚੇ ਦੀ ਜੋਤ ਵਿੱਚ ਹੈ, ਤੇ ਜਦੋਂ ਸੱਚੇ ਦੀ ਜੋਤ ਵਿੱਚੋਂ ਨਿਕਲ ਜਾਂਦੀ ਹੈ, ਚਾਹੇ ਉਹ ਕੋਈ ਵੀ ਸਰੀਰ ਹੈ, ਕੋਈ ਆਕਾਰ ਹੈ, ਚਾਹੇ ਸਰੀਰ ਨਰ ਦਾ ਏ ਚਾਹੇ ਨਾਰੀ ਦਾ ਏ, ਉਹ ਨਾਸ਼ ਉਦੋਂ ਹੋ ਜਾਂਦਾ ਜਦੋਂ ਸੱਚੇ ਦੀ ਜੋਤ ਨਿਕਲ ਜਾਂਦੀ ਏ। ਜਦੋਂ ਤੱਕ ਸੱਚ ਦੀ ਜੋਤ ਹੈ ਉਦੋਂ ਤੱਕ ਤੇ ਜਿਉਂਦਾ ਹੈ,
ਉਦੋਂ ਤੱਕ ਤੇ ਚੇਤਨਤਾਈ ਦੇ ਸਹਿਤ ਹੈ। ਚੇਤਨ ਪਰਮੇਸ਼ਰ ਜੀ ਦੀ ਚੇਤਨਤਾਈ ਸੱਤਾ ਨੂੰ ਧਾਰਨ ਕਰਕੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬ੍ਰਹਮ ਤੇ ਜਿਨ੍ਹਾਂ ਨੇ ਪਾਇਆ ਪਦ ਨਿਰਬਾਣੀ ਨਿਰਮਾਣ ਪਦ ਨੂੰ ਬ੍ਰਹਮ ਗਿਆਨ ਦੀ ਪਦਵੀ ਨੂੰ ਪ੍ਰਾਪਤ ਕਰ ਲਿਆ, ਤੁਰਿਆ ਪਦ ਨੂੰ ਪ੍ਰਾਪਤ ਕਰ ਲਿਆ ਨਾ, ਤਿੰਨਾਂ ਦੀ ਦ੍ਰਿਸ਼ਟੀ ਵਿੱਚ ਸੰਸਾਰ ਕੈਸਾ ਹੈ? ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਸੰਸਾਰ ਤੇ ਸੰਸਾਰ ਦਾ ਕਰਤਾ ਕੈਸਾ ਹੈ? ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਦੇ ਹਨ ਗੌੜੀ ਰਾਗ ਦੇ ਅੰਦਰ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਸਿੱਖਾਂ ਦੇ ਸਵਾਲਾਂ ਦੇ ਜਵਾਬ ਅੰਮ੍ਰਿਤ ਬਾਣੀ ਦੁਆਰਾ ਫਰਮਾ ਕਰਕੇ ਦੇ ਰਹੇ ਹਨ ਜੀ। ਉਹ ਅਬਿਨਾਸੀ ਰਾਇਆ। ਸਿੱਖਾਂ ਦਾ ਸਵਾਲ ਹੈ ਪਾਰ ਬ੍ਰਹਮ ਪਰਮੇਸ਼ਰ ਜੀ ਕੈਸੇ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਉਹ ਜੋ ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸੰਪੰਨ ਹੈ ਨਾ, ਅਬਿਨਾਸੀ ਅਬਿਨਾਸੀ ਅਥਵਾ ਅਬਿਨਾਸੀ ਅਬਿਨਾਸੀ ਸਭਨਾ ਦੇ ਅੰਦਰ ਵਸਦਾ ਤੇ ਅਬਿਨਾਸੀ ਨਾਸ਼ ਤੋਂ ਰਹਿਤ ਹੈ। ਉਹ ਕਦੇ ਮਰਦਾ ਨਹੀਂ, ਕਦੇ ਮਿਟਦਾ ਨਹੀਂ, ਕਦੇ ਮੁੱਕਦਾ ਨਹੀਂ, ਕਦੇ ਅਭਾਵ ਨਹੀਂ ਹੁੰਦਾ, ਕਦੇ ਚਲਿਆ ਨਹੀਂ ਜਾਂਦਾ। ਇਸ ਪ੍ਰਕਾਰ ਚਲਾਈ ਮਾਨਗੀ ਤੋਂ ਵੀ ਰਹਿਤ ਹੈ, ਨਾਸ਼ ਤੋਂ ਰਹਿਤ ਹੈ। ਵਿਸ਼ੇਸ਼ ਕਰਕੇ ਬਿਨਾਸੀ ਸਭਨਾ ਨੂੰ ਵਿਨਾਸ਼ ਕਰਨੇ ਵਾਲਾ ਹੈ, ਪਰ ਆਪ ਨਾਸ਼ ਤੋਂ ਰਹਿਤ ਹੈ ਕਿਉਂਕਿ ਉਹ ਰਾਇਆ ਪ੍ਰਕਾਸ਼ ਸਰੂਪ ਹੈ। ਰਾਇਆ ਸਭਨਾ ਦਾ ਰਾਜਾ ਸਰੂਪ ਹੁਕਮ ਕਰਤਾ ਹੈ, ਉਸ ਦੇ ਉੱਪਰ ਹੁਕਮ ਚਲਾਵਣੇ ਵਾਲਾ ਕੋਈ ਨਹੀਂ, ਪਰ ਉਸ ਦਾ ਹੁਕਮ ਸਭਨਾ ਦੇ ਉੱਪਰ ਚੱਲਦਾ ਹੈ। ਨਿਰਭਉ ਸੰਗ ਤੁਮਾਰੇ ਬਸਤੇ। ਹੇ ਗਰੀਬ ਨਿਵਾਜ ਜਿਹੜੇ ਨਿਰਵਾਣ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ ਕਿ ਉਹਨਾਂ ਨੂੰ ਵਿਕਾਰਾਂ ਤੋਂ ਡਰ ਨਹੀਂ ਲੱਗਦਾ। ਸਾਨੂੰ ਤਾਂ ਖੇਦ ਕਰੇ ਅਰ ਬਹੁਤ ਸੰਤਾਵਾ ਹੈ। ਇਹ ਪੰਜ ਜਿਹੜੇ ਵਿਕਾਰ ਨੇ ਬੜਾ ਦੁੱਖ ਦਿੰਦੇ ਨੇ, ਬੜਾ ਸਤਾਉਂਦੇ ਨੇ, ਪਰ ਆਪ ਜੀ ਦਾ ਬਚਨ ਪਾਇਆ ਪਦ ਨਿਰਵਾਣੀ, ਜਿਨ੍ਹਾਂ ਨੇ ਨਿਰਵਾਣ ਪਦ ਨੂੰ ਪਾ ਲਿਆ ਕਿ ਵਿਕਾਰ ਉਹਨਾਂ ਨੂੰ ਤੰਗ ਨਹੀਂ ਕਰਦੇ, ਇਹ ਫਿਰ ਕਾਮ ਕ੍ਰੋਧ ਉਹਨਾਂ ਨੂੰ ਦੁੱਖ ਨਹੀਂ ਦਿੰਦੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭੋਲਿਓ ਸਿੱਖੋ, ਭਰੋਸਾ ਰੱਖੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਵਸਦੇ ਨੇ ਤੇ ਨਿਰਵਾਣ ਪਦ ਵਾਲਿਆਂ ਨੂੰ ਅੰਗ ਸੰਗ ਸਦਾ ਨਜ਼ਰ ਆਉਂਦੇ ਨੇ। ਤੇ ਜਦੋਂ ਨਿਰਭਉ ਪਰਮੇਸ਼ਰ ਜੀ ਸੰਗ ਤੁਮਾਰਾ ਬਸਤੇ, ਤੁਹਾਡੇ ਵਸਦੇ ਹੀ ਅੰਗ ਸੰਗ ਨੇ, ਹੈਨ ਵਾਹਿਗੁਰੂ ਜੀ ਤੁਹਾਡੇ ਨਾਲ। ਇਹੋ ਡਰਨ ਕਹਾਂ ਤੇ ਆਇਆ। ਫਿਰ ਇਹ ਡਰਨ ਜਿਹੜਾ ਡਰ ਹੈ ਡਰਾਉਣ ਵਾਸਤੇ ਕਿੱਥੋਂ ਆਉਂਦਾ ਹੈ? ਭਾਵ ਨਿਰਵਾਣ ਪਦ ਦੇ ਜਿਹੜੇ ਗਿਆਨ ਅਰੂੜ ਅਵਸਥਾ ਦੇ ਅਧਿਕਾਰੀ ਨੇ ਉਹਨਾਂ ਨੂੰ ਵਿਕਾਰਾਂ ਦੇ ਪਾਸੋਂ ਡਰ ਨਹੀਂ ਆਉਂਦਾ। ਹਰੀ ਪਰਮਾਤਮਾ ਜੀ ਸਰਬ ਕਲਾ ਸਮਰੱਥ ਹਰ ਵੇਲੇ ਜਦੋਂ ਨਾਲ ਨੇ ਤੇ ਸਾਧ ਸੰਗਤ ਜੀ ਫਿਰ ਸ਼ੇਰ ਦੀ ਸ਼ਰਨ ਵਿੱਚ ਪੈਣ ਦਾ ਕੀ ਫਾਇਦਾ ਜੇ ਗਿੱਦੜਾਂ ਤੋਂ ਹੀ ਡਰ ਆਉਂਦਾ ਰਵੇ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਕਿਆ ਪੈਣ ਦਾ ਕੀ ਫਾਇਦਾ ਜੇ ਵਿਕਾਰਾਂ ਤੋਂ ਹੀ ਛੁਟਕਾਰਾ ਨਾ ਹੋਇਆ, ਵਿਕਾਰਾਂ ਤੋਂ ਖਲਾਸੀ ਨਾ ਹੋਈ, ਵਿਕਾਰਾਂ ਰੂਪੀ ਗਿੱਦੜਾ ਨੇ ਜੇ ਖਹਿੜਾ ਨਾ ਛੱਡਿਆ ਤੇ ਫਿਰ ਨਿਰਵਾਣ ਪਦ ਕਾਦਾ ਹੋਇਆ? ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਾਸੈ। ਸਿੰਘ ਨਾਮ ਸ਼ੇਰ ਦਾ ਕਤ ਜਾਈਐ, ਕਿਉਂ ਜਾਣਾ ਹੈ? ਕੀ ਫਾਇਦਾ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ? ਜੰਬੁਕ ਜੇ ਗਿੱਦੜੀ ਆ ਕੇ ਗਰਸਦਾ ਰਿਹਾ ਤੇ ਫਿਰ ਨਿਰਵਾਣ ਪਦ ਦਾ ਕੀ ਲਾਭ ਹੋਇਆ ਜੇ ਵਿਕਾਰਾਂ ਰੂਪੀ ਗਿੱਦੜੀ ਗਰਸਦੇ ਰਹੇ? ਭਾਵ ਨਿਰਵਾਣ ਪਦ ਵਾਲਿਆਂ ਨੂੰ, ਜਿਨ੍ਹਾਂ ਨੂੰ ਅੰਤਰ ਆਤਮੇ ਪ੍ਰਮਾਤਮਾ ਜੀ ਮਿਲੇ ਨੇ, ਸਾਖਿਆਤਕਾਰ ਹੋਏ ਨੇ, ਉਹਨਾਂ ਨੂੰ ਵਿਕਾਰਾਂ ਦਾ ਕਿਸੇ ਪ੍ਰਕਾਰ ਡਰ ਨਹੀਂ ਰਹਿ ਜਾਂਦਾ ਹੈ। ਰਹਾਉ ਵਿਸਰਾਮ ਦੇ ਕਰਕੇ ਗਰੀਬ ਨਿਵਾਜ ਫਰਮਾਨ ਕਰਦੇ ਹਨ ਜੀ। ਏਕ ਮਹਿਲ ਤੂੰ ਹੋਏ ਅਫਾਰੂ। ਜੋ ਇਹਨਾਂ ਦਾ ਸਵਾਲ ਨਿਰੰਕਾਰ ਜੀ ਕੈਸੇ ਨੇ ਤੇ ਹਜ਼ੂਰ ਫਰਮਾਵਣਾ ਕਰਦੇ ਨੇ ਕਿ ਜਿਹੜੇ ਨਿਰਵਾਣ ਪਦ ਦੇ ਅਧਿਕਾਰੀ ਨੇ, ਜਿਹੜੇ ਬ੍ਰਹਮ ਨੇਸ਼ਟੀ ਬ੍ਰਹਮ ਸੁਰਤੀ ਨੇ, ਸੰਸਾਰ ਤੇ ਨਿਰੰਕਾਰ ਉਹਨਾਂ ਦੀ ਨਦਰ ਦੁਆਰਾ ਕਥਨ ਕਰਦਾ ਕਰਦੇ ਹਾਂ ਕਿ ਪ੍ਰਮਾਤਮਾ ਸਭ ਜਗ੍ਹਾ ਤੇ ਮੌਜੂਦ ਆਪ ਕਰਤਾ ਹੈ ਤੇ ਜੀਵਾਂ ਦੇ ਪਾਸੋਂ ਸਾਰੇ ਕੰਮਾਂ ਨੂੰ ਕਰਵਾ ਰਿਹਾ ਹੈ। ਜਿਹੜਾ ਸੰਸਾਰ ਉਸ ਦੇ ਹੁਕਮ ਦੇ ਅੰਦਰ ਹੈ ਜੀ। ਸੰਸਾਰ ਕੈਸਾ ਹੈ? ਸੰਸਾਰ ਹੁਕਮ ਦੇ ਅੰਦਰ ਹੈ। ਨਿਰੰਕਾਰ ਕੈਸਾ ਹੈ? ਸਭਨਾਂ ਦੇ ਅੰਗ ਸੰਗ ਵਸ ਰਿਹਾ ਹੈ ਤੇ ਅੰਦਰ ਹੋ ਕਰਕੇ ਭੋਗਤਾ ਵੀ ਆਪ ਹੀ ਹੋ ਰਿਹਾ ਹੈ। ਸਾਰੇ ਜੀਵਾਂ ਦਾ, ਜੀਵਾਂ ਦੇ ਕਰਮਾਂ ਦਾ ਕਰਤਾ ਆਪ ਹੈ ਤੇ ਭੋਗਤਾ ਵੀ ਆਪ ਹੈ। ਸੋ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ ਏਕ ਮਹਿਲ। ਮਹਿਲ ਤੋਂ ਭਾਵ ਹੈ ਇੱਕ ਸਰੂਪ ਦੇ ਅੰਦਰ। ਮਹਿਲ ਤੋਂ ਭਾਵ ਮਹਿਲੀ ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਹੈ ਨਾ, ਇੱਕ ਮਹਿਲਾ ਸਰੀਰ ਦੇ ਅੰਦਰ ਆਫਾਰੋ ਬੜਾ ਅਮੋੜ ਹੋ ਰਿਹਾ ਹੈ, ਬੜਾ ਹੰਕਾਰੀ ਹੋ ਰਿਹਾ ਹੈ।
ਕਹਿਣ ਤੋਂ ਭਾਵ ਹੰਕਾਰੀਆਂ ਦੇ ਅੰਦਰ ਹੰਕਾਰ ਰੂਪ ਵੀ ਪ੍ਰਮਾਤਮਾ ਆਪ ਹੀ ਹੈ। ਏਕ ਮਹਿਲ ਨਿਮਾਨੋ, ਇੱਕ ਮਹਿਲ ਇਕਨਾ ਸਰੀਰਾਂ ਦੇ ਅੰਦਰ ਉਹ ਜੋ ਮਹਿਲੀ ਸਰੂਪ ਪ੍ਰਮਾਤਮਾ ਹੈ ਨਾ, ਬੜਾ ਨਿਮਾਣਾ ਜਿਹਾ ਹੋ ਕੇ ਵਸ ਰਿਹਾ ਹੈ, ਬੜੀ ਨਿਰਮਾਣਤਾ ਦੇ ਸਹਿਤ ਵਸ ਰਿਹਾ ਹੈ। ਹੰਕਾਰੀਆਂ ਦੇ ਅੰਦਰ ਵੀ ਪ੍ਰਮਾਤਮਾ ਜੀ ਆਪ ਨੇ ਤੇ ਨਿਮਾਣਿਆਂ ਦੇ ਅੰਦਰ ਵੀ ਆਪ ਨੇ। ਹੰਕਾਰੀਆਂ ਦੇ ਅੰਦਰ ਹੰਕਾਰ ਰੂਪ ਨੇ, ਨਿਮਾਣਿਆਂ ਦੇ ਅੰਦਰ ਨਿਮਰਤਾ ਰੂਪ ਨੇ। ਸਰੂਪ ਸਾਰੇ ਵਾਹਿਗੁਰੂ ਜੀ ਦੇ ਨੇ। ਏਕ ਮਹਿਲ ਤੂੰ ਆਪੇ ਆਪੇ, ਇੱਕ ਮਹਿਲ ਇਕਨਾ ਸਰੀਰਾਂ ਦੇ ਅੰਦਰ ਜੋ ਪ੍ਰਮਾਤਮਾ ਜੀ ਨੇ ਆਪੇ ਹੀ ਆਪ ਨੇ। ਕਹਿਣ ਤੋਂ ਭਾਵ ਉਹ ਜੀਵ ਆਪਣੇ ਆਪ ਨੂੰ ਸਭ ਕੁਝ ਮੰਨਦਾ, ਜੀ ਮੈਂ ਹੀ ਸਭ ਕੁਝ ਹਾਂ। ਦੁਰਯੋਧਨ ਦੇ ਪਾਸ ਕ੍ਰਿਸ਼ਨ ਜੀ ਗਏ ਤੇ ਕਹਿਣ ਲੱਗੇ, ਜੀ 5 ਪਾਂਡਵਾਂ ਨੂੰ 5 ਪਿੰਡ ਹੀ ਦੇ ਦਿਓ, ਜਗੀਰ ਦੇ ਵਜੋਂ ਆਪਣਾ ਗੁਜ਼ਾਰਾ ਕਰ ਲੈਣਗੇ। ਕਹਿਣ ਲੱਗਾ, ਜੀ ਤੁਸੀਂ 5 ਪਿੰਡਾਂ ਦੀ ਗੱਲ ਕਰਦੇ ਹੋ, ਇੱਕ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਨਹੀਂ ਦੇਣੀ, ਮੈਂ ਮਾਲਕ ਹਾਂ, ਸਭ ਕੁਝ ਮੇਰਾ ਹੈ। ਇਸ ਪ੍ਰਕਾਰ ਇਕਨਾ ਸਰੀਰਾਂ ਦੇ ਅੰਦਰ ਤੇ ਐਵੇਂ ਬੋਲ ਰਿਹਾ ਕਿ ਸਭ ਕੁਝ ਮੇਰਾ ਹੀ ਮੇਰਾ ਹੈ, ਸਭ ਕੁਝ ਮੈਂ ਹੀ ਮੈਂ ਹਾਂ, ਮੇਰੇ ਤੋਂ ਇਲਾਵਾ ਹੋਰ ਦੂਜਾ ਕੋਈ ਨਹੀਂ, ਕਿਸੇ ਚੀਜ਼ ਦਾ ਅਧਿਕਾਰੀ ਜਾਂ ਮਾਲਕ ਜਾਂ ਹੱਕ ਦਾਵਾ ਕਰਨ ਵਾਲਾ। ਏਕ ਮਹਿਲ ਗਰੀਬਾਨੋ, ਤੇ ਇੱਕ ਮਹਿਲ ਇਕਨਾ ਸਰੀਰਾਂ ਦੇ ਅੰਦਰ ਗਰੀਬਾਨੋ, ਬਹੁਤਾ ਹੀ ਗਰੀਬੀ ਵਾਲਾ ਹੈ। ਇਕਨਾ ਮਹਿਲਾਂ ਦੇ ਅੰਦਰ ਤੇ ਰਾਜਾ ਹੋਇਆ ਬੈਠਾ ਜੀ, ਰਾਜ ਕਰ ਰਿਹਾ, ਤੇ ਇਕਨਾ ਦੇ ਅੰਦਰ ਭਿਖਾਰੀ ਹੋਇਆ ਬੈਠਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੀ ਅੰਮ੍ਰਿਤ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 11ਵੀਂ ਅਸ਼ਟਪਦੀ ਸਾਰੀ ਦੀ ਸਾਰੀ ਇਸੇ ਪ੍ਰਕਰਨ ਦੀ ਕਥਨ ਕਰਦੇ ਨੇ। ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਖ ਹਰਖ ਰੰਗ ਹਸੈ। ਪਰਮਾਤਮਾ ਜੀ ਕਿਧਰੇ ਤੇ ਤੁਸੀਂ ਉੱਚੀਆਂ ਦੇ ਅੰਦਰ ਹੰਕਾਰੀਆਂ ਦੇ ਅੰਦਰ ਉੱਚੇ ਹੋ ਕੇ ਬੈਠੇ ਹੋ, ਕਿਧਰੇ ਨੀਵਿਆਂ ਦੇ ਅੰਦਰ ਨੀਵੇਂ ਨਿਮਰਤਾ ਵਾਲੇ ਹੋ ਕੇ ਬੈਠੇ ਹੋ। ਕਦੇ ਦੁੱਖ ਦੇ ਵਿੱਚ ਦੁਖੀ ਹੋ ਰਹੇ ਹੋ ਤੇ ਕਿਧਰੇ ਸੁੱਖ ਨੂੰ ਪ੍ਰਾਪਤ ਕਰਕੇ ਬੜਾ ਹੱਸ ਰਹੇ ਹੋ। ਕਹਿਣ ਤੋਂ ਭਾਵ ਜਿਹੜੇ ਖੁਸ਼ੀਆਂ ਦੇ ਨਾਲ ਹੱਸ ਰਹੇ ਨੇ ਉਹਨਾਂ ਦੇ ਅੰਦਰ ਵੀ ਖੁਸ਼ੀ ਨੂੰ ਤੁਸੀਂ ਮਾਣ ਰਹੇ ਹੋ, ਜਿਹੜੇ ਦੁੱਖਾਂ ਦੇ ਨਾਲ ਦੁਖੀ ਨੇ ਉਹਨਾਂ ਦੇ ਅੰਦਰ ਬੈਠੇ ਦੁੱਖ ਨੂੰ ਵੀ ਤੁਸੀਂ ਭੋਗ ਰਹੇ ਹੋ। ਉੱਚਿਆਂ ਦੇ ਅੰਦਰ ਉੱਚਤਾ ਪ੍ਰਾਪਤ ਕਰਨ ਵਾਲੇ ਵੀ ਤੁਸੀਂ ਤੇ ਨੀਚਾਂ ਦੇ ਅੰਦਰ ਨੀਚਾ ਭਾਵ ਨੂੰ ਧਾਰਨ ਕਰਨ ਵਾਲੇ ਵੀ ਤੁਸੀਂ ਹੋ। ਤੁਹਾਡੇ ਤੇ ਬਾਹਰ ਥੋੜਾ ਕੋਈ ਜੋਗੀ ਅੰਦਰ ਜੋਗੀਆ, ਜੋਗੀਆਂ ਦੇ ਅੰਦਰ ਬੈਠ ਕਰਕੇ ਜੋਗ ਨੂੰ ਕਮਾਉਣੇ ਵਾਲੇ ਵੀ ਤੁਸੀਂ ਹੋ। ਤੂੰ ਭੋਗੀ ਅੰਦਰ ਭੋਗੀਆ, ਤੇ ਭੋਗੀਆਂ ਦੇ ਹਿਰਦਿਆਂ ਦੇ ਅੰਦਰ ਬੈਠੇ ਭੋਗ ਵਿਲਾਸ ਦੇ ਰਸ ਕਸ ਨੂੰ ਮਾਨਣ ਵਾਲੇ ਵੀ ਤੁਸੀਂ ਹੋ, ਕੋਈ ਹੋਰ ਥੋੜਾ। ਜਦੋਂ ਤੁਸੀਂ ਆਪਣੀ ਜੋਤ ਖਿੱਚ ਲੈਂਦੇ ਹੋ ਫਿਰ ਨਾ ਕੋਈ ਜੋਗੀ ਹੈ ਤੇ ਨਾ ਕੋਈ ਭੋਗੀ ਹੈ, ਫਿਰ ਤੇ ਬਸ ਮਿੱਟੀ ਦੀ ਢੇਰੀ ਹੈ। ਜੋਗੀਆਂ ਅੰਦਰ ਜੋਗ ਰੂਪ, ਭੋਗੀਆਂ ਅੰਦਰ ਭੋਗ ਰੂਪ। ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਇਆਲ ਜੀਓ। ਆਪ ਜੀ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ, ਸਵਰਗ ਵਾਸੀਆਂ ਨੇ ਵੀ ਨਹੀਂ ਪਾਇਆ, ਮਸ਼ ਮਾਤ ਲੋਕ ਦੇ ਵਾਸੀਆਂ ਨੇ ਵੀ ਨਹੀਂ ਪਾਇਆ, ਪਇਆਲ ਪਤਾਲ ਲੋਕ ਦੇ ਵਾਸੀਆਂ ਨੇ ਵੀ ਤੁਹਾਡਾ ਅੰਤ ਨਹੀਂ ਪਾਵਣਾ ਕੀਤਾ। ਕਬਹੂ ਸੋਖ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਬ ਆਕਾਸ ਪਇਆਲ। ਕਦੀ ਨਿੰਦਿਆ ਇਤਿਆਦਿਕ ਦੇ ਜਿਹੜੇ ਕਰਮ ਨੇ ਨਾ ਉਹਨਾਂ ਦੀ ਵਿਚਾਰ ਕਰਦੇ ਹੋ। ਇਸੇ ਪ੍ਰਕਾਰ ਕਦੀ ਤਾਂ ਮਨ ਦੀ ਸੁਰਤ ਪਤਾਲਾਂ ਵਿੱਚ ਗਰਕ, ਕਦੇ ਉੱਚੇ ਆਕਾਸ਼ਾਂ ਵਿੱਚ ਜਾ ਚੜਦੀ ਏ। ਮਹਾਰਾਜ ਜਿਹੜੇ ਮਨ ਕਰਕੇ ਗਰਕੇ ਪਏ ਉਹਨਾਂ ਦੇ ਅੰਦਰ ਵੀ ਜੋਤ ਤੁਹਾਡੀ ਹੈ, ਤੇ ਜਿਹੜੇ ਸੱਤਾਂ ਆਕਾਸ਼ਾਂ ਦੀ ਸੈਰ ਕਰਦੇ ਨੇ ਸੁਰਤ ਉਹਨਾਂ ਵਿੱਚ ਵੀ ਤੁਹਾਡੀ ਹੈ। ਕਬਹੂ ਬੇਤਾ ਬ੍ਰਹਮ ਵਿਚਾਰ, ਤੇ ਕਦੇ ਬ੍ਰਹਮ ਬੇਤੇ ਤਤ ਬੇਤੇ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਕਰਦੇ ਹੋ। ਬ੍ਰਹਮ ਬੇਤੇ ਵੀ ਤੁਸੀਂ ਆਪ, ਹੰਕਾਰੀਆਂ ਦੇ ਅੰਦਰ ਹੰਕਾਰ ਰੂਪ ਵੀ ਆਪ, ਸੋਭੀਆਂ ਦੇ ਅੰਦਰ ਸੋਗ, ਭੋਗੀਆਂ ਦੇ ਅੰਦਰ ਭੋਗ, ਸਾਰੇ ਰਸਾਂ ਕਸਾਂ ਨੂੰ ਮਾਨਣ ਵਾਲੇ ਤੁਸੀਂ ਆਪ ਹੀ ਹੋ। ਆਪੇ ਬਹੁ ਬੇਦ ਰੰਗਲਾ ਸਖੀਏ ਮੇਰਾ ਲਾਲ। ਹੇ ਜਗਿਆਸੂ ਰੂਪ ਸਖੀਏ ਸਹੇਲੀਏ, ਜਿਹੜਾ ਮੇਰਾ ਪਿਆਰਾ ਹਰੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਲਾਲ, ਲਾਲ ਦਾ ਅਰਥ ਹੈ ਪਿਆਰਾ। ਪਿਆਰਾ ਵਾਹਿਗੁਰੂ ਹੈ ਨਾ, ਉਹ ਅਤਿਅੰਤ ਚੋਜਾਂ ਦੇ ਕਰਨ ਵਾਲਾ ਹੈ, ਸਾਰੇ ਰਸਾਂ ਕਸਾਂ ਦੇ ਮੰਨਣੇ ਵਾਲਾ ਵੀ ਉਹ ਆਪ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਰਸ ਰੂਪ ਵੀ ਆਪ ਹੈ, ਰਸੀਆ ਵੀ ਆਪ ਹੈ, ਤੇ ਰਸਾਂ ਕਸਾਂ ਨੂੰ ਮੰਨਣ ਵਾਲਾ ਵੀ ਹਰੀ ਪ੍ਰਮਾਤਮਾ ਆਪ ਹੈ। ਇਹ ਬ੍ਰਹਮ ਦ੍ਰਿਸ਼ਟੀ ਹੈ। ਸਭਨਾਂ ਦੇ ਅੰਦਰ ਕੇਵਲ ਤਾਂ ਕੇਵਲ ਇੱਕ ਬ੍ਰਹਮ ਦੀ ਹੀ ਜੋਤ ਨਜ਼ਰ ਆਉਣੀ, ਦੂਸਰਾ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ। ਸੱਚੇ ਪਾਤਸ਼ਾਹ ਇਕਨਾ ਦੇ ਅੰਦਰ ਤੇ ਤੁਸੀਂ ਆਪੇ ਆਪ ਹੋ ਕਰਕੇ ਬੈਠੇ ਹੋ। ਉਹ ਹੰਕਾਰੀ ਕਹਿੰਦਾ ਜੀ ਮੇਰੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ, ਉਸ ਦੇ ਅੰਦਰ ਵੀ ਹੰਕਾਰ ਰੂਪ ਤੁਸੀਂ ਹੋ। ਇੱਕ ਅਤਿਅੰਤ ਗਰੀਬੜੇ ਵਿਚਾਰੇ ਭਿਖਾਰੀ ਹੋਏ ਬੈਠੇ ਨੇ, ਮਹਾਰਾਜ ਉਹਨਾਂ ਦੇ ਅੰਦਰ ਗਰੀਬੀ ਦੇ ਦੁੱਖ ਨੂੰ ਧਾਰਨੇ ਵਾਲੇ ਵੀ ਤੁਸੀਂ ਆਪ ਹੀ ਹੋ।
ਏਕ ਮਹਿਲ ਤੂੰ ਪੰਡਿਤ ਬਖਤਾ। ਇੱਕ ਮਹਿਲ, ਮਹਿਲੀ ਸਰੂਪ ਪਰਮੇਸ਼ਰ ਜੀ, ਇਕਨਾ ਸਰੀਰਾਂ ਦੇ ਅੰਦਰ ਤੇ ਤੁਸੀਂ ਪੰਡਿਤ, ਵਿਚਾਰ ਕਰਨੇ ਵਾਲੇ ਬਖਤਾ, ਸ੍ਰੇਸ਼ਟ ਬਖਤਾ। ਬਚਨਾਂ ਨੂੰ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਬਖਤਾ, ਉਚਾਰਨ ਕਰਨੇ ਵਾਲਾ, ਕਥਾ ਦੇ ਕਰਨੇ ਵਾਲਾ, ਉਪਦੇਸ਼ ਦੇ ਕਰਨੇ ਵਾਲਾ, ਪਰਮਚਨਾਂ ਦੇ ਫਰਮਾਵਣੇ ਵਾਲਾ, ਸੋ ਕਹੀਏ ਬਖਤਾ। हे ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਕਨਾਂ ਦੇ ਅੰਦਰ ਤੇ ਵੱਡੇ ਭਾਰੀ ਪੰਡਿਤ ਵਿਦਵਾਨ ਵਿਦਿਆ ਨੂੰ ਧਾਰਨ ਕਰਕੇ ਬਖਤਾ ਸਰੂਪ ਹੋ ਕਰਕੇ ਆਪ ਜੀ ਬੋਲ ਰਹੇ ਹੋ, ਵਸ ਰਹੇ ਹੋ। ਏਕ ਮਹਿਲ ਖਲ ਹੋਤਾ। ਇੱਕ ਮਹਿਲ ਇਕਨਾ ਸਰੀਰਾਂ ਦੇ ਅੰਦਰ ਮੂਰਖਤਾਈ ਨੂੰ ਧਾਰਨ ਕੀਤਾ ਹੋਇਆ ਏ। ਸੱਚੇ ਪਾਤਸ਼ਾਹ ਉਹਨਾਂ ਮੂਰਖਾਂ ਦੇ ਅੰਦਰ ਵੀ ਜੋਤ ਤੁਹਾਡੀ ਤੁਸੀਂ ਵਸ ਰਹੇ ਹੋ, ਤੇ ਉਹਨਾਂ ਪੰਡਤਾਂ ਦੇ ਅੰਦਰ ਵੀ ਤੁਸੀਂ ਵਸ ਰਹੇ ਹੋ। ਜਦੋਂ ਜੋਤ ਹੀ ਤੁਹਾਡੀ ਏ ਤਾਂ ਸੱਚੇ ਪਾਤਸ਼ਾਹ ਉਸ ਮੂਰਖ ਦਾ ਰੂਪ ਵੀ ਤੁਸੀਂ ਹੀ ਧਾਰਨ ਕੀਤਾ ਹੈ, ਤੇ ਪੰਡਿਤ ਵਿਦਵਾਨ ਵੀ ਤੁਸੀਂ ਆਪ ਹੀ ਹੋ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ। ਇੱਕ ਮਹਿਲ ਇਕਨਾ ਸਰੀਰਾਂ ਨੂੰ ਧਾਰਨ ਕਰਕੇ ਤੁਸੀਂ ਸਭ ਕੁਝ ਹੀ ਗ੍ਰਾਹਜ ਗ੍ਰਹਿਣ ਕਰਦੇ ਹੋ। ਗ੍ਰਸਤੀ ਰੂਪ ਹੋ ਕਰਕੇ ਪਦਾਰਥਾਂ ਨੂੰ ਵੀ ਇਕੱਤਰ ਕਰਦੇ ਹੋ, ਰਸਾਂ ਕਸਾਂ ਨੂੰ ਵੀ ਮਾਣਦੇ ਹੋ, ਭੋਗਾਂ ਨੂੰ ਵੀ ਭੋਗਦੇ ਹੋ। ਮਹਾਰਾਜ ਸਭ ਕੁਝ ਗ੍ਰਾਹਜ ਗ੍ਰਹਿਣ ਕਰਤਾ ਹੋ ਤੁਸੀਂ। ਏਕ ਮਹਿਲ ਕਛੂ ਨਾ ਲੇਤਾ। ਇੱਕ ਮਹਿਲ ਇਕਨਾ ਸਰੀਰਾਂ ਨੂੰ ਧਾਰਨ ਕਰਕੇ ਤੁਸੀਂ ਵਿਰਕਤੀ ਹੋ ਗਏ, ਸੰਸਾਰ ਤੋਂ ਕਿਨਾਰਾ ਹੀ ਕਰ ਲਿਆ, ਪਾਉਣਹਾਰੀ ਹੋ ਗਏ, ਕਿਸੇ ਦੇ ਪਾਸੋਂ ਕੁਝ ਪਦਾਰਥ ਨੂੰ ਲੈਣਾ ਹੀ ਨਹੀਂ ਕਰਦੇ ਹੋ। ਗ੍ਰਸਥੀਆਂ ਦੇ ਅੰਦਰ ਗ੍ਰਸਥ ਰੂਪ ਵੀ ਤੁਸੀਂ ਆਪ ਹੋ, ਵਿਰਕਤਾਂ ਦੇ ਅੰਦਰ ਵਿਰਕਤ ਬਿਰਤੀ ਨੂੰ ਧਾਰਨ ਕਰਨ ਵਾਲੇ ਵੀ ਤੁਸੀਂ ਆਪ ਹੋ। ਸੱਚੇ ਪਾਤਸ਼ਾਹ ਇਹ ਸਾਰੇ ਸਰੂਪ ਤੁਹਾਡੇ ਨੇ। ਇਸ ਪ੍ਰਕਾਰ ਪਾਇਆ ਪਦ ਨਿਰਬਾਣੀ, ਜਿਨ੍ਹਾਂ ਨੇ ਨਿਰਬਾਣ ਪਦਵੀ ਨੂੰ ਪ੍ਰਾਪਤ ਕਰ ਲਿਆ, ਤਿੰਨਾਂ ਦੀ ਬ੍ਰਹਮ ਗਿਆਨੀਆਂ ਦੀ ਜੋ ਦ੍ਰਿਸ਼ਟੀ ਸਤਿਗੁਰੂ ਜੀ ਕਥਨ ਕਰ ਰਹੇ ਨੇ, ਸੰਸਾਰ ਕੈਸਾ ਤੇ ਸੰਸਾਰ ਨੂੰ ਚਲਾਉਣੇ ਵਾਲਾ ਕੈਸਾ। ਨਾਨਾ ਪ੍ਰਕਾਰ ਦੇ ਭੇਖ ਨੇ ਸੰਸਾਰ ਦੇ, ਅਮੀਰ ਦਾ, ਗਰੀਬ ਦਾ, ਰਾਜੇ ਦਾ, ਭਿਖਾਰੀ ਦਾ, ਵਿਰਕਤ ਦਾ, ਗ੍ਰਸਥੀ ਦਾ। ਇਹ ਸੰਸਾਰ ਦੇ ਰੂਪ ਨੇ, ਪਰ ਨਿਰੰਕਾਰ ਜੀ ਕੈਸੇ ਨੇ, ਸਭਨਾਂ ਦੇ ਅੰਦਰ ਆਪ ਹੀ ਵਸ ਰਹੇ ਨੇ। ਇਸ ਕਰਕੇ ਸਾਰੇ ਸਰੂਪ ਨਿਰੰਕਾਰ ਜੀ ਦੇ ਹੀ ਹਨ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸੱਚੇ ਪਾਤਸ਼ਾਹ ਤੁਹਾਡਾ ਆਪਣਾ ਇੱਕ ਵੀ ਸਰੀਰ ਨਹੀਂ, ਨਿਰੰਕਾਰ ਨਿਰਾਕਾਰ ਹੋ, ਪਰ ਸਾਰੇ ਸਰੀਰਾਂ ਦੇ ਅੰਦਰ ਜੋਤ ਤੁਹਾਡੀ ਏ। ਇਸ ਕਰਕੇ ਜਿੰਨੇ ਹਜ਼ਾਰਾਂ ਸਰੀਰ ਨਜ਼ਰ ਆਉਂਦੇ ਨੇ ਨਾ, ਇਹ ਸਾਰੇ ਤੁਹਾਡੇ ਹੀ ਆ, ਕਿਉਂਕਿ ਵਾਸੁਦੇਵ ਵਿੱਚ ਤੁਸੀਂ ਹੋ ਜੋਤ ਰੂਪ ਹੋ ਕਰਕੇ। ਸਰਗੁਣ ਸਰੂਪ ਕਰਕੇ ਤੁਹਾਡਾ ਇੱਕ ਵੀ ਪਦ ਪੈਰ ਨਹੀਂ, ਪਰ ਸੱਚੇ ਨਿਰਗੁਣ ਕਰਕੇ ਇੱਕ ਵੀ ਪਦ ਪੈਰ ਨਹੀਂ, ਪਰ ਸਰਗੁਣ ਸਰੂਪ ਮੂਰਤੀਆਂ ਆਕਾਰ ਜਿੰਨੇ ਨਜ਼ਰ ਆਉਂਦੇ ਸਾਰੇ ਪੈਰ ਤੁਹਾਡੇ ਹੀ ਨੇ। ਨਿਰਗੁਣ ਕਰਕੇ ਤੁਹਾਡਾ ਇੱਕ ਵੀ ਨੱਕ ਨਹੀਂ, ਇੱਕ ਵੀ ਨੈਣ ਅੱਖ ਨਹੀਂ, ਪਰ ਸਰਗੁਣ ਸਰੂਪ ਕਰਕੇ ਜਿਤਨੇ ਆਕਾਰ ਨਜ਼ਰ ਆਉਂਦੇ ਨੇ, ਇਹ ਸਾਰੇ ਕੰਨ, ਸਾਰੀਆਂ ਅੱਖਾਂ, ਸਭ ਕੁਝ ਤੁਹਾਡਾ ਹੀ ਹੈ ਮਹਾਰਾਜ। ਇਸ ਪ੍ਰਕਾਰ ਬ੍ਰਹਮ ਦ੍ਰਿਸ਼ਟੀ ਦੇ ਨਾਲ ਕਥਨ ਕਰਨਾ ਕਰਦੇ ਨੇ। ਇਕਨਾ ਸਰੀਰਾਂ ਦੇ ਅੰਦਰ ਰਾਜਾ ਹੋ ਬੈਠੇ ਹੋ, ਇਕਨਾ ਸਰੀਰਾਂ ਦੇ ਅੰਦਰ ਭਿਖਾਰੀ ਹੋ ਬੈਠੇ ਹੋ, ਇਕਨਾ ਸਰੀਰਾਂ ਦੇ ਅੰਦਰ ਨਿਮਾਣੇ ਹੋ ਬੈਠੇ ਹੋ। ਵਾਹਿਗੁਰੂ ਜੀ, ਇਕਨਾ ਸਰੀਰਾਂ ਦੇ ਅੰਦਰ ਅਫਾਰੋ, ਬੜੇ ਆਫਰੇ ਹੰਕਾਰੀ ਨੂੰ ਧਾਰਨ ਕਰਕੇ ਬੈਠੇ ਹੋ ਤੁਸੀਂ। ਕਾਠ ਕੀ ਪੁੱਤਰੀ ਕਹਾਂ ਕਰੈ ਬਪੁਰੀ। ਹੁਣ ਪ੍ਰਤੱਖ ਸੰਸਾਰ ਨੂੰ, ਜਗਤ ਨੂੰ ਦਿਖਾਉਂਦੇ ਨੇ ਸਿੱਖੋ। ਜਿਵੇਂ ਬਾਜੀਗਰ ਹੁੰਦਾ ਨਾ, ਤਮਾਸ਼ਾ ਕਰਦਾ ਹੈ ਪੁਤਲੀਆਂ ਨੂੰ ਨਚਾਉਣ ਵਾਲਾ, ਜਿਹੋ ਜਿਹੇ ਬਸਤਰ ਪੁਤਲੀਆਂ ਨੂੰ ਪਾਉਣੇ ਉਸ ਬਾਜੀਗਰ ਨੂੰ ਪਾਉਂਦੇ ਨੇ, ਉਹੋ ਜਿਹੇ ਬਸਤਰ ਪਾ ਦਿੰਦਾ। ਜਿਹੋ ਜਿਹਾ ਨਾਚ ਨਚਾਉਣਾ ਪਾਉਂਦਾ ਹੈ, ਡੋਰਾਂ ਬੰਨੀਆਂ ਹੁੰਦੀਆਂ, ਉਹਨਾਂ ਡੋਰਾਂ ਨੂੰ ਖਿੱਚ ਕਰਕੇ, ਧਾਗਿਆਂ ਨੂੰ ਖਿੱਚ ਕਰਕੇ ਜਿਵੇਂ ਜਿਵੇਂ ਪਾਉਂਦਾ, ਤਿਵੇਂ ਤਿਵੇਂ ਪੁਤਲੀਆਂ ਨੂੰ ਨਚਾਉਂਦਾ ਹੈ। ਇਹ ਪੁਰਾਤਨ ਸਮੇਂ ਦੀ ਇੱਕ ਖੇਡ ਹੋਇਆ ਕਰਦੀ ਸੀ। ਮੰਚ ਤੇ, ਸਟੇਜ ਤੇ ਪੁਤਲੀਆਂ ਇਤਿਆਦਿਕ ਖੜੀਆਂ ਕਰਕੇ, ਡੋਰਾ ਖਿੱਚ ਕਰਕੇ ਉਹਨਾਂ ਦੇ ਨਾਚ ਨਚਾਉਣੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸੰਸਾਰ ਦੇ ਵਿੱਚ ਜੇ ਕੋਈ ਹੰਕਾਰੀ ਹੈ ਤੇ ਹੰਕਾਰੀ ਹੋ ਜਾਣਾ ਉਹਦੇ ਵੱਸ ਦੀ ਗੱਲ ਨਹੀਂ। ਜੇ ਕੋਈ ਗਰੀਬ ਹੈ ਤੇ ਗਰੀਬੀ ਵਿੱਚ ਰਹਿਣਾ ਵੀ ਉਸਦੇ ਵੱਸ ਦੀ ਗੱਲ ਨਹੀਂ। ਕੋਈ ਗਰੀਬ ਥੋੜਾ ਰਹਿਣਾ ਚਾਹੁੰਦਾ। ਜੇ ਕੋਈ ਹੰਕਾਰ ਦੇ ਨਾਲ ਆਫਰਿਆ ਫਿਰਦਾ ਹੈ ਤੇ ਮਨੋਂ ਥੋੜਾ ਚਾਹੁੰਦਾ ਮੈਂ ਆਫਰ ਜਾਵਾਂ, ਮੇਰੇ ਗੁਣੀ ਨਾਸ਼ ਹੋ ਜਾਣ। ਇਸੇ ਪ੍ਰਕਾਰ ਚਾਹੇ ਕੋਈ ਰਾਜਾ ਏ, ਚਾਹੇ ਕੋਈ ਪ੍ਰਜਾ ਏ, ਚਾਹੇ ਕੋਈ ਅਮੀਰ ਏ, ਗਰੀਬ ਏ, ਕੰਗਾਲ ਏ, ਰੰਕ ਏ, ਸਧਾਰਨ ਪੁਰਸ਼ ਏ, ਗ੍ਰਸਤੀ ਏ, ਜਾਨ ਬਾਨ ਪ੍ਰਸਤੀ ਏ, ਆਪਣੇ ਹੱਥ ਕਿਸੇ ਦੇ ਵੀ ਕੁਝ ਨਹੀਂ। ਜਿਵੇਂ ਲੱਕੜ ਦੀਆਂ, ਕਾਠ ਦੀਆਂ ਪੁਤਲੀਆਂ ਨੱਚਣਾ ਉਹਨਾਂ ਦੇ ਵਸ ਨਹੀਂ। ਕਹਾ ਕਰੇ ਬਪਰੀ, ਉਹ ਵਿਚਾਰੀਆਂ ਆਪਣੇ ਬਲ ਤਾਣ ਦੇ ਨਾਲ ਕੁਝ ਨਹੀਂ ਕਰ ਸਕਦੀਆਂ। ਕੀ ਵਸ ਹੈ ਉਹਨਾਂ ਦੇ, ਕੀ ਕਰ ਸਕਦੀਆਂ ਹਨ? ਖਿਲਾਵਨ ਹਾਰੂ ਜਾਣੈ। ਜਿਹੜਾ ਉਹਨਾਂ ਪੁਤਲੀਆਂ ਨੂੰ ਖਿਡਾਉਣ ਵਾਲਾ, ਨਚਾਉਣ ਵਾਲਾ, ਉਹ ਜਾਣਦਾ ਕਿਹੜੀ ਕਿਹੜੀ ਪੁਤਲੀ ਨੂੰ ਕਿਵੇਂ ਨਚਾਉਣਾ ਹੈ, ਤੇ ਜਿਹੜੀ ਜਿਹੜੀ ਪੁਤਲੀ ਨੂੰ ਜਿਵੇਂ ਜਿਵੇਂ ਨਚਾਉਣਾ ਪਾਉਂਦਾ ਤਿਵੇਂ ਤਿਵੇਂ ਨਚਾਉਂਦਾ ਹੈ।
ਸਾਧ ਸੰਗਤ ਜੀ ਜਿਹੜੇ ਤੇ ਬਜ਼ੁਰਗ ਨੇ ਜਾਂ ਸਿਆਣੇ ਨੇ, ਵਡੇਰੀ ਉਮਰ ਵਾਲੇ ਨੇ, ਉਹ ਇਹਨਾਂ ਪੁਤਲੀਆਂ ਦੇ ਨਾਚ ਨੂੰ ਜਾਣਦੇ ਨੇ, ਉਹਨਾਂ ਸੁਣੇ ਜਾਂ ਵੇਖੇ ਨੇ। ਪਰ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੁਤਲੀਆਂ ਦੇ ਨਾਚ ਦਾ ਨਹੀਂ ਪਤਾ, ਉਹਨਾਂ ਨੇ ਪੁਤਲੀਆਂ ਨੱਚਦੀਆਂ ਨਹੀਂ ਦੇਖੀਆਂ ਹੋਣਗੀਆਂ। ਤੇ ਇਸੇ ਪ੍ਰਕਾਰ ਆਧਾਰ ਕਦੇ ਨਹੀਂ ਬਦਲਦਾ, ਉਦਾਹਰਣ ਬਦਲ ਜਾਂਦੀ ਹੈ। ਪਹਿਲਿਆਂ ਸਮਿਆਂ ਦੇ ਵਿੱਚ ਹਾਥੀ ਘੋੜਿਆਂ ਦਾ ਜ਼ਿਕਰ ਸੀ, ਅੱਜ ਹਾਥੀ ਘੋੜੇ ਜਿਹੜੇ ਪ੍ਰਚਲਿਤ ਨਹੀਂ ਤਾਂ ਅੱਜ ਗੱਡੀਆਂ ਮੋਟਰਾਂ ਦੀ ਉਦਾਹਰਣ ਦੇਣੀ ਪੈਂਦੀ ਹੈ। ਪੁਰਾਤਨ ਸਮੇਂ ਦੇ ਅੰਦਰ ਪੁਤਲੀਆਂ ਪ੍ਰਚਲਿਤ ਸਨ, ਉਹ ਪੁਤਲੀਆਂ ਦੀ ਉਦਾਹਰਣ ਹੈ। ਆਧਾਰ ਉਹੀ ਰਹੇਗਾ, ਉਦਾਹਰਣ ਬਦਲੇਗੀ। ਅੱਜ ਦੇ ਸਮੇਂ ਦੇ ਅਨੁਸਾਰ ਬੱਚਿਆਂ ਨੇ ਪੁਤਲੀਆਂ ਤੇ ਨਹੀਂ ਦੇਖੀਆਂ, ਪਰ ਰਿਮੋਟ ਵਾਲੀਆਂ ਕਾਰਾਂ ਤੇ ਰਿਮੋਟ ਵਾਲੇ ਜਹਾਜ਼ ਸਭਨਾਂ ਨੇ ਦੇਖੇ ਤੇ ਚਲਾਏ ਹੁੰਦੇ ਨੇ। ਹੁਣ ਰਿਮੋਟ ਵਾਲੀ ਛੋਟੀ ਜੀ ਕਾਰ ਹੈ ਜਾਂ ਉੱਡਣ ਵਾਲਾ ਜਹਾਜ਼ ਹੈ, ਹੁਣ ਕਾਰ ਦੇ ਵਾਸ ਥੋੜਾ ਕਿ ਕਿਵੇਂ ਚੱਲਣਾ। ਉਹ ਤੇ ਜਿਹਦੇ ਹੱਥ 'ਚ ਰਿਮੋਟ ਫੜਿਆ ਉਹਦੀ ਮਰਜ਼ੀ ਹੈ, ਕਾਰ ਨੂੰ ਅੱਗੇ ਨੂੰ ਭਜਾ ਦੇਵੇ, ਪਿੱਛੇ ਖਿੱਚ ਲਵੇ, ਕੰਧ 'ਚ ਮਾਰ ਦੇਵੇ, ਪਲਟਾ ਦੇਵੇ, ਉਲਟਾ ਦੇਵੇ। ਜਿਹਦੇ ਹੱਥ 'ਚ ਰਿਮੋਟ ਹੈ ਨਾ, ਉਹੀ ਜਾਣਦਾ ਇਸ ਨੂੰ ਕਿਵੇਂ ਚਲਾਉਣਾ ਹੈ। ਇਸ ਪ੍ਰਕਾਰ ਇਹ ਮੌਜੂਦਾ ਸਮੇਂ ਦੀ ਉਦਾਹਰਣ ਹੈ। ਜਿਸ ਦੇ ਹੱਥ ਵਿੱਚ ਰਿਮੋਟ ਹੈ ਉਹਨੂੰ ਪਤਾ ਟੀਵੀ ਦਾ ਕਿਹੜਾ ਚੈਨਲ ਲਾਉਣਾ ਤੇ ਕਿਹੜਾ ਬਦਲ ਦੇਣਾ ਹੈ, ਕਿੰਨੀ ਆਵਾਜ਼ ਘੱਟ ਕਰਨੀ ਹੈ, ਕਿੰਨੀ ਵੱਧ ਕਰ ਦੇਣੀ। ਹੁਣ ਟੈਲੀਵਿਜ਼ਨ ਦੇ ਆਪਣੇ ਥੋੜਾ ਕੁਝ ਵਸ ਹੈ, ਉਹ ਤੇ ਜਿਹਦੇ ਹੱਥ 'ਚ ਰਿਮੋਟ ਹੈ ਉਸਨੇ ਕੰਟਰੋਲ ਕਰਨਾ ਹੈ। ਇਸੇ ਪ੍ਰਕਾਰ ਜਿਤਨੇ ਸਰੀਰ ਨੇ, ਜਿਤਨੀਆਂ ਪੁਤਲੀਆਂ ਨੇ, ਇਸਤਰੀ ਨੇ, ਪੁਰਖ ਨੇ, ਨਰ ਨੇ, ਨਾਰ ਨੇ, ਪਸ਼ੂ ਨੇ, ਪੰਛੀ ਨੇ, ਇਹਨਾਂ ਸਾਰਿਆਂ ਜੀਵਾਂ ਦੇ ਆਪਣੇ ਵਸ ਕੁਝ ਵੀ ਨਹੀਂ। ਉਹ ਜੋ ਕਰ ਤਾਰ ਹੈ ਨਾ, ਕਰ ਜਿਸ ਦੇ ਹੱਥ ਦੇ ਵਿੱਚ ਤਾਰ ਹੁਕਮ ਰੂਪੀ ਡੋਰੀ ਹੈ ਸਾਰੇ ਜੀਵਾਂ ਦੀ, ਉਸ ਨੂੰ ਪਤਾ ਕਿਹੜੀ ਕਿਹੜੀ ਪੁਤਲੀ ਨੂੰ, ਕਿਹੜੇ ਕਿਹੜੇ ਸਰੀਰ ਨੂੰ ਕਿਵੇਂ ਨਚਾਉਣਾ ਹੈ, ਕਿਹੜੇ ਕਿਹੜੇ ਸਰੀਰ ਤੋਂ ਕਿਹੜਾ ਕਿਹੜਾ ਕਾਰਜ ਕਰਾਉਣਾ ਹੈ। ਇਸ ਪ੍ਰਕਾਰ ਉਹ ਖਿਡਾਵਣਹਾਰਾ ਹੀ ਸਾਰੀਆਂ ਪੁਤਲੀਆਂ ਦੀ ਗਤ ਨੂੰ ਜਾਣਦਾ ਹੈ, ਸਾਰਿਆਂ ਦੀ ਕਰਮ ਮਰਿਆਦਾ ਨੂੰ ਜਾਣਦਾ ਹੈ। ਜੈਸਾ ਭੇਖ ਕਰਾਵੇ ਬਾਜੀਗਰ, ਜਿਵੇਂ ਪੁਤਲੀਆਂ ਨੂੰ ਜਿਹੋ ਜਿਹਾ ਭੇਖ ਬਾਜੀਗਰ ਪਵਾ ਦਿੰਦਾ, ਕਰਵਾ ਦਿੰਦਾ, ਤੇ ਇਹੋ ਜਿਹਾ ਭੇਖ ਧਾਰਨ ਕਰਦੀਆਂ ਨੇ। ਉਹ ਤੈਸੋ ਹੀ ਸਾਜ ਆਨੈ, ਉਹੋ ਜਿਹਾ ਹੀ ਸਾਜ ਸਾਜ ਕੇ ਪੁਤਲੀਆਂ ਆ ਜਾਂਦੀਆਂ ਨੇ, ਸੱਜ ਕੇ ਆ ਜਾਂਦੀਆਂ ਨੇ, ਜਿਹੋ ਜਿਹੀਆਂ ਸਜਾ ਕੇ ਮੰਚ ਤੇ ਪੇਸ਼ ਕਰ ਦਿੰਦਾ ਬਾਜੀਗਰ। ਇਸੇ ਪ੍ਰਕਾਰ ਜੀਵ ਦੇ ਪੂਰਵੇ ਜਨਮਾਂ ਦੇ ਕਰਮਾਂ ਦੇ ਅਨੁਸਾਰ ਜਿਹੋ ਜਿਹਾ ਕਰਮਾਂ ਨੂੰ ਸਾਜ ਦੇ ਕਰਕੇ ਪ੍ਰਮਾਤਮਾ ਜੀ ਨੇ ਧਰਤੀ ਤੇ ਭੇਜਣਾ ਕੀਤਾ, ਉਹੋ ਜਿਹਾ ਸਾਜ ਸ਼ਿੰਗਾਰ ਲੈ ਕਰਕੇ ਜੀਵ ਆ ਗਏ। ਕੋਈ ਗੁਣਾ ਦਾ ਸ਼ਿੰਗਾਰ ਲੈ ਕਰਕੇ ਆ ਗਿਆ, ਕੋਈ ਔਗਣਾ ਦਾ ਸਾਜ ਲੈ ਕਰਕੇ ਆ ਗਿਆ, ਕੋਈ ਗੁਰਮੁਖਤਾਈ ਨੂੰ ਧਾਰਨ ਕਰਕੇ ਆ ਗਿਆ, ਕੋਈ ਮਨਮੁਖਤਾਈ ਨੂੰ ਧਾਰਨ ਕਰਕੇ ਆ ਗਿਆ। ਪਰ ਇਹ ਜੀਵਾਂ ਦੇ ਵਸ ਵਿੱਚ ਨਹੀਂ। ਪਰਮਾਤਮਾ ਜੀ ਆਪਣੀ ਹੁਕਮ ਰੂਪੀ ਡੋਰ ਦੇ ਨਾਲ ਜਿਵੇਂ ਇਹਨਾਂ ਨੂੰ ਨਚਾਉਂਦੇ ਨੇ ਤਿਵੇਂ ਨੱਚਦੇ ਨੇ। ਕਰਮਾਂ ਦੇ, ਇਹਨਾਂ ਦੇ ਪੂਰਬਲੇ ਕਰਮਾਂ ਦੇ ਅਨੁਸਾਰ ਜਿਹੋ ਜਿਹੇ ਪਰਮਾਤਮਾ ਜੀ ਨੇ ਸਾਜ ਦਿੱਤਾ, ਉਹੋ ਜਿਹਾ ਸਾਜ ਲੈ ਕਰਕੇ ਦੁਨੀਆ ਦੇ ਉੱਪਰ ਆ ਗਏ। ਅਨੇਕ ਕੋਠਰੀ ਬਹੁਤ ਭਾਂਤ ਕਰਿਆ, ਇਹ ਜਿਹੜੀਆਂ ਸਰੀਰਾਂ ਰੂਪੀ ਬਹੁਤ ਸਾਰੀਆਂ ਕੋਠੜੀਆਂ ਨੇ ਨਾ, ਬਹੁਤਿਆਂ ਤਰੀਕਿਆਂ ਦੇ ਨਾਲ, ਕਿਸੇ ਦੀਆਂ ਕਾਲੀਆਂ, ਕਿਸੇ ਦੀਆਂ ਚਿੱਟੀਆਂ, ਕਿਸੇ ਦੀਆਂ ਲੰਬੀਆਂ, ਕਿਸੇ ਦੀਆਂ ਛੋਟੀਆਂ, ਭਾਵ ਦੇਹਾਂ ਤੋਂ ਹੈ। ਇਹ ਸਾਰੀਆਂ ਕੋਠੜੀਆਂ ਨੇ। ਜੀਵ ਜੰਤੂਆਂ ਦੀਆਂ ਕੋਠੜੀਆਂ, ਸਰੀਰ ਬੜੇ ਨਿੱਕੇ ਨੇ, ਨਾਰੀ ਪੁਰਖਾਂ ਦੇ ਉਸ ਦੇ ਮੁਕਾਬਲੇ ਵੱਡੇ ਨੇ, ਤੇ ਜੰਗਲੀ ਜਾਨਵਰਾਂ ਦੇ ਉਸ ਤੋਂ ਵੱਡੇ ਨੇ। ਅਨੇਕ ਪ੍ਰਕਾਰ ਦੀਆਂ, ਅਨੇਕ ਤਰ੍ਹਾਂ ਦੀਆਂ ਕੋਠੜੀਆਂ ਸਾਰੀਆਂ ਸਰੀਰਾਂ ਰੂਪੀ ਪ੍ਰਮਾਤਮਾ ਜੀ ਨੇ ਆਪ ਹੀ ਸ਼ਿੰਗਾਰੀਆਂ, ਬਣਾਈਆਂ ਹਨ, ਰਚੀਆਂ ਹਨ। ਆਪ ਹੁਆ ਰਖਵਾਰਾ, ਤੇ ਸਾਰਿਆਂ ਦਾ ਰਖਵਾਲਾ ਵੀ ਪ੍ਰਮਾਤਮਾ ਜੀ ਫਿਰ ਆਪ ਹੀ ਹੋ ਰਿਹਾ ਹੈ। ਆਪੇ ਪੁਤਲੀਆਂ ਸਾਜੀਆਂ, ਆਪੇ ਬਣਾਈਆਂ, ਆਪੇ ਸਾਜ ਕਰਕੇ ਸ਼ਿੰਗਾਰ ਕਰਕੇ ਦੁਨੀਆ ਤੇ ਭੇਜੀਆਂ, ਤੇ ਆਪ ਹੀ ਸਭਨਾਂ ਦਾ ਰਖਵਾਲਾ ਹੈ। ਰਿਜ਼ਕ ਦੇ ਕਰਕੇ ਰਖਵਾਲਾ, ਕੋਈ ਭੁੱਖੇ ਹੀ ਨਾ ਮਰ ਜਾਣ। ਦੁਸ਼ਮਣਾਂ ਤੋਂ ਰਖਵਾਲਾ, ਦੁਸ਼ਮਣ ਆ ਕੇ ਨਾਸ਼ ਹੀ ਨਾ ਕਰ ਦੇਣ। ਔਗਣਾ ਤੋਂ ਰਖਵਾਲੇ ਸਰੂਪ ਪਰਮਾਤਮਾ ਜੀ ਵੀ ਆਪ ਨੇ, ਕਿ ਔਗਣਾ ਰੂਪੀ ਦੁਸ਼ਮਣ ਆ ਕਰਕੇ ਸ਼ੁਭ ਗੁਣਾ ਰੂਪੀ ਮਿੱਤਰਾਂ ਨੂੰ ਮਾਰ ਨਾ ਦੇਣ, ਨਾਸ਼ ਨਾ ਕਰ ਦੇਣ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭਨਾਂ ਨੂੰ ਸਾਜਿਆ, ਤੇ ਰਖਵਾਲੀ ਵੀ ਆਪ ਹੀ ਕਰਦੇ ਹਨ ਜੀ। ਜੈਸੇ ਮਹਿਲ ਰਾਖੈ ਤੈਸੈ ਰਹਿਣਾ, ਜਿਸ ਪ੍ਰਕਾਰ ਮਹਿਲ ਮਹਿਲੀ ਪ੍ਰਮਾਤਮਾ ਜੀ ਸਾਰੇ ਜੀਵਾਂ ਨੂੰ ਰੱਖਣਾ ਕਰਦੇ ਨੇ, ਤਿਵੇਂ ਤਿਵੇਂ ਹੀ ਹੁਕਮ ਦੇ ਅੰਦਰ ਜੀਵ ਰਹਿਣਾ ਕਰਦੇ ਹਨ ਜੀ। ਕਿਆ ਇਹੋ ਕਰੈ ਵਿਚਾਰਾ, ਇਹ ਜੀਵ ਵਿਚਾਰਾ ਕੀ ਕਰ ਸਕਦਾ ਹੈ? ਇਸ ਦੇ ਹੱਥ ਦੇ ਵਿੱਚ ਕੀ ਹੈ? ਕਰਮਾਂ ਦੀ ਅਗਾਧ ਗਤੀ, ਪਰਾ ਲਬਧ ਜੋ ਮੱਥੇ ਤੇ ਲੇਖ ਲਿਖ ਕੇ ਪਾ ਦਿੱਤੇ, ਉਹ ਥੋੜੇ ਬਦਲਨੇ ਨੇ। ਸਾਧ ਸੰਗਤ ਜੀ, 3 ਪ੍ਰਕਾਰ ਦੇ ਕਰਮ ਨੇ ਨਾ। ਕਿਰਿਆਮਾਨ ਕਰਮ, ਜੋ ਅਸੀਂ ਮੌਜੂਦਾ ਸਮੇਂ ਦੇ ਵਿੱਚ ਕਰ ਰਹੇ ਹਾਂ, ਉਸ ਨੂੰ ਕਿਰਿਆਮਾਨ ਕਰਮ ਕਿਹਾ ਜਾਂਦਾ ਹੈ। ਸਤ ਸੰਗਤ ਦੇ ਵਿੱਚ ਹਾਜ਼ਰੀ ਭਰ ਰਹੇ ਆ, ਇਹ ਹਾਜ਼ਰੀ ਭਰਨੀ ਸਾਡਾ ਕਿਰਿਆਮਾਨ ਕਰਮ ਹੈ।
ਪਰ ਜਿਹੜਾ ਸਵਾਸ ਲੈ ਚੁੱਕੇ ਆ, ਜਿਹੜਾ ਪਲ ਲੰਘ ਚੁੱਕਿਆ, ਜਿਹੜਾ ਮਿੰਟ ਲੰਘ ਚੁੱਕਿਆ, ਜਿਹੜੀਆਂ ਘੜੀਆਂ ਲੰਘ ਚੁੱਕੀਆਂ ਨੇ, ਉਹ ਸਾਡੇ ਸੰਚਿਤ ਕਰਮ ਹੋਈ ਜਾਂਦੇ ਨੇ। ਸੰਚਿਤ ਤੋਂ ਭਾਵ ਹੈ ਇਕੱਠੇ ਕਰਨਾ। ਜਿਹੜਾ ਕਰਮ ਕਰੀ ਜਾਂਦੇ ਆ ਉਹ ਇਕੱਠਾ ਹੋਈ ਜਾਂਦਾ, ਉਸ ਨੂੰ ਕਿਹਾ ਜਾਂਦਾ ਸੰਚਿਤ ਕਰਮ। ਜਦੋਂ ਫਿਰ ਦੇਹ ਬਦਲਦੀ ਹੈ, ਸਰੀਰ ਬਦਲਦਾ ਹੈ, ਇਹ ਜਿਹੜੇ ਸਾਡੇ ਇਸ ਜਨਮ ਦੇ ਕੀਤੇ ਹੋਏ ਸੰਚਿਤ ਕਰਮ ਨੇ, ਅਗਲੇ ਜਨਮਾਂ ਦੇ ਵਿੱਚ ਸਾਨੂੰ ਉਸ ਦਾ ਫਲ ਭੋਗਣਾ ਪੈਂਦਾ, ਦੁੱਖ ਜਾਂ ਸੁੱਖ, ਉਸ ਨੂੰ ਕਿਹਾ ਜਾਂਦਾ ਹੈ ਪਰਾਲਬਧ ਕਰਮ। ਇਸ ਪ੍ਰਕਾਰ ਪੂਰਬਲੇ ਜਨਮਾਂ ਦੀ ਪਰਾਲਬਧ ਦੁੱਖ ਜਾਂ ਸੁੱਖ ਭੋਗਣ ਵਾਸਤੇ ਪ੍ਰਮਾਤਮਾ ਜੀ ਨੇ ਮੱਥੇ ਤੇ ਕਰਮਾਂ ਅਨੁਸਾਰ ਸ਼ੁਭ ਤੇ ਅਸ਼ੁਭ ਲੇਖ ਪਾ ਕਰਕੇ ਧਰਤੀ ਤੇ ਭੇਜ ਦਿੱਤਾ। ਹੁਣ ਪਰਾਲਬਧ ਤੇ ਸਭਨਾਂ ਨੂੰ ਭੋਗਣੀ ਪੈਣੀ ਹੈ, ਹੁਣ ਨਹੀਂ ਕਿਸੇ ਦੇ ਵਸ। ਜਿਹੜਾ ਕਿਰਿਆਮਾਨ ਕਰਮ ਅੱਗੇ ਕਰਨਾ ਹੈ, ਪਰਮਾਤਮਾ ਜੀ ਨੇ ਉਦਮ ਬਖਸ਼ਣਾ ਕੀਤਾ, ਸਿਖਾ ਉਦਮ ਕਰਕੇ ਸ਼ਰਨੀ ਪੈ ਜਾ, ਉਦਮ ਕਰਕੇ ਅਰਦਾਸ ਕਰ ਲਾ, ਗੁਨਾਹ ਬਖਸ਼ੇ ਜਾਣਗੇ, ਸ਼ੁਭ ਕਰਮਾਂ ਵਾਲਾ ਹੋ ਜਾਵੇਗਾ, ਤੇਰੀ ਕਿਰਿਆਮਾਨ ਕਰਮ ਚੰਗੇ ਹੋਣਗੇ ਤੇ ਸੰਚਿਤ ਕਰਮ ਚੰਗੇ ਬਣ ਜਾਣਗੇ। ਤੇ ਜਦੋਂ ਸੰਚਿਤ ਕਰਮ ਚੰਗੇ ਹੋ ਗਏ ਤੇ ਪਰਾਲਬਧ ਆਪਣੇ ਆਪ ਹੀ ਸ਼ੁਭ ਹੋ ਜਾਣੀ ਹੈ, ਭਲੀ ਹੋ ਜਾਣੀ ਹੈ, ਨੇਕ ਹੋ ਜਾਣੀ ਹੈ। ਪਰ ਜਿਹੜੇ ਪਰਾਲਬਧ ਨੂੰ ਜੀਵ ਭੋਗ ਰਿਹਾ, ਉਹ ਜੀਵ ਦੇ ਵਸ ਨਹੀਂ। ਉਹਨਾਂ ਦੇ ਵਿੱਚ ਹੁਣ ਜੀਵ ਦਾ ਕੋਈ ਯੋਗਦਾਨ ਨਹੀਂ ਕਿ ਉਹਨਾਂ ਨੂੰ ਬਦਲ ਸਕੇ। ਇਸੇ ਪ੍ਰਕਾਰ ਸਾਧ ਸੰਗਤ ਜੀ ਵਿਚਾਰਵਾਨਾਂ ਦੀ, ਤਤ ਬੇਤਿਆਂ ਦੀ, ਮਹਾਤਮਾ ਦੀ ਵਿਚਾਰ ਹੈ, ਜਿਹੜਾ ਅਸੀਂ ਮੌਜੂਦਾ ਸਮੇਂ ਦੇ ਅੰਦਰ ਕਰਮ ਕਰਨਾ, ਜਿਹੜਾ ਕਿਰਿਆਮਾਨ ਕਰਮ ਹੈ ਨਾ, ਉਸ ਦੀ ਚੋਣ ਮਨੁੱਖ ਦੇ ਅਧਿਕਾਰ ਵਿੱਚ ਹੈ, ਪਰ ਫਲ ਨਹੀਂ। ਚੋਣ ਮਨੁੱਖ ਨੇ ਕਰਨੀ ਹੈ ਕਿ ਸਵੇਰੇ ਸੌਣਾ ਜਾਂ ਉੱਠ ਕੇ ਨਿਤਨੇਮ ਕਰਨਾ, ਉਦੋਂ ਚੋਣ ਆਪ ਕਰ ਸਕਦਾ ਹੈ। ਦੁਕਾਨ ਦੇ ਉੱਪਰ ਬੈਠਾ, ਘੱਟ ਤੋਲ ਕੇ ਦੇਣਾ ਜਾਂ ਪੂਰਾ ਤੋਲਣਾ, ਇਹ ਚੋਣ ਉਸਨੇ ਆਪ ਕਰਨੀ ਹੈ। ਕਮਾਈ ਹੱਕ ਸੱਚ ਦੀ ਕਰਨੀ ਹੈ ਜਾਂ ਧੋਖੇ ਧੜੇ ਦੀ ਕਰਨੀ ਹੈ, ਉਦੋਂ ਚੋਣ ਉਸਨੇ ਆਪ ਕਰਨੀ ਹੈ। ਪਰ ਜਦੋਂ ਚੋਣ ਕਰ ਲਈ, ਕਰਮ ਕਰ ਲਿਆ ਨਾ, ਤੇ ਫਿਰ ਕਰਮ ਦਾ ਫਲ ਇਸ ਦੇ ਹੱਥ ਨਹੀਂ। ਹੁਣ ਕਰਮ ਦਾ ਫਲ ਵਾਹਿਗੁਰੂ ਜੀ ਨੇ ਦੇਣਾ ਹੈ। ਇਸ ਪ੍ਰਕਾਰ ਕਰਮਾਂ ਦਾ ਫਲ ਵਾਹਿਗੁਰੂ ਜੀ ਪਰਾਲਬਧ ਦੇ ਅਨੁਸਾਰ ਕਿਸੇ ਨੂੰ ਦੁੱਖ ਤੇ ਕਿਸੇ ਨੂੰ ਸੁੱਖ ਦੇ ਰਹੇ ਨੇ। ਉਹ ਪਰਾਲਬਧ ਦੇ ਭੋਗਣ ਵਾਲੇ ਜੀਵਾਂ ਦੇ ਕੁਛ ਵੀ ਵਸ ਨਹੀਂ। ਜੇ ਦੁੱਖ ਭੋਗਣ ਵਾਲਾ ਚਾਹੇ ਮੈਂ ਸੁੱਖ ਲੈ ਲਵਾਂ ਤੇ ਨਹੀਂ ਲੈ ਸਕਦਾ। ਜੇ ਸੁੱਖ ਭੋਗਣ ਵਾਲਾ ਆਖੇ ਜੀ ਮੈਨੂੰ ਦੁੱਖ ਆਵੇ ਹੀ ਕਦੇ ਨਾ, ਮੈਂ ਸੁਖੀ ਰਵਾਂ, ਐਸਾ ਵੀ ਨਹੀਂ ਹੋ ਸਕਦਾ। ਇਹਨਾਂ ਜੀਵਾਂ ਦੇ ਆਪਣੇ ਹੱਥ ਵਸ ਕੁਝ ਵੀ ਨਹੀਂ, ਆਪਣੇ ਵਸ ਕੁਝ ਵੀ ਨਹੀਂ ਹੈ ਜੀ। ਜਿਨ ਕਿਛ ਕੀਆ ਸੋਈ ਜਾਣੈ। ਜਿਸ ਪਰਮਾਤਮਾ ਨੇ ਕਿਛ ਇਹ 21 ਪੁਰੀਆਂ ਵਾਲਾ ਸੰਸਾਰ ਤੇ ਅਸੰਖਾ ਜੀਵ ਪੈਦਾ ਕੀਤੇ ਨੇ ਨਾ, ਕਰਮਾਂ ਦੀ ਅਗਾਧ ਗਤੀ ਨੂੰ ਪਰਾਲਬਧ ਦੇ ਅਨੁਸਾਰ ਮਾੜੇ ਅਤੇ ਚੰਗੇ ਕਰਮਾਂ ਨੂੰ ਕਿਵੇਂ ਕਿਵੇਂ ਕਿਸ ਦੇ ਪਾਸੋਂ ਕੀ ਕਰਾਉਣਾ ਹੈ, ਸਾਰੇ ਕੌਤਕਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਆਪ ਹੀ ਜਾਣਦੇ ਹਨ। ਜਿਨ ਇਹ ਸਭ ਵਿਦ ਸਾਜੀ। ਜਿਸ ਪਰਮਾਤਮਾ ਜੀ ਨੇ ਭਲੀ ਵਿਧੀ ਦੇ ਨਾਲ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ, ਸਾਰੇ ਖੰਡ, ਸਾਰੇ ਬ੍ਰਹਮੰਡ ਸਾਜਣਾ ਕੀਤੇ ਹਨ ਜੀ। ਕਹੂ ਨਾਨਕ ਅਪਰੰਪਰ ਸੁਆਮੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹ ਸਿੱਖੋ ਤੁਸੀਂ ਪੁੱਛਣਾ ਕਰਦੇ ਹੋ ਬ੍ਰਹਮ ਕੈਸਾ ਹੈ, ਤੇ ਉਹ ਜਿਹੜਾ ਸੁਆਮੀ ਮਾਲਕ ਹੈ ਨਾ, ਪਾਰ ਬ੍ਰਹਮ ਪਰਮੇਸ਼ਰ, ਉਹ ਅਪਰੰਪਰ ਹੈ, ਪਰੇ ਤੋਂ ਵੀ ਪਰੇ ਹੈ। ਅਪਰੰਗ ਜਿਹੜੀ ਸ੍ਰਿਸ਼ਟੀ ਹੈ ਇਹਨਾਂ ਦੇ ਉੱਪਰ ਹੈ, ਤ੍ਰਿਦੇਵ ਬ੍ਰਹਮਾ ਇਤਿਆਦਿਕ, ਤੇ ਪ੍ਰਮਾਤਮਾ ਜੀ ਉਹਨਾਂ ਦੇ ਵੀ ਉੱਪਰ ਨੇ, ਉਹਨਾਂ ਤੋਂ ਵੀ ਪਰੇ ਨੇ, ਉਹਨਾਂ ਦੀ ਵੀ ਪਹੁੰਚ ਤੋਂ ਪਰੇ ਨੇ। ਇਸ ਪ੍ਰਕਾਰ ਜਿਹੜਾ ਸੁਆਮੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਕੋਈ ਆਦ ਅੰਤ ਨਹੀਂ, ਕਿਨਾਰਿਆਂ ਤੋਂ ਰਹਿਤ ਹੈ, ਹੱਦ ਤੋਂ ਰਹਿਤ ਹੈ, ਸੀਮਾ ਤੋਂ ਰਹਿਤ ਹੈ। ਉਹ ਪਰਮਾਤਮਾ ਜੀ ਪਰੇ ਤੋਂ ਪਰੇ ਹਨ। ਕੀਮਤ ਆਪਣੇ ਕਾਜੀ। ਤੇ ਜਿਹੜੇ ਸਿੱਖ ਨੇ ਉਹ ਸਾਡੇ ਵਰਗੇ ਅਗਿਆਨੀ ਨਹੀਂ, ਗਿਆਨਵਾਨ ਨੇ। ਤੇ ਬੇਨਤੀ ਕਰ ਦੇਣਾ ਕੀਤੀ ਸੱਚੇ ਪਾਤਸ਼ਾਹ, ਜੇ ਹੈ ਹੀ ਅਪਰੰਪਰ ਹੈ ਤੇ ਫਿਰ ਬ੍ਰਹਮ ਨੂੰ ਜਾਣਿਆ ਕਿਵੇਂ ਜਾਵੇ? ਫਿਰ ਤੇ ਅਲੱਖ ਹੋਇਆ ਨਾ, ਫਿਰ ਤੇ ਜਾਣਿਆ ਨਹੀਂ ਜਾ ਸਕਦਾ। ਤੇ ਜਿਸ ਨੂੰ ਜਾਣਿਆ ਹੀ ਨਾ ਜਾ ਸਕੇ, ਫਿਰ ਕਿਵੇਂ ਕਹਿ ਸਕਦੇ ਹਾਂ ਕਿ ਅਮੀਰਾਂ 'ਚ ਵਸਦਾ ਤੇ ਗਰੀਬਾਂ 'ਚ ਵੀ ਵਸਦਾ? ਜੇ ਜਾਣਿਆ ਹੀ ਨਾ ਜਾਵੇ, ਫਿਰ ਕਿਵੇਂ ਕਹਿ ਸਕਦੇ ਉੱਚਿਆਂ 'ਚ ਵੀ ਵਸਦਾ ਤੇ ਨੀਵਿਆਂ 'ਚ ਵੀ ਵਸਦਾ, ਨਿਮਰਤਾ ਵਾਲਿਆਂ 'ਚ ਵਸਦਾ ਤੇ ਹੰਕਾਰੀਆਂ 'ਚ ਵਸਦਾ, ਸ੍ਰਿਸ਼ਟੀ ਦੇ ਜੀਵਾਂ ਅੰਦਰ ਵਸਦਾ? ਜੇ ਹੈ ਹੀ ਅਲੱਖ ਹੈ, ਜਦੋਂ ਲਖਿਆ ਹੀ ਨਹੀਂ ਜਾਂਦਾ, ਤੇ ਫਿਰ ਕਿਵੇਂ ਜਾਣੀਏ ਕਿ ਸਭਨਾਂ 'ਚੋਂ ਆਪ ਹੀ ਵਸਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਕੀਮਤ ਆਪਣਾ ਕਾਜੀ। ਇੱਥੇ ਵੀ ਜਿਹੜਾ ਪਾਠ ਹੈ ਕੱਕੇ ਕਰਨਾ ਜਜੇ ਬਿਹਾਰੀ ਕਾਜੀ ਹੈ, ਪਰ ਅਦਕ ਲਾ ਕਰਕੇ ਕਾਜੀ ਪੜਨਾ ਹੈ। ਕਾਜੀ ਤੋਂ ਭਾਵ ਕੰਮ ਕਾਜ। ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਕੰਮਾਂ ਕਾਜਾਂ ਦੁਆਰੇ ਜਾਣੇ ਜਾਂਦੇ ਨੇ। ਜਿਵੇਂ ਕਿਸੇ ਦਾ ਵੱਡਾ ਭਾਰੀ ਰੋਗ ਦੂਰ ਹੋ ਜਾਵੇ ਤੇ ਪਤਾ ਲੱਗ ਜਾਂਦਾ ਇਸ ਨੂੰ ਕੋਈ ਸਿਆਣਾ ਡਾਕਟਰ ਮਿਲ ਗਿਆ ਤਾਂ ਇਹਦਾ ਰੋਗ ਮਿਟਿਆ ਹੈ।
ਜੇ ਕੋਈ ਬੱਚਾ ਨੇਕ ਹੋਵੇ, ਵੱਡਿਆਂ ਦਾ ਸਤਿਕਾਰ ਕਰੇ, ਚੰਗੇ ਆਚਰਣ ਵਾਲਾ, ਚੰਗੇ ਸੰਸਕਾਰਾਂ ਵਾਲਾ, ਮਿੱਠ ਬੋਲਣਾ ਹੋਵੇ ਤੇ ਪਤਾ ਲੱਗ ਜਾਂਦਾ ਹੈ ਇਸ ਦੇ ਮਾਂ-ਬਾਪ ਨੇ ਇਸ ਨੂੰ ਬੜੀ ਨੇਕ ਸਿੱਖਿਆ ਦਿੱਤੀ, ਇਸ ਦੇ ਮਾਂ-ਬਾਪ ਬੜੇ ਚੰਗੇ ਹੋਣਗੇ ਜਿਨ੍ਹਾਂ ਨੇ ਸ਼ੁਭ ਸੰਸਕਾਰ ਦਿੱਤੇ ਨੇ। ਇਸੇ ਤਰੀਕੇ ਦੇ ਨਾਲ ਚੰਗਾ ਘਰ ਵੇਖ ਕਰਕੇ ਅੰਦਾਜ਼ਾ ਲਾਇਆ ਜਾਂਦਾ ਇੱਥੇ ਜ਼ਰੂਰ ਕੋਈ ਚੰਗਾ ਇੰਜੀਨੀਅਰ ਆਇਆ ਹੈ ਜਿਸ ਨੇ ਏਡਾ ਸੋਹਣਾ ਘਰ ਮਕਾਨ ਮੰਦਰ ਬਣਾ ਦਿੱਤਾ ਹੈ। ਤੇ ਚੰਗੀ ਗੱਡੀ ਵੇਖ ਕਰਕੇ ਪਤਾ ਲੱਗ ਜਾਂਦਾ ਇਸ ਕੰਪਨੀ ਦੇ ਇੰਜੀਨੀਅਰ ਬਾ ਕਮਾਲ ਹੋਣਗੇ ਜਿਨ੍ਹਾਂ ਨੇ ਏਡੀ ਸੋਹਣੀ ਗੱਡੀ ਬਣਾ ਦਿੱਤੀ। ਕੰਮਾਂ ਕਾਰਾਂ ਤੋਂ ਉਸ ਦੇ ਕਰਨੇ ਵਾਲੇ ਦਾ ਪਤਾ ਲੱਗ ਜਾਂਦਾ ਹੈ ਕਿ ਜੇ ਕੰਮ ਚੰਗਾ ਹੈ ਤੇ ਕਰਨ ਵਾਲਾ ਵੀ ਮਹਾਨ ਹੋਵੇਗਾ। ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਮਤ ਜਿਹੜੀ ਵਡਿਆਈ ਹੈ ਨਾ, ਆਪਣੇ ਕਾਜੀ ਉਸਦੇ ਆਪਣੇ ਕੰਮਾਂ ਤੋਂ ਜਾਣੀ ਜਾਂਦੀ ਹੈ। ਜਿਸ ਪਰਮਾਤਮਾ ਜੀ ਨੇ ਇਤਨੇ ਕੀਮਤੀ ਸਰੀਰ ਨੂੰ ਸਾਜਣਾ ਕੀਤਾ, ਕੁੱਲ ਦੁਨੀਆ ਦੀ ਵਿਗਿਆਨ ਜਿਸ ਸਰੀਰ ਦਾ ਇੱਕ ਅੰਗ ਤੱਕ ਨਹੀਂ ਬਣਾ ਸਕਦੀ। ਇੱਕ ਅੰਗ ਤਾਂ ਦੂਰ ਦੀ ਗੱਲ ਹੈ, ਸਾਰੇ ਡਾਕਟਰ ਇਹ ਗੱਲ ਕਹਿੰਦੇ ਨੇ ਕਿ ਫਲਾਣੇ ਫਲ ਖਾਈਏ, ਇਹਨਾਂ ਫਲਾਂ ਤੋਂ ਖੂਨ ਬਣਦਾ, ਇਹਨਾਂ ਵਿੱਚ ਕੈਲਸ਼ੀਅਮ ਆ, ਫਲਾਣੇ ਫਲਾਂ ਵਿੱਚ ਜਾਂ ਭੋਜਨ ਦੇ ਵਿੱਚ ਵਿਟਾਮਿਨ ਨੇ, ਮਿਨਰਲ ਨੇ, ਸਾਰੀਆਂ ਚੀਜ਼ਾਂ ਗਿਣ ਕੇ ਦੱਸਦੇ ਨੇ ਇਹ ਫਲ ਖਾਓ, ਇਹ ਸਬਜ਼ੀਆਂ ਖਾਓ, ਹਰੀਆਂ ਪੱਤੇਦਾਰ ਸਬਜ਼ੀਆਂ ਖਾਓ, ਸਮੇਂ ਸਿਰ ਭੋਜਨ ਖਾਓ, ਸਰੀਰ ਦੇ ਵਿੱਚੋਂ ਖੂਨ ਦੀ ਘਾਟ ਪੂਰੀ ਹੋ ਜਾਵੇਗੀ, ਖੂਨ ਬਣੇਗਾ। ਹੁਣ ਡਾਕਟਰਾਂ ਨੂੰ ਪਤਾ ਹੈ ਖੂਨ ਫਲਾਂ ਨਾਲ ਬਣਨਾ ਹੈ, ਸਬਜ਼ੀਆਂ ਨਾਲ ਬਣਨਾ ਹੈ, ਪ੍ਰਸ਼ਾਦਿਆਂ ਨਾਲ, ਖਾਣੇ ਭੋਜਨ ਨਾਲ ਬਣਨਾ ਹੈ। ਪਰ ਕੁੱਲ ਦੁਨੀਆ ਦੇ ਡਾਕਟਰ ਮਿਲ ਕੇ ਇੱਕ ਐਸੀ ਮਸ਼ੀਨ ਨਹੀਂ ਪੈਦਾ ਕਰ ਸਕੇ ਕਿ ਟੋਕਰੇ ਭਰ ਕੇ ਪ੍ਰਸ਼ਾਦੇ ਵਿੱਚ ਪਾ ਦਈਏ ਤੇ ਖੂਨ ਦੀਆਂ ਬੋਤਲਾਂ ਵਿੱਚੋਂ ਕੱਢ ਲਈਏ। ਕਿੰਨਾ ਵੀ ਯਤਨ ਕਰ ਲੈਣ, ਇੱਕ ਖੂਨ ਦੀ ਇੱਕ ਬੂੰਦ ਤੱਕ ਦੁਨੀਆ ਦੀ ਵਿਗਿਆਨ ਅੱਜ ਤੱਕ ਮਿਲ ਕੇ ਨਹੀਂ ਬਣਾ ਸਕੀ। ਇੱਕ ਵਾਲ ਤੱਕ ਵੀ ਓਰੀਜਨਲ ਪੈਦਾ ਨਹੀਂ ਕਰ ਸਕੀ, ਅਸਲੀ ਵਾਲ ਤੱਕ ਨਹੀਂ ਸਾਇੰਸ ਬਣਾ ਸਕੀ। ਪਰਮਾਤਮਾ ਜੀ ਐਸੇ ਮਹਾਨ ਨੇ, ਕੁੱਲ ਦੁਨੀਆ ਦੇ ਸਿਆਣੇ ਮਿਲ ਕਰਕੇ ਇੱਕ ਵਾਲ, ਇੱਕ ਖੂਨ ਦਾ ਕਤਰਾ ਪੈਦਾ ਨਹੀਂ ਕਰ ਸਕਦੇ। ਪਰ ਪਰਮਾਤਮਾ ਜੀ ਦੀ ਕੈਸੀ ਕਿਰਤ ਹੈ, ਅਸੰਖਾਂ ਹੀ ਸਰੀਰਾਂ ਦੇ ਵਿੱਚ ਹਰ ਪਲ ਨਵਾਂ ਖੂਨ ਬਣ ਰਿਹਾ ਹੈ। ਕਿੱਡੀ ਮਹਾਨ ਕਿਰਤ ਹੈ। ਕੁੱਲ ਦੁਨੀਆ ਦੀ ਵਿਗਿਆਨ ਡਾਕਟਰ ਇੱਕ ਵਾਲ ਪੈਦਾ ਨਹੀਂ ਕਰ ਸਕਦੀ ਤੇ ਪਰਮਾਤਮਾ ਜੀ ਨੇ 3.5 ਕਰੋੜ ਇੱਕ ਬੰਦੇ ਦੇ ਸਰੀਰ ਤੇ ਹੀ ਲਾ ਦਿੱਤੇ। ਗਾਵਾਂ, ਪਸ਼ੂਆਂ ਇਤਿਆਦਿਕ ਜੰਗਲੀ ਜਾਨਵਰਾਂ ਦੇ ਸਰੀਰਾਂ ਦੇ ਉੱਪਰ ਕਿਤਨੇ ਵਾਲ, ਕਿਤਨੇ ਰੋਮ, ਇਤਨੀ ਵੱਡੀ ਕਾਇਨਾਤ, ਚੰਦ ਪੈਦਾ ਕਰ ਦਿੱਤਾ ਹੈ, ਸੂਰਜ ਪੈਦਾ ਕਰ ਦਿੱਤਾ ਹੈ, ਤਾਰੇ ਪੈਦਾ ਕਰ ਦਿੱਤੇ, ਸਾਗਰ, ਝੀਲਾਂ, ਦਰਿਆ, ਨਦੀਆਂ ਪੈਦਾ ਕਰ ਦਿੱਤੀਆਂ, ਪਹਾੜ ਪੈਦਾ ਕਰ ਦਿੱਤੇ, ਬ੍ਰਿਸ਼ ਪੈਦਾ ਕਰ ਦਿੱਤੇ, 4 ਖਾਣੀਆਂ ਵਿੱਚ 84 ਲੱਖ ਜੂਨੀਆਂ ਪੈਦਾ ਕਰ ਦਿੱਤੀਆਂ ਤੇ ਇੱਕ ਇੱਕ ਜੂਨ ਦਾ ਹੀ ਅੰਤ ਨਹੀਂ ਆਉਂਦਾ। ਤੇ ਜਿਸ ਕਰਤੇ ਦੀ ਕਿਰਤ ਇਤਨੀ ਮਹਾਨ ਹੈ, ਉਹ ਕਰਤਾ ਕੈਸਾ ਮਹਾਨ ਹੋਵੇਗਾ। ਉਹ ਆਪਣੀ ਕਿਰਤ ਤੋਂ ਜਾਣਿਆ ਜਾਂਦਾ ਹੈ। ਕੀਮਤ ਆਪਣਾ ਕਾਜੀ, ਉਸ ਦੀ ਜਿਹੜੀ ਵਡਿਆਈ ਹੈ ਨਾ, ਸਿੱਖੋ ਉਸ ਦੇ ਆਪਣੇ ਕੰਮਾਂ ਦੁਆਰਾ ਜਾਣੀ ਜਾਂਦੀ ਹੈ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਤਾ ਤੇ ਭੋਗਤਾ ਦੋਵਾਂ ਸਰੂਪਾਂ ਦੇ ਅੰਦਰ ਜਨਾਵਣਾ ਕੀਤਾ ਹੈ। ਸਾਰੇ ਜੀਵਾਂ ਦਾ ਤੇ ਸ਼ੁਭ ਕਰਮਾਂ ਦਾ, ਅਸ਼ੁਭ ਕਰਮਾਂ ਦਾ, ਹੰਕਾਰੀਆਂ ਦਾ, ਸਾਰੇ ਜੀਵਾਂ ਦਾ, ਸਾਰੀ ਕਾਇਨਾਤ ਦਾ ਕਰਤਾ ਵੀ ਆਪ ਹੈ ਤੇ ਸਭਨਾਂ ਦੇ ਹਿਰਦਿਆਂ ਵਿੱਚ ਬੈਠ ਕਰਕੇ ਭੋਗਣ ਵਾਲਾ ਹੋ ਕਰਕੇ ਭੋਗਤਾ ਵੀ ਆਪ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਨੇ ਪਾਇਆ ਪਦ ਨਿਰਬਾਣੀ ਦੀ ਅਵਸਥਾ ਜਣਾਈ ਹੈ। ਸਖੋ ਜਿਹੜੇ ਨਿਰਬਾਣ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ ਨਾ, ਉਹ ਬ੍ਰਹਮ ਨੂੰ ਇਸ ਪ੍ਰਕਾਰ ਸਾਰੀ ਸ੍ਰਿਸ਼ਟੀ ਦੇ ਅੰਦਰ ਵੀ ਦੇਖਣਾ ਕਰਦੇ ਨੇ ਤੇ ਸ੍ਰਿਸ਼ਟੀ ਦਾ ਕਰਤਾ ਰੂਪ, ਮਾਲਕ ਰੂਪ, ਸੁਆਮੀ ਰੂਪ ਵੀ ਬ੍ਰਹਮ ਨੂੰ ਦੇਖਣਾ ਕਰਦੇ ਨੇ। ਇਸ ਪ੍ਰਕਾਰ ਦਾ ਸੰਸਾਰ ਤੇ ਸੰਸਾਰ ਦਾ ਸਿਰਜਣਹਾਰ ਪਰਮਾਤਮਾ ਜੀ ਦਾ ਪਾਵਨ ਸਵਰੂਪ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਉਪਦੇਸ਼ ਦੀ ਪ੍ਰਾਪਤੀ ਕਰਕੇ ਸਿੱਖ ਕਿਰਤਾਰਥ ਹੋਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ, ਝੋਲੀਆਂ ਖੁਸ਼ੀਆਂ ਦੇ ਨਾਲ ਭਰ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਨੇ ਜੋ ਉਪਦੇਸ਼ ਉਚਾਰਨਾ ਕੀਤੇ ਨੇ, 2 ਪਾਵਨ ਸ਼ਬਦਾਂ ਦੀ ਵਿਚਾਰ ਸ਼ਰਵਣ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ ਚੁੱਕਾਂ ਹੋਣੀਆਂ, ਤਰੁੱਟੀਆਂ ਰਹਿ ਜਾਣੀਆਂ, ਕਮੀਆਂ ਰਹਿ ਜਾਣੀਆਂ ਸੁਭਾਵਕ ਨੇ। ਸਤਿਗੁਰੂ ਜੀ ਸਰਬੱਗ ਨੇ, ਸਤਿਗੁਰੂ ਜੀ ਦੀ ਗੁਰਬਾਣੀ ਸਰਬੱਗ ਹੈ, ਅਸੀਂ ਜੀਵ ਅਲਪਾਗਾਂ। ਇਸ ਕਰਕੇ ਸਤਿਗੁਰੂ ਜੀ ਦੀ ਗੁਰਬਾਣੀ ਅਗਾਧ ਬੋਧ ਹੈ, ਵਿਚਾਰ ਕਰਦਿਆਂ ਤਰੁੱਟੀਆਂ ਰਹਿਣੀਆਂ ਸੁਭਾਵਕ ਨੇ। ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤਾਂ ਤੇ ਸੁਭਾਇਮਾਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸ਼ੋਭਨੀਕ ਨੇ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਬਖਸ਼ ਲਓ ਜੀ। ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣੇ ਨੂੰ ਸਮਰੱਥ ਹੈ। ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਵਣੇ ਦਾ ਯਤਨ ਕਰੀਏ, ਜਿਸ ਦੇ ਨਾਲ ਅਸੀਂ ਵੀ ਨਿਰਵਾਣ ਪਦ ਨੂੰ ਪ੍ਰਾਪਤ ਕਰਕੇ ਸਤਿਗੁਰੂ ਜੀ ਦੀ ਸਨਮੁਖਤਾ ਪ੍ਰਾਪਤ ਕਰਦਿਆਂ ਖੁਸ਼ੀਆਂ ਹਾਸਲ ਕਰ ਸਕੀਏ ਜੀ। ਪਾਵਨ ਉਪਦੇਸ਼ ਦੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਵਿਦ ਸਾਜੀ।
ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब